ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਤੁਹਾਡੇ ਨਾਲ ਅਜਿਹੀਆਂ ਹੱਡਬੀਤੀਆਂ ਸੱਚੀਆਂ ਕਹਾਣੀਆਂ ਵੀ ਸਾਂਝੀਆਂ ਕਰਦੇ ਆ ਜਿਹੜੀਆਂ ਕਿ ਕਿਤੇ ਨਾ ਕਿਤੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ। ਕਿਉਂਕਿ ਇੱਕ ਹਿੰਦੀ ਗਾਣੇ ਦੇ ਬੋਲ ਨੇ, ਦੁਨੀਆ ਮੇਂ ਕਿਤਨਾ ਗਮ ਹੈ ਮੇਰਾ ਗਮ ਤੋਂ ਬੜਾ ਕਮ ਹੈ। ਤੇ ਇਸ ਤਰ੍ਹਾਂ ਦੇ ਹੀ ਦੁੱਖਾਂ ਭਰੀਆਂ ਕਹਾਣੀਆਂ ਤੁਹਾਡੇ ਨਾਲ ਹਰ ਰੋਜ਼ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਆ। ਕੁਝ ਸਮਾਂ ਪਹਿਲਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਬੱਚੇ ਹਰਮਨਦੀਪ ਸਿੰਘ ਤੂਫਾਨ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਸ ਨੂੰ ਉਸ ਦਾ ਪਿਤਾ ਬਚਪਨ ਦੇ ਵਿੱਚ ਹੀ ਦਰਬਾਰ ਸਾਹਿਬ ਵਿਖੇ ਛੱਡ ਗਿਆ ਸੀ। ਦੋਸਤੋ, ਇੱਕ ਹੋਰ ਨੌਜਵਾਨ ਸਾਹਮਣੇ ਆਇਆ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਕਿਤੇ ਨਾ ਕਿਤੇ ਉਹਨਾਂ ਦੀ ਕਹਾਣੀ ਹਰਮਨਦੀਪ ਸਿੰਘ ਤੂਫਾਨ ਤੋਂ ਵੀ ਦੁੱਖਾਂ ਭਰੀ ਹੈ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਨਾਮ ਕੀ ਹੈ ਜੀ ਪਹਿਲਾਂ ਤਾਂ? ਗੁਰਨੂਰ ਸਿੰਘ। ਗੁਰਨੂਰ ਸਿੰਘ। ਤੇ ਗੁਰਨੂਰ ਸਿੰਘ ਜੀ, ਸਰੋਤਿਆਂ ਨੂੰ ਆਪਣੇ ਬਾਰੇ ਪਹਿਲਾਂ ਦੱਸਿਓ ਵੀ ਕਿੱਥੋਂ ਬਿਲੋਂਗ ਕਰਦੇ ਹੋ, ਕੀ ਗੱਲਬਾਤ ਹੋਈ ਸੀਗੀ, ਕੀ ਤੁਹਾਡੀ ਕਹਾਣੀ ਆ, ਇੱਕ ਝਲਕ ਪੂਰੀ ਦੱਸੋ ਜ਼ਰੂਰ। ਦੇਖੋ, ਉੱਦਾਂ ਦਾ ਬਚਪਨ ਤੋਂ ਜਿਵੇਂ ਹੁਣ ਮੈਨੂੰ ਪਤਾ ਲੱਗਾ 2020 ਦੇ ਵਿੱਚ ਵੀ ਮੇਰਾ ਨਿੱਜੀ ਜਿਹੜਾ ਪਿੰਡ ਹੈ, ਸ਼ਹਿਰ ਆ, ਲੁਧਿਆਣਾ ਆ। ਅੱਛਾ। ਤੇ ਬਾਕੀ ਮੈਨੂੰ 20-22 ਸਾਲਾਂ ਤੋਂ ਕੁਛ ਨਹੀਂ ਸੀ ਪਤਾ ਵੀ ਮੈਂ ਕਿਹੜਾ ਮੇਰਾ ਪਿੰਡ ਆ, ਕਿਹੜਾ ਮੇਰਾ ਸ਼ਹਿਰ ਆ, ਵੀ ਮੈਨੂੰ ਕਿਹਨੇ ਜੰਮਿਆ ਵਾ, ਕਿਹੜੀ ਜਾਤ ਦੇ ਵਿੱਚ ਬਿਲੋਂਗ ਕਰਦਾ, ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਮੈਨੂੰ ਕੁਛ ਵੀ ਨਹੀਂ ਸੀ ਪਤਾ ਇਹਦੇ ਬਾਰੇ। ਮਾਫ ਕਰਨਾ, ਕਦੋਂ ਪਤਾ ਲੱਗਿਆ ਤੁਹਾਨੂੰ ਮਤਲਬ ਇਸ ਬਾਰੇ? ਇਹ ਮੈਨੂੰ ਪਤਾ ਲੱਗਾ ਵਾ 2020 ਦੇ ਵਿੱਚ। ਸੋ ਦੋਸਤੋ, ਪਹਿਲਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਵੀਰ ਨੂੰ ਕਹਿ ਸਕਦੇ ਹਾਂ ਕਿ ਆਪਣੇ ਬਾਰੇ ਵੀ ਕੁਝ ਨਹੀਂ ਪਤਾ ਸੀ, ਕਿਹੜੀ ਕਾਸਟ ਦੇ ਵਿੱਚੋਂ। ਹਾਲਾਂਕਿ ਜਾਤ ਪਾਤ ਦੇ ਵਿੱਚ ਅਸੀਂ ਬਿਲੀਵ ਨਹੀਂ ਕਰਦੇ, ਪਰ ਫਿਰ ਵੀ ਇੱਕ ਦੋਸਤੋ ਸੋਚ ਕੇ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਮਾਤਾ ਪਿਤਾ ਬਾਰੇ, ਆਪਣੇ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਮੈਂ ਪੰਜਾਬ ਦਾ ਵਸਨੀਕ ਹਾਂ ਜਾਂ ਕਿੱਥੇ ਦਾ। 2020 ਦੇ ਵਿੱਚ ਜਾ ਕੇ ਸਭ ਕੁਝ ਪਤਾ ਚੱਲਦਾ ਹੈ। ਹੋਰ ਵੀ ਵੀਰ ਦੇ ਕੀ ਦੁੱਖ ਆਏ ਨੇ ਜ਼ਿੰਦਗੀ ਦੇ ਵਿੱਚ, ਕਿਸ ਤਰ੍ਹਾਂ ਦੀ ਕਹਾਣੀ ਹੈ, ਕੀ ਇਹਨਾਂ ਨੇ ਹੁਣ ਤੱਕ ਹੰਢਾਇਆ, ਸਾਰਾ ਕੁਝ ਜਾਣਦੇ ਆ ਇਹਨਾਂ ਤੋਂ। ਦੁੱਖ ਤਾਂ ਦੇਖੋ, ਪ੍ਰਮਾਤਮਾ ਨੇ ਮਿਹਰ ਭਰਾ ਹੱਥ ਤਾਂ ਸਿਰ 'ਤੇ ਰੱਖਿਆ ਹੀ ਹੈ ਜੀ। ਦੁੱਖ ਤਾਂ ਚਲੋ ਜੋ ਵੀ ਆਏ ਆ, ਚਲੋ ਉਹ ਆਈ ਹੈਗੇ ਆ। ਬਾਕੀ ਜੋ 2020 ਦੇ ਵਿੱਚ ਚਲੋ ਮੈਂ ਗੁਰੂ ਘਰ ਸੇਵਾ ਕੀਤੀ, 6ਵੇਂ ਪਾਤਸ਼ਾਹ ਦਾ ਗੁਰਦੁਆਰਾ ਵਾ ਗੁਰੂਸਰ ਪਿੰਡ ਦੇ ਵਿੱਚ, ਨਾਨਕਸਰ ਦੇ ਕੋਲ। ਅੱਛਾ। ਉੱਥੇ ਮੇਰਾ ਕਮਰਾ ਹੁੰਦਾ ਸੀ ਕਿਰਾਏ 'ਤੇ ਗੁਰੂਸਰ ਪਿੰਡ ਦੇ ਵਿੱਚ। ਅਤੇ ਲੋਕਡਾਊਨ ਲੱਗਣ ਦੀ ਵਜ੍ਹਾ ਦੇ ਨਾਲ ਸਾਰੇ ਕੰਮ ਕਾਰ ਸਭ ਬੰਦ ਹੋ ਗਏ ਸੀਗੇ। ਅਤੇ ਗੁਰੂ ਘਰ ਸੇਵਾ ਕਰਦੇ ਸੀ ਅਤੇ ਪ੍ਰਸ਼ਾਦਾ ਪਾਣੀ ਨਾਲੇ ਖਾ ਵੀ ਲੈਂਦੇ ਸੀ, ਨਾਲੇ ਉੱਥੋਂ ਪ੍ਰਸ਼ਾਦਾ ਪਾਣੀ ਲੈ ਵੀ ਆਉਂਦੇ ਸੀ। ਕਾਫੀ ਦਿਨ ਉੱਥੇ ਸੇਵਾ ਕੀਤੀ ਅਤੇ ਉੱਥੇ ਸੇਵਾ ਦਾ ਜਿਹੜਾ ਫਲ ਜਿਹੜਾ ਮਹਾਰਾਜ ਨੇ ਦਿੱਤਾ, ਹੁਣ ਕੋਈ ਯਕੀਨ ਕਰੇ ਜਾਂ ਨਾ ਕਰੇ ਉਹ ਚਲੋ ਉਹਨਾਂ ਦੀ ਮਰਜ਼ੀ ਆ। ਪਰ ਜੋ ਮੇਰੇ ਨਾਲ ਬੀਤਿਆ ਤਾਂ ਮੈਂ ਤਾਂ ਉਹੀ ਦੱਸੂੰਗਾ, ਸੱਚ ਦੱਸੂੰਗਾ। ਮੈਨੂੰ ਪਤਾ ਲੱਗ ਗਿਆ ਵੀ ਮੇਰਾ ਪਿੰਡ ਕਿਹੜਾ ਵਾ, ਵੀ ਮੈਨੂੰ ਜ਼ਿਲ੍ਹਾ ਕਿਹੜਾ ਪੈਂਦਾ ਵਾ, ਮੇਰਾ ਕਿਹੜਾ ਸ਼ਹਿਰ ਹੈ, ਸਭ ਪਤਾ ਲੱਗ ਗਿਆ। ਮੇਰਾ ਪਿੰਡ ਸੀਗਾ ਰਤੋਵਾਲ। ਮਤਲਬ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਸੀ, ਉੱਥੇ ਸੇਵਾ ਕਰਦੇ ਕਰਦੇ ਅਚਾਨਕ ਤੁਹਾਡੇ ਦਿਮਾਗ 'ਚ ਇਹ ਗੱਲਾਂ ਘੁੰਮਣੀਆਂ ਸ਼ੁਰੂ ਹੋ ਗਈਆਂ? ਇਹ ਗੱਲਾਂ ਘੁੰਮਣੀਆਂ ਸ਼ੁਰੂ ਹੋ ਗਈਆਂ। ਮੈਨੂੰ ਸਭ ਕੁਝ ਪਤਾ ਲੱਗ ਗਿਆ। ਉਹ ਗਲੀ ਵੀ, ਉਹ ਜਿੱਥੇ ਮੈਂ ਸਕੂਲ ਪੜ੍ਹਦਾ ਸੀਗਾ, ਉਹ ਘਰ ਦਾ ਅੰਦਰਲਾ ਸਾਰਾ ਵੇਰਵਾ ਸਭ ਪਤਾ ਲੱਗ ਗਿਆ ਵੀ ਅੰਦਰ ਘਰ ਦੇ ਅੰਦਰ ਕਿੰਨੇ ਕਮਰੇ ਆ, ਵੀ ਉੱਥੇ ਪਸ਼ੂ ਵੀ ਰੱਖੇ ਹੁੰਦੇ ਸੀਗੇ, ਸਭ ਕੁਝ ਪਤਾ ਲੱਗ ਗਿਆ। ਸਾਰੀ ਲੋਕੇਸ਼ਨ ਹੀ ਪਤਾ ਲੱਗ ਗਈ। ਅਤੇ ਕੁਛ ਦਿਨ ਤਾਂ ਮੇਰੇ ਇਹੀ ਨਿਕਲ ਗਏ ਵੀ ਘੋਲੋ ਕਰਦੇ ਵੀ ਸ਼ਾਇਦ ਕੋਈ ਉੱਦਾਂ ਕੋਈ ਸੁਪਨਾ ਮੈਂ ਮੰਨਿਆ ਜਾਂ ਉੱਦਾਂ ਕੋਈ ਗੱਲਬਾਤ ਹੋਣੀ ਹੈ, ਮੈਂ ਛੱਡ ਪਰੇ। ਵੀ ਇੱਕ ਦਿਨ ਕੋਈ ਜ਼ਿਆਦਾ ਹੀ ਮੇਰੇ ਦਿਮਾਗ ਦੇ ਵਿੱਚ ਰੜਕਣ ਲੱਗ ਪਈਆਂ ਗੱਲਾਂ, ਅਤੇ ਮੈਨੂੰ ਰਤੋਵਾਲ ਪਿੰਡ ਦਾ ਨਾਮ ਵੀ ਮੇਰੇ ਦਿਮਾਗ ਦੇ ਵਿੱਚ ਫਿਰਨ ਲੱਗ ਪਿਆ ਵੀ ਪਤਾ ਨਹੀਂ ਰਤੋਵਾਲ ਉੱਦਾਂ ਹੀ ਮੂੰਹ ਦੇ ਵਿੱਚ ਚੜ੍ਹ ਗਿਆ ਮੇਰੇ। ਕਿਸੇ ਨੂੰ ਉੱਥੇ ਮੈਂ ਪਿੰਡ ਦੇ ਵਿੱਚ ਹੀ ਪੁੱਛ ਲਿਆ ਕਿ ਰਤੋਵਾਲ ਪਿੰਡ ਕਿੱਥੇ ਆ ਇੱਥੇ, ਵੀ ਮੈਂ ਸ਼ਾਇਦ ਸੁਣਿਆ ਕਿ ਪੰਜਾਬ 'ਚ ਹੋਊਗਾ ਕਿ ਨਹੀਂ ਹੋਊਗਾ। ਉਹਨਾਂ ਨੇ ਮੈਨੂੰ ਦੱਸਿਆ ਕਿ ਮੁੱਲਾਂਪੁਰ ਦੇ ਕੋਲੇ ਸੁਧਾਰ ਦੇ ਕੋਲੇ ਪਿੰਡ ਰਤੋਵਾਲ ਆ, ਵੀ ਜ਼ਿਲ੍ਹਾ ਲੁਧਿਆਣਾ ਪੈਂਦਾ ਵਾ, ਅਤੇ ਇੱਥੋਂ ਘੱਟੋ ਘੱਟ ਵੀ ਅੱਧੇ ਘੰਟੇ ਦਾ ਰਿਹਾ ਹੋਊਗਾ ਜੇ ਤੂੰ ਜਾਏਗਾ। ਮੈਂ ਕਿਹਾ ਚਲੋ ਠੀਕ ਹੈ। ਉਸ ਤੋਂ ਪੁੱਛਣ ਤੋਂ ਬਾਅਦ 2-3 ਦਿਨਾਂ ਬਾਅਦ ਹੀ ਮੈਂ ਉੱਥੋਂ ਬੱਸ ਫੜ ਕੇ ਇੱਥੋਂ ਮੁੱਲਾਂਪੁਰ ਗਿਆ। ਮੁੱਲਾਂਪੁਰ ਤੋਂ ਮੈਂ ਗਿਆ ਸੁਧਾਰ, ਉੱਥੋਂ ਮੈਂ ਲਿਫਟ ਲੈ ਗਿਆ ਰਤੋਵਾਲ ਪਿੰਡ ਦੇ ਵਿੱਚ। ਜਿਵੇਂ ਮੈਂ ਰਤੋਵਾਲ ਪਿੰਡ ਦੇ ਵਿੱਚ ਗਿਆ ਅਤੇ ਉੱਥੋਂ ਉਤਰਨ ਸਾਰ ਹੀ ਮੈਨੂੰ ਪਤਾ ਲੱਗ ਗਿਆ ਵੀ ਜਿਵੇਂ ਮੈਂ ਲਿਫਟ ਉੱਤੇ ਵੀ ਇੱਥੇ ਮੈਂ ਰਹਿੰਦਾ ਹੁੰਦਾ ਸੀਗਾ। ਉਹ ਅੱਡਾ ਜਿੱਥੇ ਉਹ ਦੁਕਾਨ ਸੀਗੀ, ਪਤਾ ਨਹੀਂ ਕਾਹਦੀ ਸੀ, ਉਹ ਵੀ ਪਤਾ ਲੱਗ ਗਈ। ਉਹਨਾਂ ਨੂੰ ਮੈਂ ਪੁੱਛਿਆ ਵੀ ਇੱਥੇ ਗੁਰੂ ਘਰ ਕਿੱਥੇ ਆ। ਮੈਨੂੰ ਪਤਾ ਸੀ ਵੀ ਸਾਡੇ ਵੀ ਗਲੀ ਹੈਗੀ ਆ, ਗਲੀ ਦੇ ਕੋਲ ਹੀ ਗੁਰੂ ਘਰ ਹੈਗਾ ਵਾ। ਗਲੀ ਦੇ ਵਿੱਚੋਂ ਹੀ ਇੱਕ ਛੋਟੀ ਗਲੀ ਮੁੜਦੀ ਹੈ ਜਿੱਥੇ ਸਾਡਾ ਘਰ ਹੈਗਾ ਵਾ। ਅਤੇ ਉਸ ਦਾ ਵੀ ਪਤਾ ਪੁੱਛਿਆ ਅਤੇ ਉਹਨਾਂ ਨੇ ਮੈਨੂੰ ਦੱਸਤਾ ਵੀ ਇੱਦਾਂ ਕਰਕੇ ਵੀ ਜਾਣਾ ਵਾ, ਵੀ ਇੱਦਾਂ ਕਰਕੇ ਵੀ ਉੱਥੇ ਇੱਕ ਗੁਰੂ ਘਰ ਹੈਗਾ ਵਾ, ਵੀ ਪਿੰਡ ਦਾ ਮੇਨ ਗੁਰਦੁਆਰਾ ਉਹੀ ਹੈਗਾ ਵਾ। ਉਸ ਤੋਂ ਬਾਅਦ ਜਦੋਂ ਮੈਂ ਗਲੀ ਵਿੱਚ ਜਾਈ ਜਾਂਦਾ ਵਾ ਅਤੇ ਦੇਖਿਆ ਇੱਕ ਨਿੱਕੀ ਗਲੀ ਮੁੜਦੀ ਪਈ ਹੈ, ਉਹ ਗਲੀ ਮੈਂ ਪਛਾਣ ਲਈ। ਮੈਨੂੰ ਪਤਾ ਲੱਗਿਆ ਵੀ ਉਹ ਸਕੂਲ ਸਾਹਮਣੇ ਸੀਗਾ, ਵੀ ਉੱਥੇ ਮੈਂ ਪੜ੍ਹ ਕੇ ਆਉਂਦਾ ਹੁੰਦਾ ਸੀਗਾ। ਇਹ ਗੁਰਦੁਆਰਾ ਵਾ, ਆਹ ਵੱਡੀ ਗਲੀ ਆ, ਅਤੇ ਆਹ ਗਲੀ ਛੋਟੀ ਐ ਨੂੰ ਮੁੜਦੀ ਆ। ਉਹ ਗਲੀ ਮੈਂ ਸਿੱਧਾ ਹੀ ਮਤਲਬ ਕਿ ਉੱਧਰ ਨੂੰ ਮੁੜ ਗਿਆ। ਜਦੋਂ ਗਲੀ ਮੁੜਿਆ ਅਤੇ ਗਲੀ ਦੇ ਮੁੜਨ ਸਾਰ ਹੀ ਮੈਨੂੰ ਪਤਾ ਲੱਗ ਗਿਆ ਕਿ ਇੱਥੇ ਵੀ ਮੇਰਾ ਘਰ ਸਾਹਮਣੇ ਹੀ ਹੈਗਾ ਵਾ। ਜਿਵੇਂ ਕਿ ਮੰਨ ਲਓ ਕਿ ਹੁਣ ਮੈਂ ਜਾ ਰਿਹਾ ਵਾਂ ਅਤੇ ਉਹ ਵੀ ਮੈਨੂੰ ਪਤਾ ਲੱਗ ਰਿਹਾ ਵੀ ਇੱਧਰ ਇੱਕ ਘਰ ਹੈਗਾ ਵਾ
ਤੇ ਇੱਕ ਬੇਰੀ ਹੈਗੀ ਉੱਤੇ, ਉਹਨਾਂ ਦੇ ਘਰ ਦੇ ਵਿੱਚ ਬੇਰੀ ਹੁੰਦੀ ਸੀ, ਉਹ ਵੀ ਘਰ ਵੀ ਪਛਾਣ ਲਿਆ। ਅੱਗੇ ਵੀ ਗਿਆ, ਸਾਡੇ ਜਿੱਥੇ ਮੈਂ ਘਰ 'ਚ ਰਹਿੰਦਾ ਹੁੰਦਾ ਸੀ ਉਹ ਘਰ ਮਤਲਬ ਕਿ ਬੰਦ ਸੀਗਾ, ਵੀ ਇੱਕ ਦਰਵਾਜ਼ਾ ਲੱਗਾ ਹੋਇਆ ਸੀਗਾ, ਤੇ ਸਾਹਮਣੇ ਇੱਕ ਘਰ ਗੁਆਂਢੀਆਂ ਦਾ ਘਰ ਸੀਗਾ, ਉਹਨਾਂ ਨੂੰ ਮੈਂ ਦਰਵਾਜ਼ਾ ਖੜਕਾ ਕੇ ਪੁੱਛਿਆ ਤੇ ਉਹ ਬਾਹਰ ਆਏ। ਉਹਨਾਂ ਨੇ ਮੈਨੂੰ ਪਹਿਲਾਂ ਪਛਾਣਿਆ ਨਹੀਂ, ਤੇ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਇੱਦਾਂ ਕਰਕੇ 20 ਸਾਲ ਪਹਿਲਾਂ ਵੀ ਅਜੀਤ ਸਿੰਘ ਜੀ ਨੇ ਮੈਨੂੰ ਗੋਦ ਲਿੱਤਾ ਸੀਗਾ। ਪਤਾ ਨਹੀਂ ਕਿੱਥੋਂ ਲਿੱਤਾ ਸੀ, ਮੈਨੂੰ ਕੋਈ ਇਸ ਦਾ ਵੀ ਕੋਈ ਗਿਆਨ ਨਹੀਂ। ਮਤਲਬ ਜਿਹੜੇ ਤੁਸੀਂ ਪਿੰਡ ਪਹੁੰਚੇ ਸੀ, ਉਹ ਉਸ ਪਿੰਡ ਪਹੁੰਚੇ ਸੀ ਕਿ ਤੁਹਾਡੇ ਮਾਤਾ ਪਿਤਾ ਨੇ ਜਿਨ੍ਹਾਂ ਨੂੰ ਗੋਦ ਦਿੱਤਾ ਸੀ ਤੁਹਾਨੂੰ? ਹਾਂ, ਮੇਰੇ ਮਾਤਾ ਪਿਤਾ ਨੇ ਜਿਨ੍ਹਾਂ ਨੂੰ ਗੋਦ ਦਿੱਤਾ ਸੀਗਾ, ਮੈਂ ਉਹਨਾਂ ਦੇ ਪਿੰਡ ਗਿਆ ਸੀ। ਹਾਲਾਂਕਿ ਮੇਰਾ ਅਸਲੀ ਜਿਹੜੇ ਮਾਤਾ ਪਿਤਾ ਨੇ ਉਹ ਤਾਂ ਮੈਨੂੰ ਹਜੇ ਤੱਕ ਵੀ ਨਹੀਂ ਪਤਾ ਕਿੱਥੇ ਨੇ। ਅੱਛਾ। ਤੇ ਰਤੋਵਾਲ ਪਿੰਡ ਦੇ ਵਿੱਚ ਮੈਂ ਚਲੇ ਗਿਆ। ਉਸ ਤੋਂ ਬਾਅਦ ਉੱਥੇ ਗਵਾਂਢੀਆਂ ਦਰਵਾਜ਼ਾ ਖੜਕਾਇਆ, ਉਹ ਬਾਹਰ ਆਏ। ਉਹਨਾਂ ਨੂੰ ਮੈਂ ਦੱਸਿਆ ਵੀ ਇੱਦਾਂ ਕਰਕੇ 20 ਸਾਲ ਪਹਿਲਾਂ ਮੈਨੂੰ ਅਜੀਤ ਸਿੰਘ ਜੀ ਨੇ ਗੋਦ ਲਿੱਤਾ ਸੀਗਾ ਤੇ ਮੈਂ ਉਹੀ ਮੁੰਡਾ ਵਾਂ। ਤੇ ਫਿਰ ਉਹਨਾਂ ਨੇ ਮੈਨੂੰ ਪਛਾਣ ਵੀ ਲਿਆ। ਫਿਰ ਉਹਨਾਂ ਨੇ ਮੈਨੂੰ ਉੱਥੇ ਦੱਸ ਦਿੱਤਾ ਵੀ ਕਹਿੰਦੇ ਅਜੀਤ ਸਿੰਘ ਜੀ ਦੀ ਡੈਥ ਹੋ ਚੁੱਕੀ ਹੈ ਅੱਜ ਤੋਂ 8 ਸਾਲ ਵੀ ਪਹਿਲਾਂ, ਵੀ 8 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ। ਠੀਕ ਹੈ। ਉਹ ਇੱਥੇ ਹੈ ਨਹੀਂ ਗਏ। ਤੇ ਉਹਨਾਂ ਦੇ ਦੂਜੇ ਜਿਹੜੇ ਧਰਮ ਪਤਨੀ ਨੇ ਪ੍ਰਕਾਸ਼ ਕੌਰ ਜੀ, ਉਹ ਹੈਗੇ ਨੇ। ਅੱਛਾ ਜੀ। ਉਸ ਮਕਾਨ ਦੇ ਵਿੱਚ ਰਹਿੰਦੇ ਨੇ। ਹਾਲਾਂਕਿ ਜਿਸ ਮਕਾਨ ਦੇ ਵਿੱਚ ਮੈਂ ਰਹਿੰਦਾ ਸੀਗਾ, ਉਹ ਤਾਂ ਕੋਈ ਬੰਦੇ ਨੇ ਬਾਹਰ ਅਮਰੀਕਾ ਵਾਲੇ, ਉਹਨਾਂ ਨੇ ਅਜੀਤ ਸਿੰਘ ਜੀ ਨੂੰ ਸੌਂਪਿਆ ਹੋਇਆ ਸੀ ਮਕਾਨ, ਉਹ ਸਾਂਭ ਸੰਭਾਲ ਵਾਸਤੇ। ਜਿਹੜਾ ਅਜੀਤ ਸਿੰਘ ਜੀ ਦਾ ਆਪਣਾ ਪਰਸਨਲ ਮਕਾਨ ਹੈ ਉਹ ਸਾਈਡ ਤੇ ਸੀਗਾ। ਅੱਛਾ ਜੀ। ਮਤਲਬ ਕਿ ਤੁਹਾਡੇ ਦਿਮਾਗ 'ਚ ਉਹੀ ਮਕਾਨ ਸੀ ਜਿੱਥੇ ਤੁਸੀਂ ਰਹਿੰਦੇ? ਮੇਰੇ ਦਿਮਾਗ ਵਿੱਚ ਉਹੀ। ਕਿਉਂਕਿ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਮਾਤਾ ਪਿਤਾ ਨੇ ਜਨਮ ਦਿੱਤਾ ਉਹਨਾਂ ਬਾਰੇ ਤਾਂ ਨਹੀਂ ਪਤਾ ਸੀ, ਕਿਉਂਕਿ ਹੋ ਸਕਦਾ ਉਦੋਂ ਇੰਨੀ ਨਿੱਕੀ ਉਮਰ ਸੀਗੀ ਕਿ ਨਹੀਂ ਯਾਦ ਉਹਨਾਂ ਮਾਤਾ ਪਿਤਾ ਦਾ ਜਨਮ ਦੇਣ ਵਾਲਿਆਂ ਬਾਰੇ। ਪਰ ਜਿਨ੍ਹਾਂ ਮਾਤਾ ਪਿਤਾ ਨੇ ਗੋਦ ਲਿਆ ਸੀ ਉੱਥੇ 3-4 ਸਾਲ ਜਿੰਨਾ ਵੀ ਸਮਾਂ ਗੁਜ਼ਾਰਿਆ, ਉਹ ਸਮਾਂ ਤੁਹਾਡੇ ਦਿਮਾਗ ਦੇ ਵਿੱਚ ਘੁੰਮਦਾ ਰਿਹਾ, ਜਿਸ ਕਰਕੇ ਤੁਸੀਂ ਉਹ ਪਿੰਡ ਦੇ ਵਿੱਚ ਪਹੁੰਚੇ। ਫਿਰ ਅੱਗੇ ਉਸ ਤੋਂ ਅੱਗੇ ਕੀ ਹੋਇਆ ਜੀ? ਫਿਰ ਉਸ ਤੋਂ ਅੱਗੇ ਜਦੋਂ ਉਹਨਾਂ ਨੂੰ ਸਾਰੀ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਅੰਦਰ ਬਿਠਾ ਲਿਆ ਘਰ ਦੇ ਅੰਦਰ। ਫਿਰ ਉਹਨਾਂ ਨੇ ਚਲੋ ਅਫਸੋਸ ਜਤਾਇਆ ਕਾਫੀ, ਵੀ ਪਛਾਣ ਵੀ ਲਿਆ, ਵੀ ਕਾਫੀ ਚਾਹ ਪਾਣੀ ਪਿਆਇਆ। ਫਿਰ ਹੋਰ ਆਂਢੀਆਂ ਗੁਆਂਢੀਆਂ ਨੂੰ ਫੋਨ ਕੀਤਾ, ਵੀ ਉਹਨਾਂ ਨੇ ਦੱਸਿਆ ਵੀ ਇਹ ਮੁੰਡਾ ਆਇਆ ਵਾ, ਵੀ ਅਜੀਤ ਸਿੰਘ ਨੇ ਜਿਹੜਾ ਗੋਲ ਲਿੱਤਾ ਸੀਗਾ 20 ਸਾਲ ਪਹਿਲਾਂ। ਫਿਰ ਉਹ ਮੈਨੂੰ ਹੋਰ ਉਹ ਗਵਾਂਢੀ ਜਿਹੜੇ ਸਾਹਮਣੇ ਜਿੱਥੇ ਸਾਡਾ ਘਰ ਸੀਗਾ, ਉਹ ਸਾਹਮਣੇ ਘਰ ਵਾਲੇ ਗਵਾਂਢੀ ਤੇ ਦੂਜੇ ਹੋਰ ਗਵਾਂਢੀਆਂ ਦੇ ਘਰੇ ਲੈ ਗਏ। ਉਹਨਾਂ ਦੇ ਘਰੇ ਵੀ ਬੈਠੇ ਰਹੇ। ਉਹਨਾਂ ਦੇ ਵੀ ਬੀਬੀਆਂ ਸੀਗੀਆਂ, ਉਹਨਾਂ ਨੇ ਕਾਫੀ ਮਤਲਬ ਕਿ ਉਹਨਾਂ ਦੱਸਿਆ ਵੀ ਹਾਂ। ਫਿਰ ਉਹਨਾਂ ਨੇ ਮੈਨੂੰ ਕਿਹੜੇ ਸੰਨ ਦੇ ਵਿੱਚੋਂ ਮੈਂ ਆਇਆ ਸੀ ਇਸ ਪਿੰਡ ਦੇ ਵਿੱਚ, ਕਿਹੜੇ ਸੰਨ ਦੇ ਵਿੱਚ ਚਲੇ ਗਿਆ ਸੀ, ਉਹ ਸਾਰੇ ਉਹਨਾਂ ਨੇ ਦੱਸੇ। ਉਹਨਾਂ ਨੇ ਮੈਨੂੰ ਦੱਸਿਆ ਵੀ 2000 ਸੰਨ ਦੇ ਵਿੱਚ ਤੁਸੀਂ ਗਏ ਸੀ ਇੱਥੋਂ। ਅੱਛਾ। ਅਜੀਤ ਸਿੰਘ ਦੇ ਜਿਹੜੇ ਧਰਮ ਪਤਨੀ ਸੀਗੇ ਉਹਨਾਂ ਦਾ ਨਾਮ ਸੀ ਗੁਰਮੀਤ ਕੌਰ। ਠੀਕ ਹੈ। ਗੁਰਮੀਤ ਕੌਰ ਉਹਨਾਂ ਦਾ ਨਾਮ ਸੀਗਾ। 8-9 ਸਾਲ ਹੋ ਗਏ ਸੀ ਉਹਨਾਂ ਨੂੰ ਸ਼ਾਦੀ ਹੋਈ ਨੂੰ। ਅਜੀਤ ਸਿੰਘ ਜੀ ਨਾਲ ਬੱਚਾ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਇੱਕ ਬੱਚਾ ਗੋਦ ਲੈਣ ਦਾ ਫੈਸਲਾ ਕੀਤਾ, ਜਾਣੀ ਕਿ ਮੈਨੂੰ ਗੋਦ ਲਿਆ ਉਹਨਾਂ ਨੇ। 98 ਦੇ ਵਿੱਚ ਪਤਾ ਨਹੀਂ 97 'ਚ ਪ੍ਰਮਾਤਮਾ ਜਾਣਦਾ, ਉਹਨਾਂ ਨੇ ਗੋਦ ਮੈਨੂੰ ਲਿਆ। ਤੇ ਉੱਥੇ ਸਰਕਾਰੀ ਸਕੂਲ ਵੀ ਹੈਗਾ ਵਾ, ਤੇ ਉੱਥੇ ਮੈਂ ਪੜ੍ਹਾਈ ਵੀ ਕੀਤੀ ਹੈ। ਠੀਕ ਹੈ। ਦੂਸਰੀ ਕਲਾਸ ਮੈਨੂੰ ਹੁਣ ਉੱਥੇ ਸਾਰਾ ਕੁਝ ਯਾਦ ਆ ਗਿਆ ਜਾ ਕੇ, ਵੀ ਦੂਸਰੀ ਜਮਾਤ ਦੇ ਵਿੱਚੋਂ ਮੈਂ ਪਾਸ ਹੋਇਆ ਸੀਗਾ। ਠੀਕ ਹੈ। ਰਿਕਾਰਡ ਕਢਾਉਣ ਦੀ ਮੈਂ ਕੋਸ਼ਿਸ਼ ਕੀਤੀ ਸੀਗੀ ਸਕੂਲ ਦੇ ਵਿੱਚ, ਪਰ ਰਿਕਾਰਡ ਨਹੀਂ ਨਿਕਲਿਆ। ਅੱਛਾ। ਵੀ ਉੱਥੇ ਰਿਕਾਰਡ ਸਕੂਲ ਦੇ ਵਿੱਚ ਰਿਕਾਰਡ ਹਾਲਾਂਕਿ ਸਾਰੇ ਹੁੰਦੇ ਆ ਵੀ ਕਿੱਥੋਂ ਬੱਚਾ ਗੋਦ ਲਿਆ, ਉਹਨਾਂ ਦੇ ਵੀ ਹੁੰਦਾ ਵਾ। ਤੇ ਮੈਂ ਰਿਕਾਰਡ ਤਾਂ ਕਢਾਇਆ ਸੀ ਵੀ ਜਦ ਆਹ ਰਿਕਾਰਡ ਇੱਧਰ ਨਿਕਲ ਗਿਆ, ਪਿਛਲਾ ਵੀ ਨਿਕਲ ਜੂਗਾ। ਹਾਲਾਂਕਿ ਉੱਥੋਂ ਨਿਕਲੇ ਹੀ ਨਹੀਂ। ਮੈਂ ਬਹੁਤ ਵੀ 1990 ਲੈ ਕੇ 2000 ਸੰਨ ਤੱਕ 11-12 ਸਾਲ ਦਾ ਵੇਰਵਾ ਕਢਾ ਲਿਆ। ਕੀ ਕਿਹਾ ਉਹਨਾਂ ਨੇ ਰਿਕਾਰਡ ਕੱਢਣ ਨੂੰ ਸਕੂਲ ਵਾਲਿਆਂ ਨੇ? ਸਕੂਲ ਵਾਲਿਆਂ ਨੇ ਕੋਸ਼ਿਸ਼ ਕੀਤੀ, ਰਜਿਸਟਰ ਉਹਨਾਂ ਨੇ ਖੋਲ੍ਹਿਆ, ਤੇ ਜਿਵੇਂ ਮੈਂ ਦੱਸਿਆ ਉਹਨਾਂ ਨੇ ਕੋਸ਼ਿਸ਼ ਆਪਣੇ ਵੱਲੋਂ ਕੀਤੀ, ਪਰ ਰਿਕਾਰਡ ਲੱਭਿਆ ਹੀ ਨਹੀਂ। ਅੱਛਾ। ਹੈ ਹੀ ਨਹੀਂ ਉੱਥੇ। ਚੌਂਕੀਦਾਰ ਕੋਲ ਵੀ ਗਿਆ ਸੀਗਾ, ਜਿਹੜੇ ਪਿੰਡ ਦੇ ਚੌਂਕੀਦਾਰ ਸਾਹਿਬ ਹੁੰਦੇ ਨੇ ਉਸ ਟਾਈਮ ਤੇ ਉਹਨਾਂ ਕੋਲ ਵੀ ਗਿਆ ਸੀ। ਉਹਨਾਂ ਦੇ ਬੇਟੇ ਸੀਗੇ, ਉਹ ਤਾਂ ਪਿੰਡਾਂ 'ਚ ਚੌਂਕੀਦਾਰ ਕੋਲ ਰਿਕਾਰਡ ਹੁੰਦਾ। ਹਾਂ, ਉਹਨਾਂ ਦੇ ਬੇਟੇ ਸੀਗੇ, ਉਹਨਾਂ ਨਾਲ ਮੇਰੀ ਗੱਲਬਾਤ ਹੋਈ। ਉਹ ਆਪ ਤਾਂ ਚੌਂਕੀਦਾਰ ਵਿਚਾਰੇ ਬਹੁਤ ਜ਼ਿਆਦਾ ਬਜ਼ੁਰਗ ਸੀਗੇ, ਤੇ ਉਹਨਾਂ ਦੇ ਬੇਟੇ ਨਾਲ ਮੇਰੀ ਗੱਲ ਹੋਈ ਸੀ। ਉਹਨਾਂ ਨੇ ਵੀ ਰਿਕਾਰਡ ਕਢਾਇਆ, ਵੀ ਬਹੁਤ ਦੇਖਿਆ, ਕਾਫੀ ਫੈਲਾ ਫੁੱਲਾਂ ਚੈੱਕ ਕੀਤੀਆਂ, ਪਤਾ ਨਹੀਂ ਲੱਗਾ ਕੁਛ। ਚਲੋ ਉਦੋਂ ਮੈਂ ਹੋ ਆ ਕੇ ਆ ਗਿਆ। ਤੇ ਉਹਨਾਂ ਦੇ ਜਿਹੜੇ ਦੂਜੇ ਵੀ ਘਰ ਵਾਲੀ ਸੀਗੇ, ਹੁਣ ਮਤਲਬ ਕਿ ਘਰੋਂ ਸੀਗੇ ਪ੍ਰਕਾਸ਼ ਕੌਰ ਜੀ। ਮਤਲਬ ਜਿਨ੍ਹਾਂ ਨੇ ਤੁਹਾਨੂੰ ਗੋਦ ਲਿਆ ਸੀ ਅਜੀਤ ਸਿੰਘ ਨੇ, ਉਹਨਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ? ਉਹਨਾਂ ਨੇ ਸਾਡੇ ਉੱਥੋਂ ਜਦੋਂ ਗੁਰਮੀਤ ਕੌਰ ਮੈਨੂੰ ਅਜੀਤ ਸਿੰਘ ਦੇ ਕੋਲੋਂ ਲੈ ਕੇ ਚਲੇ ਗਈ ਸੀ। ਮਤਲਬ ਜਿਹੜੇ ਗੁਰਮੀਤ ਸਿੰਘ ਦੇ ਉਸ ਵੇਲੇ ਪਤਨੀ ਸੀ, ਉਹ ਤੁਹਾਨੂੰ ਲੈ ਕੇ ਚਲ ਗਏ ਸੀ? ਉਹ ਮੈਨੂੰ ਲੈ ਕੇ ਚਲ ਗਏ ਸੀ ਉੱਥੋਂ। ਅੱਛਾ ਜੀ। ਉਹ ਕਿਉਂ ਲੈ ਕੇ ਚਲ ਗਏ ਸੀ? ਉਹਦੇ ਪਿੱਛੇ ਕੀ ਕਾਰਨ ਸੀ? ਕੁਝ ਪਤਾ ਲੱਗਿਆ? ਉਹਦਾ ਕਾਰਨ ਮੈਨੂੰ ਪਤਾ ਲੱਗਾ। ਉਹਦੇ ਕਾਰਨ ਵਿੱਚ ਇਹ ਸੀਗਾ ਵੀ ਆਪਸੀ ਵਿੱਚ ਕੋਈ ਲੜਾਈ ਝਗੜਾ ਮਤਲਬ ਕਿ ਹੋ ਗਿਆ ਸੀਗਾ ਦੋਵਾਂ, ਅਜੀਤ ਸਿੰਘ ਦਾ ਤੇ ਉਹਨਾਂ ਦੀ ਪਤਨੀ ਦਾ। ਹਾਂ, ਉਹਨਾਂ ਦੇ ਪਤਨੀ ਦਾ। ਤੇ ਉਹਨਾਂ ਨੇ ਅਜੀਤ ਸਿੰਘ ਢਾਡੀ ਰਾਗੀ ਸੀਗੇ। ਅੱਛਾ ਜੀ। ਅੰਮ੍ਰਿਤਧਾਰੀ ਸਿੰਘ ਸੀਗੇ। ਉਹ ਕਿਤੇ ਪ੍ਰੋਗਰਾਮ ਲਾਉਣ ਗਏ ਹੋਏ ਸੀ, ਦੀਵਾਨ ਲਾਉਣ। ਉਹਨਾਂ ਨੇ ਗੁਰਜੀਤ ਕੌਰ ਨੇ ਇਹਨਾਂ ਨੇ ਫੋਨ ਕੀਤਾ ਵੀ ਮੈਂ ਆਪਣੀ ਜ਼ਿੰਦਗੀ ਦਾ ਸੋਚ ਲਿਆ, ਤੂੰ ਆਪਣੀ ਜ਼ਿੰਦਗੀ ਦਾ ਸੋਚ ਲੈ। ਅੱਛਾ। ਇਹ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਗਵਾਂਢੀਆਂ ਨੇ, ਇਹ ਮੈਨੂੰ ਨਹੀਂ ਸੀ ਪਤਾ ਇਹ ਗੱਲਾਂ ਦਾ। ਜਦੋਂ ਮੈਂ ਉਹਨਾਂ ਕੋਲ ਗਿਆ ਵੀ ਇਹ ਸਾਰਾ ਵਾਪਰਾ ਐਵੇਂ ਵਾਪਰਿਆ ਸੀਗਾ, ਮੈਨੂੰ ਕੁਝ ਨਹੀਂ ਸੀ ਪਤਾ ਇਹਦੇ ਬਾਰੇ।
ਫੋਨ ਕੀਤਾ ਤੇ ਉਹਨਾਂ ਨੇ ਅੱਗੋਂ ਜਵਾਬ ਦੇ ਦਿੱਤਾ ਵੀ ਜੇ ਤੂੰ ਜਾਣਾ ਤੇ ਮੁੰਡਾ ਚੱਕ ਕੇ ਨਾਲ ਲੈ ਜਾ। ਹਾਲਾਂਕਿ ਦੋਵਾਂ ਹੀ ਸਹਿਮਤੀ ਨਾਲ ਬੱਚਾ ਲਿਆ ਸੀ ਗੋਦ। ਅੱਛਾ, ਮਤਲਬ ਤੁਹਾਡੇ ਬਾਰੇ ਕਿਹਾ ਵੀ ਤੁਸੀਂ ਬੱਚੇ ਨੂੰ ਨਾਲ ਲੈ ਜਾਓ ਜੇ ਹਾਂ ਜਾਣਾ ਹਾਂ, ਜੇ ਜਾਣਾ ਤੇ ਬੱਚੇ ਨੂੰ ਚੱਕ ਕੇ ਨਾਲ ਲੈ ਜਾ। ਤੇ ਉਹ ਮੈਨੂੰ ਨਾਲ ਲਿਆ ਚੱਕ ਕੇ ਉੱਥੋਂ ਨਾਲ ਲਿਆ। ਤੇ ਉਹਨਾਂ ਦੀ ਪਹਿਲਾਂ ਸ਼ਾਦੀ ਹੋਈ ਸੀ। ਪਹਿਲਾਂ ਉਹਨੇ 2 ਮੁੰਡੇ ਸੀ, ਮਿੰਟੂ ਤੇ ਸਾਧੂ। ਅੱਛਾ ਜੀ। ਪਹਿਲੇ ਘਰ ਵਾਲੇ ਦਾ ਨਾਮ ਹੈ ਦਿਲਬਾਗ ਸਿੰਘ। ਅੱਛਾ, ਮਤਲਬ ਅਜੀਤ ਸਿੰਘ ਦੀ ਜਿਹੜੀ ਪਤਨੀ ਸੀ, ਧਰਮ ਪਤਨੀ ਸੀ, ਜਿਨ੍ਹਾਂ ਨੇ ਤੁਹਾਨੂੰ ਗੋਦ ਲਿਆ ਸੀ, ਉਹਨਾਂ ਦਾ ਵੀ ਪਹਿਲਾਂ ਵਿਆਹ ਹੋਇਆ ਸੀਗਾ? ਉਹਨਾਂ ਦਾ ਵੀ ਪਹਿਲਾਂ ਵਿਆਹ ਹੋਇਆ ਸੀ। ਅੱਛਾ ਜੀ। ਉਹਨਾਂ ਦਾ ਦਿਲਬਾਗ ਸਿੰਘ ਨਾਂ ਸੀ ਪਹਿਲਾਂ ਉਹਨਾਂ ਦੇ ਜਿਹੜੇ ਘਰ ਵਾਲੇ ਦਾ। ਤੇ 2 ਮੁੰਡੇ ਉਹਨਾਂ ਦੇ ਮਿੰਟੂ ਤੇ ਸਾਧੂ ਅੱਜ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਰਹਿੰਦੇ ਆ। ਇੱਥੇ ਨਿਰਮਲ ਸਿਨੇਮਾ ਹੈਗਾ ਵਾ ਤੇ ਉਹਦੇ ਲਾਗੇ ਛਾਗੇ ਕਿਤੇ ਰਹਿੰਦੇ ਆ। ਤੇ ਪਤਾ ਲੱਗਾ ਸੀ ਉਹ ਟਿੱਬਾ ਰੋਡ ਤੇ ਵੀ ਰਹਿੰਦੇ ਰਹੇ ਆ। ਅੱਛਾ ਜੀ। ਤੇ ਚਲੋ ਉੱਥੇ ਪਿੰਡ ਦੇ ਵਿੱਚ ਵੀ ਉਹਨਾਂ ਦੇ ਗੁਆਂਢੀਆਂ ਨਾਲ ਗੱਲਬਾਤ ਮੇਰੀ ਹੁੰਦੀ ਰਹੀ। ਤੇ ਉਹਨਾਂ ਨੇ ਮੈਨੂੰ ਪ੍ਰਕਾਸ਼ ਕੌਰ ਦਾ ਨੰਬਰ ਦਿੱਤਾ, ਫ਼ੋਨ ਨੰਬਰ। ਉਹਨਾਂ ਦੀ ਫ਼ੋਨ ਰਿਕਾਰਡਿੰਗਾਂ ਮੇਰੇ ਅੱਜ ਵੀ ਮੇਰੇ ਕੋਲੇ ਆ ਮੋਬਾਈਲ ਦੇ ਵਿੱਚ। ਅੱਛਾ ਜੀ। ਉਹਨਾਂ ਨਾਲ ਪਹਿਲਾਂ ਤਾਂ ਉਹਨਾਂ ਨੇ ਮੇਰੇ ਨਾਲ ਬਹੁਤ ਵਧੀਆ ਗੱਲ ਕੀਤੀ, ਮੈਨੂੰ ਪੁੱਤ ਕਹੀ ਗੱਲ ਕੀਤੀ, ਰਿਕਾਰਡਿੰਗਾਂ ਸਾਰੀਆਂ ਹੈਗੀਆਂ ਮੇਰੇ ਕੋਲ। ਫਿਰ ਇੱਕ ਦਿਨ ਉਹਨਾਂ ਨੇ ਪਤਾ ਨਹੀਂ, ਚਲੋ ਮੈਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ। ਦੇਖੋ ਮੈਂ ਤਾਂ ਪਹਿਲਾਂ ਉਹਨਾਂ ਨਾਲ ਗੱਲ ਕਰਤੀ ਸੀ, ਭਾਈ ਮੈਂ ਕੋਈ ਪ੍ਰਾਪਰਟੀ ਮਾਰ ਕੇ ਵੀ ਨਹੀਂ, ਵੀ ਮੈਨੂੰ ਕੋਈ ਪੰਚਾਇਤ ਬਿਠਾ ਲਓ, ਮੈਂ ਸਾਈਨ ਕਰ ਦਿੰਦਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰਦੁਆਰਾ ਸਾਹਿਬ ਚੱਲ ਜਾਓ। ਮੈਨੂੰ ਕਿਸੇ ਪ੍ਰਾਪਰਟੀ ਦਾ ਲੈਣਾ ਦੇਣਾ ਨਹੀਂ, ਮੈਨੂੰ ਕਿਸੇ ਤੋਂ 1 ਰੁਪਿਆ ਲੈਣਾ ਦੇਣਾ ਨਹੀਂ। ਹੱਥ ਜੋੜ ਕੇ ਬੇਨਤੀ ਹੈ, ਅਜੀਤ ਸਿੰਘ ਨੇ ਜਿੱਥੇ ਮੈਨੂੰ ਗੋਦ ਲਿੱਤਾ ਸੀ, ਮੈਨੂੰ ਉਹਨਾਂ ਦਾ ਐਡਰੈਸ ਦੱਸ ਦਿਓ, ਮੇਰੇ ਮਾਂ ਪਿਓ ਕਿੱਥੇ ਹੈਗੇ ਆ। ਵੀ ਸਿਰਫ ਮਕਸਦ ਆਪਣੇ ਜਨਮ ਦਿਨ ਵਾਲੇ ਮਾਤਾ ਪਿਤਾ ਲੱਭਣਾਗਾ, ਕੋਈ ਪ੍ਰਾਪਰਟੀ ਦਾ ਲਾਲਚ ਨਹੀਂ। ਮੈਨੂੰ ਕਿਸੇ ਦੀ ਪ੍ਰਾਪਰਟੀ ਤੋਂ ਕੋਈ ਲੈਣਾ ਦੇਣਾ ਨਹੀਂ, ਨਾ ਉੱਥੋਂ ਪ੍ਰਤੋਵਾਲ ਪਿੰਡ ਤੋਂ, ਨਾ ਪ੍ਰਕਾਸ਼ ਕੌਰ ਤੋਂ, ਨਾ ਉਹਨਾਂ ਦੇ ਪਹਿਲੇ ਘਰ ਵਾਲੇ ਤੋਂ, ਨਾ ਮਿੰਟੂ ਤੋਂ, ਨਾ ਸਾਧੂ ਤੋਂ, ਕਿਸੇ ਤੋਂ ਕੋਈ ਪੈਸੇ ਦੀ ਮੈਨੂੰ ਕੋਈ ਲੈਣ ਦੇਣ ਨਹੀਂ। ਪ੍ਰਕਾਸ਼ ਕੌਰ ਨੇ ਕੀ ਗੱਲਬਾਤ ਹੋਈ? ਮੈਂ ਤਾਂ ਇਸ ਆਧਾਰ ਤੇ ਉਹਨਾਂ ਤੋਂ ਪੁੱਛਿਆ ਸੀ ਵੀ ਇਨਸਾਨੀ, ਚਲੋ ਉਹਨਾਂ ਦਾ ਕੇਸ ਦੇ ਵਿੱਚ ਤਾਂ ਕੋਈ ਲੈਣਾ ਦੇਣਾ ਨਹੀਂਗਾ, ਉਹ ਤਾਂ ਬਾਅਦ ਚੋਂ ਆਏ ਨੇ। ਇਨਸਾਨੀ ਚਲ ਮੈਂ ਕਿਹਾ ਅਜੀਤ ਸਿੰਘ ਦੇ ਫਿਰ ਸ਼ਾਇਦ ਬੰਦਾ ਗੱਲ ਕਰਦਾ ਹੀ ਹੈ ਵੀ ਆਪਣੀ, ਉਹਨਾਂ ਨੂੰ ਦੱਸਿਆ ਵੀ ਅਸੀਂ ਬੱਚਾ ਲਿਆ ਸੀ, ਕਿੱਥੋਂ ਲਿਆ ਸੀ। ਗੱਲ ਤਾਂ ਉਹਨਾਂ ਨੇ ਸਾਰੀ ਕੀਤੀ ਸੀ ਅਜੀਤ ਸਿੰਘ ਨੇ ਉਹਨਾਂ ਨਾਲ ਵੀ ਬੱਚਾ ਇਹ ਅੱਛਾ ਕੀਤੀ ਹੋਈ ਸੀ, ਕੀਤੀ ਹੋਈ ਸੀ ਉਹਨਾਂ ਨੇ। ਪਰ ਉਹਨਾਂ ਨੇ ਸਾਫ਼ ਮੈਨੂੰ ਕਹਿ ਦਿੱਤਾ ਵੀ ਮੈਨੂੰ ਪਤਾ ਨਹੀਂ ਤੈਨੂੰ ਕਿੱਥੋਂ ਲਿਆ ਸੀ। ਲੁਧਿਆਣੇ ਸ਼ਹਿਰ ਦੇ ਵਿੱਚੋਂ ਲਿਆ ਸੀ। ਲੁਧਿਆਣਾ ਸ਼ਹਿਰ ਬਹੁਤ ਵੱਡਾ ਵਾ, ਉਹ ਕਿਹੜਾ ਨਗਰ ਆ, ਕਿਹੜਾ ਮਹੱਲਾ ਵਾ, ਕਿਹੜੀ ਬਸਤੀ ਆ, ਹੁਣ ਉਹਦਾ ਕੋਈ ਅਤਾ ਪਤਾ ਨਹੀਂ। ਚਲੋ ਜੀ, ਉਹਨਾਂ ਨੇ ਮੈਨੂੰ ਨਹੀਂ ਦੱਸਿਆ। ਪਹਿਲਾਂ ਤਾਂ ਕਾਫੀ ਰਿਕਾਰਡਿੰਗਾਂ ਮੇਰੇ ਹੈਗੇ, ਬਹੁਤ ਪਿਆਰ ਨਾਲ ਸਾਡੀ ਗੱਲਬਾਤ ਹੁੰਦੀ ਰਹੀ। ਇੱਕ ਦਿਨ ਚਲੋ ਉਹਨਾਂ ਦੀ ਗਲਤੀ ਮੈਂ ਨਹੀਂ ਕਹਿੰਦਾ, ਮੈਂ ਆਪਣੀ ਹੀ ਗਲਤੀ ਕਹਿੰਦਾ। ਚਲੋ ਮੈਨੂੰ ਇਹਨਾਂ ਨਾਲ ਇੱਦਾਂ ਗੱਲ ਨਹੀਂ ਸੀ ਕਰਨੀ ਚਾਹੀਦੀ। ਮੈਂ ਇੱਕ ਦਿਨ ਕੀ ਹੈ, ਗਰਮੀ ਥੋੜ੍ਹੀ ਜ਼ਿਆਦਾ ਸੀ, ਮੈਂ ਤਾਂ ਰਤੋਵਾਲ ਪਿੰਡ ਤੋਂ ਗਿਆ ਤੇ ਮੈਂ ਉਹਨਾਂ ਨਾਲ ਗੱਲਬਾਤ ਫ਼ੋਨ 'ਤੇ, ਜਦੋਂ ਮੈਂ ਉਹਨਾਂ ਫੋਨ ਲਾਇਆ ਤਾਂ ਉਦੋਂ ਉਹ ਵੀ ਥੋੜ੍ਹੇ ਗਰਮ ਹੋ ਗਏ ਤੇ ਮੈਂ ਵੀ ਗਰਮ ਹੋ ਗਿਆ। ਤੇ ਮੈਂ ਵੀ ਸਾਡੇ ਦੋਵਾਂ ਦੇ ਵਿੱਚ ਮਤਲਬ ਕਿ ਆਪਸੀ ਵਿੱਚ ਵਿਚਾਰ ਭਿੜ ਗਏ, ਫੋਨ ਦੇ ਵਿੱਚ ਹੀ ਭਿੜ ਗਏ। ਤੇ ਚਲੋ ਉਹਨਾਂ ਨੇ ਮੈਨੂੰ ਥੋੜ੍ਹਾ ਬਹੁਤ ਮਾੜਾ ਚੰਗਾ ਕਹਿ ਤਾ, ਤੇ ਮੈਂ ਵੀ ਅੱਗੋਂ ਮਤਲਬ ਕਿ ਅਜੀਤ ਸਿੰਘ ਨੂੰ ਲੈ ਕੇ ਉਹਨਾਂ ਨੂੰ ਨਹੀਂ ਕਿਹਾ, ਮੈਂ ਅਜੀਤ ਸਿੰਘ ਨੂੰ ਕਿਹਾ। ਮੈਂ ਕਿਹਾ ਵੀ ਉਹ ਇੱਦਾਂ ਕਰਕੇ ਵੀ ਮੇਰੀ ਉਹਨੂੰ ਪੈਰਵਾਈ ਨਹੀਂ ਉਹਨੇ ਕੀਤੀ, ਵੀ ਉਹ ਇੱਦਾਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਰੁੱਝ ਗਿਆ, ਫਲਾਨਾ ਕਰਕੇ ਵੀ ਮੈਨੂੰ ਰੋਲਤਾ ਇੱਦਾਂ ਕਰਕੇ ਵੀ ਥੋੜ੍ਹੀ ਚਲੋ ਗੱਲਬਾਤ ਹੋ ਗਈ। ਚਲੋ ਉਹਨਾਂ ਨੇ ਵੀ ਅੱਗੋਂ, ਮੈਂ ਵੀ ਕਰ ਜੋ ਤੂੰ ਬਾਅਦ ਸਾਡੀ ਗੱਲਬਾਤ ਨਹੀਂ ਹੋਈ ਅਤੇ ਇੱਥੇ ਹੀ ਸਮਾਪਤੀ ਹੋ ਗਈ। ਅਤੇ ਫਿਰ ਮੈਨੂੰ ਹੌਲੀ ਹੌਲੀ ਫਿਰ ਇੱਧਰਲਾ ਲੁਧਿਆਣੇ ਦਾ ਜਿਹੜਾ, ਜਿੱਥੋਂ ਮੈਨੂੰ ਗੁਰਮੀਤ ਕੌਰ ਉੱਥੋਂ ਲੈ ਕੇ ਆਪਣਾ ਰਤੋਵਾਲ ਤੋਂ ਲੁਧਿਆਣੇ ਜਿੱਥੇ ਲੈ ਕੇ ਆਈ ਸੀ। ਮਤਲਬ ਜਦੋਂ ਆਪਣੇ ਪਤੀ ਅਜੀਤ ਸਿੰਘ ਦੇ ਨਾਲ ਲੜਾਈ ਹੋਣ ਤੋਂ ਬਾਅਦ, ਜਦੋਂ ਉਹਨਾਂ ਨੇ ਕਹਿਤਾ ਸੀ ਮੁੰਡੇ ਨੂੰ ਲੈ ਕੇ ਚਲਿਆ ਜਾ, ਹੈ ਨਾ, ਚਲੀ ਜਾ, ਫਿਰ ਉਹ ਤੋਂ ਬਾਅਦ 'ਚ ਜਿੱਥੇ ਆਏ ਸੀ, ਉਸ ਤੋਂ ਬਾਅਦ ਜਿੱਥੇ ਆਏ ਸੀਗੇ ਉਹ ਇੱਥੇ ਕੀ ਨਾਂ ਦਾ ਨਿਰਮਲ ਸਿਨੇਮੇ ਦੇ ਕੋਲ ਬਸਤੀ ਹੈਗੀ ਹੈ, ਉਹਦਾ ਤਾਂ ਮੈਂ ਨਾਂ ਨਹੀਂ ਜਾਣਦਾ, ਉੱਦਾਂ ਮੈਂ ਜਾ ਕੇ ਆਇਆ ਉੱਥੇ, ਮੈਨੂੰ ਉਹ ਵੀ ਯਾਦ ਆ ਗਿਆ। ਲੁਧਿਆਣੇ ਮੈਂ ਆਉਣ ਜਾਣ ਲੱਗ ਪਿਆ, ਮੈਂ ਲੁਧਿਆਣੇ ਆਉਣੀ ਜਾਣੀ ਵਧਾਤੀ। ਮੈਨੂੰ ਆ ਨਹਿਰ ਨੋਡ ਦੀਆਂ ਲੋਕੇਸ਼ਨਾਂ ਸਾਰੀਆਂ ਯਾਦ ਆ ਗਈਆਂ, ਗਿੱਲ ਰੋਡ ਦਾ ਸਾਰਾ ਵੀ। ਇੱਥੋਂ ਹੀ ਮੈਨੂੰ ਇੱਕ ਦਿਨ ਵੀ ਜਿੱਥੇ ਅਰੋੜਾ ਪੈਲਸ ਹੈਗਾ ਵਾ, ਇੱਥੇ ਇੱਕ ਦਿਨ ਮੈਂ ਆਇਆ। ਫਿਰ ਇੱਥੋਂ ਮੈਂ ਇੱਕ ਦਿਨ ਵੀ ਇੱਧਰ ਮੱਗਰ ਦੀ ਚੱਕੀ ਹੈਗੀ ਆ, ਜਿੱਥੇ ਬੈਂਸ ਸਾਹਿਬ ਦਾ ਦਫ਼ਤਰ ਹੈ। ਉਸ ਤੋਂ ਬਾਅਦ ਫਿਰ ਅੱਗੇ ਉੱਥੋਂ ਮੈਂ ਉਹ ਹੁੰਦਾ ਵੀ ਨਿਕਲਦਾ ਉੱਥੋਂ ਮੈਨੂੰ ਥੋੜ੍ਹਾ ਗਲੀਆਂ ਸਭ ਯਾਦ ਆ ਗਈਆਂ ਹੌਲੀ ਹੌਲੀ, ਵੀ ਪਤਾ ਨਹੀਂ ਕਿਵੇਂ ਯਾਦ ਆਈਆਂ। ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ, ਵੀ ਹੁਣ ਕੋਈ ਯਕੀਨ ਕਰੇ ਨਾ ਕਰੇ, ਵੀ ਉਹਦੀ ਕਿਰਪਾ ਸਦਕੇ ਹੀ ਸਭ ਕੁਝ ਹੋਇਆ ਵਾ। ਅਤੇ ਉੱਥੇ ਮੈਂ ਚਲੇ ਗਿਆ। ਮੈਨੂੰ ਇੰਨਾ ਯਾਦ ਸੀਗਾ ਵੀ ਜਿਹੜੇ ਦਿਲਬਾਗ ਸਿੰਘ ਸੀ ਨਾ, ਵੀ ਇਹਨਾਂ ਦਾ ਪਹਿਲਾ ਘਰ ਵਾਲਾ, ਵੀ ਇਹਨਾਂ ਦੇ ਮਿੰਟੂ ਸਾਧੂ 2 ਬੇਟੇ ਸੀ ਉਹਨਾਂ ਦੇ, ਵੀ 2 ਪਿਓ ਪੁੱਤ ਟੈਂਪੂ ਚਲਾਉਂਦੇ ਸੀਗੇ, ਮਿੰਟੂ ਅਤੇ ਦਿਲਬਾਗ ਸਿੰਘ ਜੀ। ਜਿਹੜਾ ਛੋਟਾ ਮੁੰਡਾ ਸੀ ਸਾਧੂ, ਉਹ ਪੜ੍ਹਦਾ ਸੀਗਾ। ਇੰਨਾ ਮੈਨੂੰ ਯਾਦ ਸੀਗਾ। ਅਤੇ ਉੱਥੇ ਨਿਰਮਲ ਸਿਨੇਮੇ ਦੇ ਬਾਹਰ ਇੱਕ ਚਾਹ ਵਾਲੇ ਅੰਕਲ ਬਹਿੰਦੇ ਆ, ਵੀ ਉਹਨਾਂ ਕੋਲ ਅਸੀਂ ਚਾਹ ਵੀ ਪੀਂਦੇ ਰਹੇ ਹਾਂ। ਵੀ ਮੈਂ ਮਿੰਟੂ ਦੇ ਨਾਲ ਆਟੋ 'ਤੇ ਬਹਿ ਕੇ ਵੀ ਗੇੜੇ ਗੂੜੇ ਲਾਉਂਦੇ ਰਹੇ ਅਸੀਂ, ਮੈਂ ਨਾਲ ਉਹਦੇ ਬੈਠਾ ਰਹਿੰਦਾ ਸੀ, ਮੈਨੂੰ ਨਾਲ ਰੱਖਦਾ ਰਿਹਾ ਉਹ। ਮਿੰਟੂ ਉਸ ਟਾਈਮ 'ਤੇ ਮੇਰਾ ਖਿਆਲ 18-19 ਸਾਲ ਦਾ ਸੀਗਾ, ਆਟੋ ਚਲਾਉਂਦਾ ਸੀ। ਅੱਜ ਮਿੰਟੂ ਦੀ ਉਮਰ ਮੇਰਾ ਖਿਆਲ 40 ਦੇ ਲਗਭਗ ਹੋਣੀ ਹੈ। ਉਸ ਅੰਕਲ ਨੂੰ ਮੈਂ ਪਛਾਣ ਲਿਆ ਜਾ ਕੇ, ਉਹ ਚਾਹ ਵਾਲੇ ਅੰਕਲ ਨੂੰ, ਉਹ ਜਿਹੜੇ ਸਿਨੇਮੇ ਦੇ ਬਾਹਰ ਜਿੱਥੇ ਮਿੰਟੂ ਦੇ ਦਿਲਬਾਗ ਸਿੰਘ ਖੜ੍ਹਦੇ ਹੁੰਦੇ ਸੀਗੇ ਆਟੋ ਲੈ ਕੇ। ਉਹਨਾਂ ਨੂੰ ਮੈਂ ਜਾ ਕੇ ਪਹਿਲੀ ਗੱਲ ਤਾਂ ਮੈਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ, ਫਿਰ ਉਹਨਾਂ ਨੇ ਪਛਾਣਿਆ ਨਹੀਂ, ਦੱਸਿਆ ਉਹਨਾਂ ਨੂੰ ਸਾਰੀ ਗੱਲ। ਮੈਂ ਕਿਹਾ ਜੀ ਮੈਂ ਇੱਦਾਂ ਕਰਕੇ ਵੀ ਮਿੰਟੂ ਨੂੰ ਤੁਸੀਂ ਜਾਣਦੇ ਹੋ, ਮਿੰਟੂ ਸਾਧੂ ਵੀ ਉਹਨਾਂ ਦੇ ਪਿਤਾ ਜੀ ਹੁੰਦੇ ਸੀਗੇ,
ਤੇ ਆਟੋ ਚਲਾਉਂਦੇ ਹੁੰਦੇ ਸੀ ਇੱਥੇ 3 ਪਿਓ ਪੁੱਤ ਸੀਗੇ। ਇੱਕ ਪੜ੍ਹਦਾ ਸੀ ਮੁੰਡਾ, 2 ਪਿਓ ਪੁੱਤ ਚਲਾਉਂਦੇ ਹੁੰਦੇ ਸੀਗੇ। ਉਹਨਾਂ ਨੇ ਯਾਦ ਕੀਤਾ, ਕਹਿੰਦੇ ਹਾਂ ਸੀਗੇ। ਤੇ ਮੈਂ ਕਿਹਾ ਉਹਨਾਂ ਦਾ ਇੱਕ ਮੁੰਡਾ ਹੁੰਦਾ ਸੀ ਇੱਦਾਂ ਕਰਕੇ ਵੀ ਉਹ ਮੈਂ ਆ। ਉਹ ਕਹਿੰਦੇ ਵੀ ਮੈਂ ਤਾਂ ਤੈਨੂੰ ਕਦੀ ਦੇਖਿਆ ਨਹੀਂ। ਉਹਨਾਂ ਨੇ ਕਿਹਾ ਵੀ ਪਹਿਲੇ ਪਛਾਣਿਆ ਨਹੀਂ ਮੈਨੂੰ, ਬਹੁਤ ਟਾਈਮ ਹੋ ਗਿਆ। ਉਹ ਹੈਗੇ ਜ਼ਰੂਰ। ਮੈਂ ਕਿਹਾ ਤੁਸੀਂ ਮੈਨੂੰ ਉਹਨਾਂ ਦਾ ਪਤਾ ਦੱਸ ਦਿਓ ਵੀ ਉਹ ਕਿੱਥੇ ਉਹਨਾਂ ਦੀ ਰਿਹਾਇਸ਼ ਇਸ ਟਾਈਮ। ਉਹ ਕਹਿੰਦੇ ਵੀ ਉਹਨਾਂ ਦੀ ਡੈਡੀ ਦੀ ਡੈਥ ਹੋ ਗਈ ਸੀ, ਉਹ ਵੀ ਅੱਜ ਤੋਂ 7-8 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ। ਅੱਛਾ ਮਿੰਟੂ ਹੈਗਾ ਵਾ, ਅੱਛਾ ਉਹਦਾ ਛੋਟਾ ਭਰਾ ਵੀ ਹੈਗਾ ਸਾਧੂ। ਮਿੰਟੂ ਵੀ ਕਾਫੀ ਟਾਈਮ ਹੋ ਗਿਆ ਵੀ ਮੇਰੇ ਕੋਲ ਤਾਂ ਨਹੀਂ ਆਇਆ, ਵੀ ਸੁਣਨ ਦੇ ਵਿੱਚ ਆਇਆ ਵੀ ਅੱਗੇ ਜਾ ਕੇ ਮਿੰਟੂ ਦੀ ਭੂਆ ਰਹਿੰਦੀ ਹੈ। ਅੱਛਾ ਅੱਗੇ ਥੋੜ੍ਹਾ ਜਿਹਾ ਅੱਗੇ ਜਾਏਗਾ ਨਾ, ਮੈਨੂੰ ਕਹਿੰਦਾ ਵੀ ਅੱਧਾ ਕਿਲੋਮੀਟਰ ਵੀ ਇੱਥੇ ਇੱਕ ਗਲੀ ਛੱਡ ਕੇ ਦੂਜੀ ਗਲੀ ਮੁੜੂਗੀ। ਉਹ ਜਦੋਂ ਮੁੜਨ ਸਾਰੀ ਇੱਕ ਬਿਲਡਿੰਗ ਦੀ ਦੁਕਾਨ ਹੋਊਗੀ, ਬਿਲਡਿੰਗ ਦੇ ਨਾਲ ਦੁਕਾਨ ਦੇ ਪਰਲੇ ਪਾਸੇ ਹੀ ਭੂਆ ਦਾ ਘਰ ਆ। ਜਿਹੜੀਆਂ ਬਿਲਡਿੰਗ ਦੀਆਂ ਦੁਕਾਨਾਂ ਹੈਗੀਆਂ ਉਹ ਵੀ ਸਾਰੀ ਉਹਨਾਂ ਦੀ ਭੂਆ ਦੀ ਹੀ ਹੈ। ਠੀਕ ਹੈ। ਮਕਾਨ ਉਹਨਾਂ ਆਪਣਾ ਵਾ, ਕਾਫੀ ਮਤਲਬ ਕਿ ਠੀਕ ਠਾਕ ਬੰਦੇ ਆ ਉਹ ਵੀ। ਉਹ ਸਖੀ ਉਹਦੀ ਭੂਆ ਵਾ ਮਿੰਟੂ ਦੀ। ਮੈਨੂੰ ਲੋਕ ਜਾਣੇ ਕਿ ਉਹਨਾਂ ਦੀ ਭੈਣ, ਮਿੰਟੂ ਦੀ ਡੈਡੀ ਦੀ ਭੈਣ। ਉੱਥੋਂ ਮੈਨੂੰ ਸਾਰੇ ਹੀ ਯਾਦ ਆ ਗਿਆ। ਉੱਥੋਂ ਹੀ ਮੈਂ ਉੱਥੇ ਹੀ ਮਤਲਬ ਕਿ ਇੱਥੋਂ ਜਿਹੜਾ ਵੀ ਸ਼ੁਰੂ ਹੋਈ ਸੀ ਕਹਾਣੀ, ਉੱਥੋਂ ਹੀ ਉਸ ਬਿਲਡਿੰਗ ਦੀ ਦੁਕਾਨ ਦੇ ਕੋਲੋਂ ਹੀ ਜਿਵੇਂ ਮੈਂ ਗਿਆ ਉਹ ਮੁੜਿਆ, ਉਹ ਬਿਲਡਿੰਗ ਦਾ ਸਾਹਮਣੇ ਮੈਂ ਪਛਾਣ ਲਿਆ। ਠੀਕ ਹੈ। ਉਹਨਾਂ ਨੂੰ ਮੈਂ ਜਾ ਕੇ ਮਿਲਿਆ, ਉਹਨਾਂ ਨੇ ਮੈਨੂੰ ਪਛਾਣਿਆ ਨਹੀਂ। ਮੈਂ ਦੱਸਤਾ, ਮੈਂ ਕਿਹਾ ਇੱਦਾਂ ਕਰਕੇ 20 ਸਾਲ ਪਹਿਲਾਂ ਮੈਨੂੰ ਇੱਦਾਂ ਕਰਕੇ ਵੀ ਦਿਲਬਾਗ ਸਿੰਘ ਜੀ ਹੁੰਦੇ ਸੀਗੇ, ਉਹਨਾਂ ਦੇ 2 ਮੁੰਡੇ ਸੀ ਮਿੰਟੂ ਦੇ ਸਾਧੂ, ਵੀ ਤੀਜਾ ਭਰਾ ਮੈਂ ਸੀ ਉਹਨਾਂ ਦਾ। ਮੈਨੂੰ ਉਹਨਾਂ ਦੀ ਮੰਮੀ ਨੇ ਗੋਲ ਲਿੱਤਾ ਸੀ ਮੈਨੂੰ ਵੀ ਇੱਦਾਂ ਕਰਕੇ ਮੈਂ ਦੁਕਾਨ 'ਤੇ ਇੱਥੇ ਸਾਹਮਣੇ ਸਪੇਅਰ ਪਾਰਟ ਦੀ ਦੁਕਾਨ ਹੈਗੀ ਹੈ ਵੀ ਮੈਂ ਸਪੇਅਰ ਪਾਰਟ ਦੀ ਦੁਕਾਨ 'ਤੇ ਕਿਰਾਏ 'ਤੇ ਲਈ ਵੀ ਸੀ ਵੀ ਟੈਂਪੂ ਦਾ ਜਿਹੜਾ ਸਮਾਨ ਨਹੀਂ ਹੁੰਦਾ ਸਪੇਅਰ ਪਾਰਟ ਦਾ ਆ ਵਗੈਰਾ ਜੋ ਵੀ ਹੈ। ਅਤੇ ਉਹ ਉੱਥੇ ਮੈਨੂੰ ਬਿਠਾ ਦਿੰਦੇ ਸੀ ਉਹ ਸਮਾਨ ਉੱਥੇ ਵੀ ਵੇਚਣਾ ਬੁਚਣਾ। ਉਹ ਕਹਿੰਦਾ ਵੀ ਮੈਨੂੰ ਥੋੜ੍ਹਾ ਯਾਦ ਆ ਵੀ ਜ਼ਿਆਦਾ ਤਾਂ ਮੈਨੂੰ ਯਾਦ ਨਹੀਂ ਹੈਗਾ, ਪਰ ਖਿਆਲ ਨਹੀਂ, ਟਾਈਮ ਬਹੁਤ ਹੋ ਗਿਆ। ਪਰ ਮੈਂ ਕਿਹਾ ਚਲੋ ਕੋਈ ਨਹੀਂ, ਮੈਨੂੰ ਮਿੰਟੂ ਦਾ ਦੱਸ ਦਿਓ ਮਿੰਟੂ ਕਿੱਥੇ ਆ। ਉਹ ਕਹਿੰਦੇ ਮਿੰਟੂ ਤਾਂ ਇੱਥੇ ਆ ਜਾਊਗਾ, ਵੀ ਇੱਥੇ ਫਿਰਦੇ ਰਹਿੰਦਾ ਵਾ। ਅੱਛਾ। ਮੈਂ ਕਿਹਾ ਚਲੋ ਠੀਕ ਆ। ਮੈਂ ਉਹਨਾਂ ਨੂੰ ਨੰਬਰ ਲਿਖਾਤਾ। ਕਹਿੰਦੇ ਵੀ ਇਹਦੇ ਨਾ ਵੀ ਦੁਕਾਨਾਂ ਦੇ ਪਿਛਲੇ ਪਾਸੇ ਘਰ ਆ ਉਹਨਾਂ ਦੀ ਭੂਆ ਦਾ। ਅੱਛਾ। ਤੁਸੀਂ ਉਹਨਾਂ ਨੂੰ ਮਿਲ ਲਓ ਜਾ ਕੇ। ਪਹਿਲਾਂ ਤਾਂ ਵੀ ਜਾ ਕੇ ਮੈਂ ਦਰਵਾਜ਼ਾ ਖੜਕਾਇਆ, ਫਿਰ ਉਹਨਾਂ ਨੇ ਵੀ ਉਹਨਾਂ ਨੂੰ ਬਾਹਰ ਆਏ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਦਾਂ ਕਰਕੇ ਵੀ 20 ਸਾਲ ਪਹਿਲਾਂ ਵੀ ਤੁਹਾਡੇ ਭਰਾ ਨੇ ਮੈਨੂੰ ਵੀ ਹੁੰਦੇ ਸੀ ਮਿੰਟੂ ਦੇ ਡੈਡੀ ਨੇ ਗੋਲ ਦਿੱਤਾ ਸੀਗਾ। ਅਤੇ ਮਿੰਟੂ ਅਤੇ ਸਾਧੂ ਵੀ ਮਤਲਬ ਕਿ ਭਰਾ ਹੀ ਲਾ ਲਓ, ਮੇਰੇ ਭਰਾ ਹੀ ਨੇ। ਵੀ ਮੈਂ ਉਹਨਾਂ ਨੂੰ ਇੱਦਾਂ ਕਰਕੇ ਮਿਲਣ ਆਇਆ ਵਾਂ ਵੀ ਮੈਨੂੰ 20 ਸਾਲ ਬਾਅਦ ਯਾਦ ਆਇਆ ਸਾਰਾ ਕੁਛ। ਉਹ ਕਹਿੰਦੇ ਆ ਜਾਓ ਅੰਦਰ ਆ ਜਾਓ, ਵੀ ਬਿਠਾ ਲਿਆ। ਮਿੰਟੂ ਨੂੰ ਫੋਨ ਲਾਇਆ ਉਹਦੇ ਫੁੱਫੜ ਜੀ ਨੇ ਵੀ ਇੱਦਾਂ ਕਰਕੇ ਗੁਰਨੂਰ ਸਿੰਘ ਨਾਂ ਦਾ ਕੋਈ ਮੁੰਡਾ ਆਇਆ ਵਾ, 20 ਸਾਲ ਪਹਿਲਾਂ ਵੀ ਤੇਰੇ ਡੈਡੀ ਨੇ ਗੋਲ ਲਿੱਤਾ ਸੀਗਾ। ਉਹਨੂੰ ਵੀ ਪਤਾ ਨਹੀਂ ਕੋਈ ਆਇਆ ਜਾਂ ਜੂਦੇ ਜਾਂ ਨਹੀਂ, ਅਤੇ ਉਹ ਆ ਗਿਆ। ਅੱਛਾ। ਹੁਣ ਸਾਰੀ ਬਿਲਡਿੰਗ ਵਾਲੇ ਬੰਦੇ ਨਹੀਂ ਦੱਸਤਾ ਉਹਨੂੰ ਆਵਾਜ਼ ਮਾਰ ਕੇ ਵੀ ਜਦੋਂ ਟੈਂਪੂ ਨੇ ਖਿਲਾਰਿਆ ਬਾਹਰ ਸੜਕ 'ਤੇ ਵੀ ਇੱਦਾਂ ਕਰਕੇ ਮੁੰਡਾ ਕੋਈ ਆਇਆ ਅੰਦਰ। ਅਤੇ ਅੰਦਰ ਮੈਨੂੰ ਜਾਣ ਸਾਰੀ ਉਹਨੇ ਪਛਾਣ ਲਿਆ। ਚਲੋ ਗਲੇ ਕੋਲੇ ਮੇਰੇ ਮਿਲਿਆ, ਬਹਿ ਗਏ। ਮੈਂ ਬੈਠਾ ਸੀਗਾ, ਮਿੰਟੂ ਬੈਠਾ ਸੀਗਾ, ਮਿੰਟੂ ਦੀ ਭੂਆ ਜੀ ਬੈਠੇ ਸੀਗੇ, ਅਤੇ ਉਹਨਾਂ ਦੇ ਫੁੱਫੜ ਜੀ ਬੈਠੇ ਸੀਗੇ। ਇਹ 4 ਜਣੇ ਬੈਠੇ ਸੀਗੇ। ਚਲੋ ਮੈਨੂੰ ਉਹਨੇ ਪੁੱਛਿਆ ਵੀ ਇੱਦਾਂ ਕਰਕੇ ਕਿਵੇਂ ਚਲੇ ਗਏ ਸੀਗੇ। ਮੈਂ ਕਿਹਾ ਇਹ ਗੱਲ ਇਹ ਹੋਈ ਸੀਗੀ, ਜਦੋਂ ਮੈਨੂੰ ਇੱਥੇ ਸਪੇਅਰ ਪਾਰਟ ਦੀ ਦੁਕਾਨ 'ਤੇ ਬਿਠਾਇਆ ਜਾਂਦਾ ਸੀਗਾ, ਹੁਣ ਉਹ ਕਹਿਣ ਨੂੰ ਕੁਛ ਕਹੀ ਜਾਣਾ, ਮਿੰਟੂ ਕੁਛ ਹੋਰ ਕਹਿੰਦਾ ਵਾ। ਮਿੰਟੂ ਤੁਸੀਂ ਜਦ ਪੁੱਛੋਗੇ ਤਾਂ ਹੁਣ ਮੈਂ ਜਦੋਂ ਚਲੋ ਆਪਣਾ ਸੱਚਾਈ ਦੱਸਣੀ ਹੈ, ਉਹਨਾਂ ਨੇ ਆਪਣਾ ਦੱਸਣਾ ਵਾ, ਮੈਂ ਆਪਣਾ ਦੱਸਦਾ ਪਿਆ ਵਾਂ। ਅਤੇ ਮੈਂ ਕਿਹਾ ਵੀ ਤੁਹਾਡੀ ਡੈਡੀ ਜੇ ਵੀ ਤੁਹਾਡੀ ਮੰਮੀ ਮੈਨੂੰ ਲੈ ਗਏ ਸੀਗੇ ਇੱਥੋਂ, ਵੀ ਅਸੀਂ 3 ਜਣੇ ਗਏ ਸੀਗੇ। ਅੱਛਾ। ਅਤੇ ਕਿੱਥੇ ਲੈ ਗਏ ਸੀ ਮੈਨੂੰ ਤਾਂ ਚਲੋ ਪਤਾ ਨਹੀਂ ਸੀਗਾ। ਅਤੇ ਵੀ ਸਰਹੰਦ ਤੋਂ ਜਿਹੜੀ ਟ੍ਰੇਨ ਅਨੰਦਪੁਰ ਸਾਹਿਬ ਨੂੰ ਜਾਂਦੀ ਹੈ, ਉਸ ਟ੍ਰੇਨ ਦੇ ਵਿੱਚ ਮੈਨੂੰ ਸੁੱਤੇ ਪਏ ਛੱਡਤਾ ਸੀਗਾ ਤੁਹਾਡੇ ਡੈਡੀ ਨੇ ਅਤੇ ਤੁਹਾਡੀ ਮੰਮੀ ਨੇ। ਮਿੰਟੂ ਨੂੰ ਮੈਂ ਗੱਲ ਇੰਨੀ ਕਹੀ। ਉਹਨਾਂ ਦਾ ਕੀ ਕਹਿਣਾ ਸੀਗਾ? ਉਹ ਕਹਿੰਦੇ ਵੀ ਤੁਸੀਂ ਇੱਥੋਂ ਵੀ ਆਪਣੇ ਆਪ ਗਾਇਬ ਹੋ ਗਏ ਜਿਹੜੇ। ਅੱਛਾ। ਵੀ ਅਸੀਂ ਤਾਂ ਤੁਹਾਨੂੰ ਲੱਭਦੇ ਰਹੇ, ਅੱਛਾ, ਵੀ ਤੁਸੀਂ ਤਾਂ ਆਪਣੇ ਆਪ ਹੀ ਚਲੇ ਗਏ ਇੱਥੋਂ। ਮੈਂ ਕਹਿ ਰਿਹਾ ਵੀ ਮੈਨੂੰ ਉਹ ਲੈ ਕੇ ਗਏ ਆ, ਵੀ ਤੁਹਾਡੇ ਡੈਡੀ ਤੇ ਮੰਮੀ ਵੀ 3 ਜਣੇ ਗਏ ਆ, ਵੀ ਮੈਨੂੰ ਟ੍ਰੇਨ 'ਚ ਸੁੱਤੇ ਪਏ ਛੱਡ ਕੇ ਚਲੇ ਗਏ ਉੱਥੋਂ। ਵੀ ਉਦੋਂ ਬਾਅਦ ਤਾਂ ਟ੍ਰੇਨ 'ਚ ਸੁੱਤੇ ਪਏ ਜਦੋਂ ਉੱਠਿਆ ਉਦੋਂ ਮੈਨੂੰ ਪਿਛਲਾ ਕੁਛ ਵੀ ਯਾਦ ਨਹੀਂ ਸੀਗਾ। ਅੱਛਾ। ਦਿਮਾਗ ਬਿਲਕੁਲ ਐਂ ਸੁੰਨ ਹੋ ਗਿਆ ਸੀ ਮੇਰਾ, ਡਨ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਟ੍ਰੇਨ ਦੇ ਵਿੱਚ ਛੱਡ ਗਏ ਸੀਗੇ, ਜਦੋਂ ਟ੍ਰੇਨ ਦੇ ਵਿੱਚ ਤੁਹਾਨੂੰ ਛੱਡ ਕੇ ਗਏ ਤੁਸੀਂ ਸੁੱਤੇ ਪਏ ਸੀਗੇ ਉਸ ਟਾਈਮ? ਉਸ ਟਾਈਮ 'ਤੇ ਸੁੱਤਾ ਪਿਆ ਸੀ ਮੈਂ। ਜਦੋਂ ਤੁਹਾਨੂੰ ਯਾਦ ਆਈ ਉਹ ਤੋਂ ਬਾਅਦ 'ਚ ਕੀ ਹੋਇਆ ਸੀਗਾ, ਉਹ ਕੁਛ ਯਾਦ ਆ? ਜਦੋਂ ਮੈਨੂੰ ਜਾਗ ਆਈ ਅਤੇ ਹਨੇਰਾ ਕਾਫੀ ਸੀਗਾ, ਟ੍ਰੇਨ ਬਹੁਤ ਫਾਸਟ ਸੀਗੀ, ਵੀ ਅੱਗੇ 'ਚ ਵੀ ਜਦੋਂ ਮੈਂ ਉੱਠ ਕੇ ਦੇਖਿਆ ਵੀ ਆਲੇ ਦੁਆਲੇ ਕੋਈ ਪੈਸੇਂਜਰ ਵੀ ਹੈ ਨਹੀਂ ਸੀਗਾ, ਵੀ ਮਤਲਬ ਕਿ ਕੋਈ ਬੈਠਾ ਸਵਾਰੀ ਵੀ 4-5 ਮੁੰਡੇ ਬੈਠੇ ਸੀ ਡੱਬੇ ਦੇ ਵਿੱਚ। ਅੱਛਾ। ਥੋੜ੍ਹਾ ਜਿਹਾ 4-5 ਸੀਟਾਂ ਛੱਡ ਕੇ। ਅਤੇ ਮੈਂ ਉਸ ਟਾਈਮ 'ਤੇ ਬਹੁਤ ਘਬਰਾ ਗਿਆ ਸੀਗਾ ਅਤੇ ਰੋਂਦਾ ਵੀ ਪਿਆ ਸੀਗਾ। ਇਹ ਮੈਨੂੰ ਦੋਵੇਂ ਦਿਖਦੇ ਨਹੀਂ ਪਏ ਸੀਗੇ। ਅਤੇ ਜਦੋਂ ਬੱਚੇ ਨੂੰ ਜਦੋਂ ਮਾਂ ਪਿਓ ਨਹੀਂ ਦਿਖਦਾ ਪਿਆ ਆਪਣਾ, ਵੀ ਮਾਂ ਨਹੀਂ ਦਿਖਦੀ ਪਈ, ਅਤੇ ਉਹਨੂੰ ਰੋਣਾ ਹੀ ਹੈ। ਅਤੇ ਉਸ ਟਾਈਮ ਪੂਰੇ ਮਤਲਬ ਕਿ ਕੁਛ ਨਹੀਂ ਸਮਝ ਆ ਰਿਹਾ ਸੀ ਮੈਨੂੰ। ਅਤੇ 4-5 ਮੁੰਡੇ ਮਿਲ ਗਏ ਅਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ। ਉਹ ਮੈਨੂੰ ਪੁੱਛਦੇ ਤਾਂ ਪਏ ਸੀਗੇ ਵੀ ਕੌਣ ਹੈ, ਕਿੱਥੋਂ ਆਇਆ, ਕੀ ਗੱਲ ਹੋਈ, ਪਰ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆ ਰਿਹਾ ਸੀਗਾ। ਉਹਨਾਂ ਨੇ
ਉਹ ਜਾ ਰਹੇ ਸੀਗੇ ਅਨੰਦਪੁਰ ਸਾਹਿਬ ਅੱਛਾ ਜੀ। ਵੀ ਰਾਤ ਦੀ ਟ੍ਰੇਨ ਸੀਗੀ। ਉਹਨਾਂ ਨੇ ਮੈਨੂੰ ਆਪਣੇ ਕੋਲ ਰੱਖ ਲਿਆ। ਅੱਛਾ ਜੀ। ਅਨੰਦਪੁਰ ਸਾਹਿਬ ਵੀ ਨਾਲ ਲੈ ਗਏ। ਅੱਛਾ। ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਗਏ। ਅੱਛਾ। ਉੱਥੋਂ ਵਾਪਸ ਫਿਰ ਬਠਿੰਡੇ ਚਲੇ ਗਏ। ਮਤਲਬ ਉਹ ਬਠਿੰਡੇ ਦੇ ਰਹਿਣ ਵਾਲੇ ਸੀ ਜਿਹੜੇ 3-4 ਨੌਜਵਾਨਾਂ ਦੀ ਗੱਲ ਕਰ ਰਹੇ ਹੋ ਤੁਸੀਂ? ਉਹ ਬਠਿੰਡੇ ਰਹਿਣ ਵਾਲੇ ਸੀਗੇ। ਉਹਨਾਂ ਵਿੱਚੋਂ 2 ਭਰਾ ਸਕੇ ਸੀਗੇ, ਅੱਛਾ ਜੀ। ਜਿਹਦਾ ਨਾਂ ਇੱਕ ਦਾ ਨਾਂ ਰਾਜਵਿੰਦਰ ਸਿੰਘ ਹੈ ਤੇ ਇੱਕ ਦਾ ਨਾਂ ਕਾਕਾ ਵਾ, ਠੀਕ ਹੈ। ਤੇ 2 ਉਹਨਾਂ ਦੇ ਦੋਸਤ ਸੀਗੇ। ਤੇ ਫਿਰ ਉਹਨਾਂ ਕੋਲ ਕਿੰਨੇ ਦਿਨ ਰਹੇ ਤੁਸੀਂ? ਉਹਨਾਂ ਕੋਲੇ ਵੀ ਮੰਨ ਲਓ ਤੁਸੀਂ 8-9 ਸਾਲ ਦੇ ਕਰੀਬ 8-9 ਸਾਲ ਉਹਨਾਂ ਕੋਲੇ ਰਿਹਾ ਮੈਂ। ਮਤਲਬ ਕਿਹੜੇ ਸੰਨ ਤੱਕ ਉਹਨਾਂ ਦੇ ਕੋਲ ਰਹੇ ਹੋ? ਹੁਣ ਜਿਵੇਂ ਮੈਨੂੰ ਇਹਨਾਂ ਨੇ ਦੱਸਿਆ ਵੀ 2000 ਦੇ ਵਿੱਚ ਇੱਥੋਂ ਲੈ ਗਏ ਮੈਨੂੰ, ਵੀ ਉੱਧਰੋਂ ਵੀ ਤਕਰੀਬਨ ਹੁਣ 2007-8 ਤੱਕ ਜਾਂ 9 ਤੱਕ ਉੱਥੇ? ਹਾਂ ਤੇ ਮੈਂ 8 ਦੇ ਐਂਡ ਤੱਕ ਰਿਹਾ ਮੈਂ ਉਹਨਾਂ ਦੇ ਕੋਲੇ। ਚਲੋ ਇਹ ਤਾਂ ਗੱਲ ਫਿਰ ਇੱਥੇ ਉਹ ਜਿਨ੍ਹਾਂ ਦੀ ਤੁਸੀਂ ਮੱਕਰ ਸਿੰਘ ਦੀ ਗੱਲ ਕਰ ਰਹੇ ਹੋ ਉਹਨਾਂ ਦੀ ਗੱਲ ਝੂਠ ਪਾਈ ਜਾਂਦੀ ਹੈ, ਕਿਉਂਕਿ ਉਹਨਾਂ ਦਾ ਕਹਿਣਾ ਸੀ ਤੁਸੀਂ ਆਪਣੇ ਆਪ ਚਲੇ ਗਏ। ਤੁਹਾਡਾ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਜੋ ਮਾਤਾ ਪਿਤਾ ਜਿਨ੍ਹਾਂ ਨੇ ਗੋਦ ਲਿਆ ਸੀ ਤੁਹਾਨੂੰ, ਉਹ ਟ੍ਰੇਨ ਦੇ ਵਿੱਚ ਛੱਡ ਗਏ ਸੀਗੇ, ਜਿੱਥੋਂ ਕਿ ਤੁਸੀਂ ਉਸ ਬਠਿੰਡੇ ਵਾਲੀ ਫੈਮਿਲੀ ਦੇ ਕੋਲ ਚਲੇ ਗਏ। ਇੱਕ ਬੱਚਾ ਦਾ ਟ੍ਰੇਨ ਦੇ ਵਿੱਚ ਜਿਹਦੀ ਉਮਰ 2 ਸਾਲ ਜਾਂ 4 ਸਾਲ ਹੈ, ਉਹ ਆਪਣੇ ਆਪ ਤਾਂ ਟ੍ਰੇਨ ਦੇ ਵਿੱਚ ਜਾ ਨਹੀਂ ਸਕਦਾ, ਉਹਦੇ ਗੋਦਲੇ ਮਾਤਾ ਪਿਤਾ ਨੇ ਛੱਡਿਆ, ਜਿਸ ਤੋਂ ਬਾਅਦ ਇਹ ਉਸ ਬਠਿੰਡੇ ਵਾਲੀ ਫੈਮਿਲੀ ਦੇ ਕੋਲ ਚਲੇ ਜਾਂਦੇ ਨੇ, ਜਿੱਥੇ 8 ਤੋਂ 9 ਸਾਲ ਰਹਿੰਦੇ ਨੇ, ਯਾਨੀ ਕਿ 2008 ਜਾਂ 9 ਤੱਕ। ਫਿਰ 2008 ਜਾਂ 9 ਤੋਂ ਬਾਅਦ ਚ ਫਿਰ ਕਿੱਥੇ ਰਹੇ ਜੀ ਹੁਣ ਤੱਕ? ਜਿਹੜਾ ਮੁੰਡਾ ਮੈਨੂੰ ਆਪਣਾ ਟ੍ਰੇਨ ਦੇ ਵਿੱਚ ਲੈ ਗਿਆ ਸੀ, ਰਾਜਵਿੰਦਰ ਸਿੰਘ ਨਾਂ ਸੀ ਨਾ, ਇੱਕ ਉਹਦਾ ਭਰਾ ਸੀ ਕਾਕਾ, 2 ਦੋਸਤ ਸੀ ਉਹਦੇ, ਤੇ ਉਹ 2 ਭਰਾ ਮੈਨੂੰ ਲੈ ਗਏ ਸੀ ਘਰੇ। ਤੇ ਇੱਕ ਭਰਾ ਜਿਹੜਾ ਸੀਗਾ ਵੀ ਕਾਕਾ, ਉਹ ਤਾਂ ਕਿਤੇ ਪਤਾ ਨਹੀਂ ਕਿਸੇ ਜੱਟ ਜ਼ਿਮੀਂਦਾਰ ਕੋਲ ਕੰਮ ਕਰਦਾ ਸੀ। ਬਹੁਤ ਮਿਡਲ ਕਲਾਸ ਫੈਮਿਲੀ ਸੀਗੀ, ਮਤਲਬ ਕਿ ਬਹੁਤ ਜ਼ਿਆਦਾ, ਚਲੋ ਠੀਕ ਸੀ। ਤੇ ਮਤਲਬ ਕਿ ਜਿਹੜਾ ਉਹਨਾਂ ਦਾ ਪਿਤਾ ਜੀ ਸੀਗੇ ਉਹ ਰਕਸ਼ਾ ਚਲਾਉਂਦੇ ਹੁੰਦੇ ਸੀਗੇ। ਉਹਦਾ ਨਾਂ ਸੂਰਜਭਾਨ ਸਿੰਘ ਉਹਦਾ ਨਾਂ ਸੀਗਾ। ਮਕਾਨ ਉਹਨਾਂ ਦਾ ਆਪਣਾ ਸੀਗਾ। ਬਠਿੰਡੇ 3 ਨੰਬਰ 'ਚ ਹੀ ਲੈ ਗਈ ਹੈ। ਅੱਛਾ। ਥਰਮਲ ਕਲੋਨੀ ਹੈ। ਥਰਮਲ ਕਲੋਨੀ ਦੇ ਬੈਕ ਸਾਈਡ ਸੁੱਚਾ ਸਿੰਘ ਦੇ ਕੋਠੇ ਆ। ਸੁੱਚਾ ਸਿੰਘ ਦੇ ਕੋਠੇ ਦੇ ਵਿੱਚ ਉਹਨਾਂ ਦਾ ਮਤਲਬ ਕਿ ਉਸ ਬਸਤੀ ਦੇ ਵਿੱਚ ਉਹਨਾਂ ਦਾ ਘਰ ਆ। ਤੇ ਉੱਥੇ ਮੈਨੂੰ ਲੈ ਗਏ ਤੇ 4-5 ਸਾਲ ਵੀ ਮੇਰੇ ਤਾਂ ਇੱਦਾਂ ਹੀ ਬੀਤੇ। ਮਤਲਬ ਕਿ ਸਕੂਲ ਸਕਾਲ ਦਾ ਮੈਨੂੰ ਕਿਤੇ ਨਹੀਂ ਪਾਇਆ। ਘਰੇ ਰੋਟੀ ਪਾਣੀ ਖਾ ਲੈਣਾ, ਉਹਨਾਂ ਦੇ ਹੋਰ ਵੀ ਛੋਟੇ 1-2 ਜਵਾਕ ਸੀਗੇ, ਉਹਨਾਂ ਦੇ ਵਿੱਚ ਇੱਦਾਂ ਰਹੀ ਜਾਣਾ। ਤੇ ਇੱਕ ਦਿਨ ਉਹਨਾਂ ਦੇ 3-4 ਭਰਾਵਾਂ ਦੇ ਵਿੱਚ ਪਤਾ ਨਹੀਂ 4 ਭਰਾ ਸੀਗੇ, ਉਹ ਵੀ ਕੋਈ ਲੜਾਈ ਝਗੜਾ ਹੋਇਆ। ਲੜਾਈ ਝਗੜਾ ਹੋਣ ਦੀ ਵਜ੍ਹਾ ਨਾਲ ਉਹ ਆਪਣਾ ਘਰ ਛੱਡ ਕੇ ਚਲੇ ਗਿਆ। ਰਾਜਵਿੰਦਰ ਜਿਹਾ ਸੀਗਾ ਤੇ ਮੈਨੂੰ ਉੱਥੇ ਛੱਡ ਕੇ ਮੈਂ ਉੱਥੇ ਹੀ ਰਹਿਣ ਲੱਗ ਪਿਆ। ਅੱਛਾ। ਤੇ ਹੁਣ ਜਿਹੜਾ ਉਹ ਕੰਮ ਕਰਦੇ ਸੀਗੇ ਉਹੀ ਕੰਮ ਦੇ ਵਿੱਚ ਹੀ ਮੈਂ ਨਿੱਕੀ ਜਿਹੀ ਉਮਰ ਦੇ ਵਿੱਚ ਹੀ ਉਸੇ ਕੰਮ ਦੇ ਵਿੱਚ ਪੈ ਗਿਆ। ਉਹ ਚਲਾਉਂਦੇ ਸੀ ਰਕਸ਼ਾ। ਅੱਛਾ ਜੀ। ਤੇ ਰਕਸ਼ੇ ਚਲਾਉਣ ਲੱਗ ਪਿਆ ਮੈਂ। ਠੀਕ। ਵੀ ਘੱਟੋ ਘੱਟ ਵੀ 3 ਸਾਲ ਮੇਰੇ ਇੱਦਾਂ ਹੀ ਬੀਤੇ ਆ। 3-3.5 ਸਾਲ ਲਾ ਲਓ ਜਾਂ 4 ਕੀ, ਮੈਨੂੰ ਪ੍ਰੋਪਰ ਪੂਰਾ ਯਾਦ ਨਹੀਂ ਹੈਗਾ ਵੀ ਇੱਦਾਂ ਹੀ ਮੇਰੇ ਬੀਤ ਗਏ। ਤੇ ਇੱਕ ਦਿਨ ਉਹਨਾਂ ਨੇ ਮੈਨੂੰ ਵੀ ਕੱਢਤਾ ਘਰੋਂ। ਅੱਛਾ। ਮੈਨੂੰ ਵੀ ਕੱਢਤਾ। ਜਿਹੜਾ ਨੌਜਵਾਨ ਤੁਹਾਨੂੰ ਮੇਨ ਲੈ ਕੇ ਆਇਆ ਸੀ ਰਾਜਵਿੰਦਰ ਸਿੰਘ, ਉਹ ਚਲਿਆ ਗਿਆ ਘਰ ਤੋਂ ਲੜਾਈ ਕਰਕੇ, ਬਾਅਦ 'ਚ ਉਹਦੇ ਪਰਿਵਾਰ ਨੇ ਤੁਹਾਨੂੰ ਵੀ ਕੱਢਤਾ, ਕਿਉਂਕਿ ਸਮਝ ਸਕਦੇ ਹਾਂ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਆਇਆ ਹੋਵੇ ਕਿ ਮੁੰਡਾ ਵੱਡਾ ਹੋ ਰਿਹਾ, ਬਾਅਦ 'ਚ ਕਿਤੇ ਜਾਇਦਾਦ 'ਚ ਹਿੱਸਾ ਨਾ ਦੇਣਾ ਪਵੇ, ਜਾਂ ਫਿਰ ਜੇ ਮਤਲਬ ਅੱਗੇ ਕਾਰ ਵਿਹਾਰ ਇਹਦੇ ਵਿਆਹ ਸ਼ਾਦੀ ਦਾ ਵੀ ਕਰਨਾ ਪੈਣਾ, ਵੀ ਸਾਨੂੰ ਖਰਚਾ ਆਊਗਾ, ਕਿਉਂਕਿ ਉਹਨਾਂ ਦੀ ਵੀ ਚਲੋ ਮਜਬੂਰੀ ਸਮਝਦਾ ਕਿ ਗਰੀਬ ਪਰਿਵਾਰ ਸੀ, ਪਰ ਫਿਰ ਵੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੱਢਿਆ ਉਹ ਕਿਤੇ ਨਾ ਕਿਤੇ ਗਲਤ ਸੀਗਾ। ਫਿਰ ਉਹ ਤੋਂ ਬਾਅਦ 'ਚ ਅੱਗੇ ਕੀ ਹੋਇਆ ਜੀ? ਉਹਨਾਂ ਨੇ ਮੈਨੂੰ ਉੱਥੋਂ ਕੱਢ ਦਿੱਤਾ ਤੇ ਕਈ ਦਿਨ ਤਾਂ ਮੇਰੇ ਮਤਲਬ ਕਿ ਇੱਦਾਂ ਨਿਕਲ ਗਏ ਬਠਿੰਡੇ ਸਟੇਸ਼ਨ 'ਤੇ, ਵੀ ਸਟੇਸ਼ਨ 'ਤੇ ਸੋ ਜਾਣਾ। ਉੱਥੇ ਕਿਲ੍ਹਾ ਸਾਹਿਬ ਗੁਰਦੁਆਰਾ ਵਾ ਗੁਰੂ ਗੋਬਿੰਦ ਸਿੰਘ ਜੀ ਦਾ, ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹੈਗਾ, ਕਿਲ੍ਹੇ ਦੇ ਅੰਦਰ, ਉੱਥੇ ਪ੍ਰਸ਼ਾਦਾ ਪਾਣੀ ਚੱਲਦਾ, ਉੱਥੇ ਰੋਟੀ ਪਾਣੀ ਖਾ ਲੈਣੀ ਤੇ ਜਾ ਕੇ ਬਠਿੰਡੇ ਸਟੇਸ਼ਨ 'ਤੇ ਸੋ ਜਾਣਾ। ਸਵੇਰੇ ਫਿਰ ਉੱਥੇ ਚਲੇ ਜਾਣਾ। ਕਦੀ ਹਾਜੀ ਰਤਨ ਗੁਰਦੁਆਰਾ ਸਾਹਿਬ ਹੈਗਾ, ਉੱਥੇ ਚਲੇ ਜਾਣਾ। ਉੱਥੋਂ ਫਿਰ ਮਤਲਬ ਕਿ 2 ਗੁਰਦੁਆਰਾ ਸਾਹਿਬ ਹੈਗੇ, ਉੱਥੇ ਮਤਲਬ ਕਿ ਇੱਦਾਂ ਹੀ ਮਤਲਬ ਕਿ ਟਾਈਮ ਕੱਟਿਆ। ਕਾਫੀ ਦਿਨ ਇੱਦਾਂ ਨਿਕਲ ਗਏ ਤੇ ਗੁਰਦੁਆਰਾ ਸਾਹਿਬ ਨੇ ਇੱਕ ਦਿਨ ਮਨਾ ਕਰ ਦਿੱਤਾ ਮੈਨੂੰ। ਅੱਛਾ। ਕਹਿੰਦੇ ਰੋਜ਼ ਨਹੀਂ ਇੱਥੇ ਆਉਣਾ, ਵੀ ਇਹ ਇੱਥੇ ਵੀ ਰੋਜ਼ ਵੈਸੇ ਲੰਗਰ ਨਹੀਂ ਇੱਥੇ ਹੈਗਾ, ਵੀ ਇੱਥੇ ਇੱਕ ਦਿਨ ਅਸੀਂ ਖਵਾ ਸਕਦੇ ਹਾਂ, ਵੀ ਟੋਕਤਾ ਮੈਨੂੰ, ਟੋਕ ਦਿੱਤਾ। ਤੇ ਉਸ ਤੋਂ ਬਾਅਦ ਮੈਂ ਬਠਿੰਡੇ ਸਟੇਸ਼ਨ 'ਤੇ ਹੀ ਕਈ ਦਿਨ ਤਾਂ ਮੈਂ ਅੱਧੇ ਭੁੱਖੇ ਤੇ ਆਈ ਮਤਲਬ ਕਿ ਗੁਜ਼ਾਰਨੇ ਸ਼ੁਰੂ ਕਰਤੇ। ਤੇ ਫਿਰ ਇੱਕ ਮੁੰਡਾ ਉੱਥੇ ਪਤਾ ਨਹੀਂ ਕੋਈ ਹਲਕੀ ਉਮਰ ਦਾ ਸੀਗਾ, ਪਰ ਉਹ ਚੌੜੇ 'ਚ ਸੀਗਾ, ਮਤਲਬ ਭਗਵੇਂ ਜਿਹਨਾਂ ਨੇ ਕੱਪੜੇ ਨਹੀਂ ਪਾਏ ਹੁੰਦੇ, ਤੇ ਉਹ ਸੀਗਾ। ਤੇ ਉਹਨੇ ਮੈਨੂੰ ਦੱਸਤਾ ਵੀ ਤੂੰ ਅੰਮ੍ਰਿਤਸਰ ਚੱਲ ਜਾ। ਅੱਛਾ। ਦਰਬਾਰ ਸਾਹਿਬ ਚੱਲ ਜਾ। ਤੇ ਉਹਨੇ ਕੁਛ ਮਤਲਬ ਕਿ ਪੈਸੇ ਵੀ ਮੈਨੂੰ ਦਿੱਤੇ ਸੀ, ਮੈਨੂੰ ਪਰ ਪੂਰਾ ਯਾਦ ਨਹੀਂ ਗਾ ਕਿੰਨੇ ਦਿੱਤੇ ਆ ਕਿੰਨੇ ਨਹੀਂ, ਮਤਲਬ ਕਿ 400-500 ਰੁਪਏ ਦਿੱਤਾ ਉਹਨੂੰ ਉਸ ਟਾਈਮ 'ਤੇ। ਮਦਦ ਕੀਤੀ ਮੇਰੀ। ਟ੍ਰੇਨ ਆਉਂਦੀ ਆ ਜੈਪੁਰ ਅੰਮ੍ਰਿਤਸਰ, ਹਫ਼ਤੇ 'ਚ ਇੱਕ ਦਿਨ ਹੀ ਆਉਂਦੀ ਉੱਥੋਂ ਬਠਿੰਡੇ ਤੋਂ ਸਿੱਧੀ ਅੰਮ੍ਰਿਤਸਰ। ਉਹ ਟ੍ਰੇਨ 'ਚ ਬੈਠ ਕੇ ਮੈਂ ਦਰਬਾਰ ਸਾਹਿਬ ਆ ਗਿਆ।
2009 ਦੇ ਵੀ ਸੰਨ ਦੇ ਵਿੱਚ ਗੱਲ ਹੈਗੀ ਹੈ ਇਹ। ਦਰਬਾਰ ਸਾਹਿਬ ਆ ਗਿਆ ਤੇ ਕਾਫੀ ਟਾਈਮ ਮਤਲਬ ਕਿ ਦਰਬਾਰ ਸਾਹਿਬ ਇੱਦਾਂ ਹੀ ਮਤਲਬ ਕਿ ਗੁਜ਼ਰ ਗਿਆ ਮੇਰਾ ਸਾਲ ਮੰਨ ਲਓ ਸਾਲ ਡੇਢ ਸਾਲ ਮੈਂ ਇੱਦਾਂ ਹੀ ਗੁਜ਼ਰ ਗਿਆ। ਸੇਵਾ ਸੁਵਾ ਮਾੜੀ ਮੋਟੀ ਕਰਨੀ ਜਿੰਨੀ ਹੋਣੀ ਕਰਨੀ, ਰੋਟੀ ਪਾਣੀ ਖਾ ਲੈਣਾ। ਅਤੇ ਉੱਦਾਂ ਹੀ ਇੱਕ ਹੀ ਸੂਟ ਹੁੰਦਾ ਸੀ ਮੇਰੇ ਕੋਲ, ਇੱਕ ਹੀ ਸੂਟ ਹੁੰਦਾ ਸੀ ਮੇਰੇ ਕੋਲ, ਉਹੀ ਧੋ ਲੈਂਦਾ ਸੀ ਮੈਂ ਅਤੇ ਉਹੀ ਪਾ ਲੈਂਦਾ ਸੀ ਮੈਂ। ਅਤੇ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਜਿਹੜਾ ਵੀ ਇੱਦਾਂ ਹੀ ਸਾਲ ਡੇਢ ਸਾਲ ਇੱਦਾਂ ਹੀ ਟਪਾਇਆ। ਚਲੋ ਹੌਲੀ ਜਿਵੇਂ ਵੀ ਉਮਰ ਹੁੰਦੀ ਗਈ ਵੀ ਮਾੜੀ ਮੋਟੀ ਸੇਵਾ, ਜਦੋਂ ਭਾਂਡੇ ਜਿਵੇਂ ਸੇਵਾ ਚੱਲਦੀ ਸੀ ਉੱਥੇ ਸੇਵਾ ਕਰਦਾ ਸੀਗਾ। ਅਤੇ ਉੱਥੇ ਕੋਈ ਵੀਰ ਭਰਾ ਜਿਹੜੇ ਘਰੋਂ ਆਉਂਦੇ ਸੀਗੇ ਦੇਖਦੇ ਸੀ ਰੋਜ਼ ਹੀ, ਅਤੇ ਆਪਣੇ ਮੂੰਹੋਂ ਵੀ ਮੈਂ ਕਹਿ ਦਿੰਦਾ ਹੁੰਦਾ ਸੀਗਾ ਵੀ ਕੋਈ ਚੀਜ਼ ਦੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਲੋੜ ਹੋਵੇ ਤਾਂ ਮੈਨੂੰ ਦੱਸ ਦੀ। ਅਤੇ ਇੱਕ ਦੋ ਜ਼ਿਆਦਾ ਤਾਂ ਸੰਗ ਸ਼ਰਮ ਦੇ ਮਾਰੇ ਕਿਸੇ ਨੂੰ ਕਹਿਣਾ ਨਾ ਵੀ ਅਗਲਾ ਕਹੂਗਾ ਯਾਰ ਇਹ ਕੀ ਚੀਜ਼ਾਂ ਕੱਪੜੇ ਜਿਹੇ ਮੰਗਦਾ ਰਹਿੰਦਾ ਵਾ। ਪਰ ਕੁਛ ਚਲੋ ਬੰਦੇ ਜਿਹੜੇ ਠੀਕ ਲੱਗਦੇ ਸੀ ਉਹਨਾਂ ਨੂੰ ਕਹਿ ਵੀ ਦਿੰਦਾ ਸੀ ਮੈਂ ਵੀ ਇੱਦਾਂ ਕਰਕੇ ਕੋਈ ਕੱਪੜੇ ਮੈਨੂੰ ਲਿਆ ਦਿਓ, ਅਤੇ ਲਿਆ ਵੀ ਦਿੰਦੇ ਸੀ। ਅਤੇ ਮੈਨੂੰ ਕਈ ਤਾਂ ਨੌਜਵਾਨ ਇੰਨੇ ਚੰਗੇ ਹੁੰਦੇ ਸੀ ਗੁਰਸਿੱਖ ਵਿਚਾਰੇ, ਨਵੇਂ ਵੀ ਲੈ ਜਾਂਦੇ ਸੀ ਮੈਨੂੰ, ਨਵੇਂ ਵੀ ਮੈਨੂੰ ਲੈ ਕੇ ਕੱਪੜੇ ਦਿੱਤੇ ਆ। ਇੱਕ ਦਿਨ ਮੈਂ ਸ਼ਹੀਦਾਂ ਸਾਹਿਬ ਗੁਰਦੁਆਰਾ ਸਾਹਿਬ ਬੈਠਾ ਸੀ, ਬਾਬਾ ਦੀਪ ਸਿੰਘ ਜੀ ਦਾ ਰਾਤ ਦਾ ਟਾਈਮ ਸੀਗਾ, ਉੱਥੇ ਬੈਠਾ ਆਇਆ ਸੀ। ਉੱਥੇ ਕੋਈ ਇੱਕ ਗੁਰਸਿੱਖ ਮਤਲਬ ਕਿ ਥੋੜ੍ਹੀ ਦੂਰੀ 'ਤੇ ਬੈਠਾ ਹੋਇਆ ਸੀ ਮੈਥੋਂ, ਅਤੇ ਮੇਰੇ ਕੋਲ ਲੋਈ ਵੀ ਹੈ ਨਹੀਂ ਸੀਗੀ ਅਤੇ ਸ਼ਰਟ 'ਚ ਹੀ ਬੈਠਾ ਹੋਇਆ ਸੀ, ਕੱਪੜੇ ਵੀ ਜੈਕਟ ਵੀ ਹੈ ਨਹੀਂ ਸੀ। ਉਸ ਟਾਈਮ ਮੈਨੂੰ ਰਹਿੰਦੇ ਨੂੰ ਤਕਰੀਬਨ ਘੱਟੋ ਘੱਟ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਸਾਲ ਹੋ ਗਿਆ ਸੀਗਾ। ਗਰਮੀਆਂ ਸੀਗਾ ਜਦੋਂ ਗਿਆ ਸੀ, ਟੱਪ ਗਿਆ ਸੀਗਾ ਵੀ ਸਿਆਲ ਦਾ ਮਹੀਨਾ ਆ ਗਿਆ ਸੀ, ਵੀ ਸਿਆਲ ਚੜ੍ਹ ਗਿਆ ਸੀਗਾ, ਵੀ ਸਾਲ ਦੇ ਲਗਭਗ ਹੋ ਚੱਲਿਆ ਸੀ ਮੈਂ ਰਹਿੰਦੇ ਨੂੰ ਉੱਥੇ। ਕੱਪੜੇ ਹੈ ਨਹੀਂ ਸੀ ਸਿਆਲੂ। ਉਹਨੇ ਪਹਿਲਾਂ ਤਾਂ ਮੈਨੂੰ ਉੱਥੇ ਵਿਚਾਰੇ ਨੇ ਲੋਈ ਦਿੱਤੀ, ਮੈਨੂੰ ਨਹੀਂ ਕੁਛ ਪੁੱਛਿਆ ਵੀ ਕਿੱਥੋਂ ਆਏ ਹੋ, ਕਿੱਥੇ ਕਿਹੜਾ ਪਿੰਡ ਕਿਹੜਾ ਸ਼ਹਿਰ ਆ, ਲੋਈ ਦੇ ਦਿੱਤੀ ਵਿਚਾਰੇ ਨੇ। ਚਲੋ ਫਿਰ ਥੋੜ੍ਹੇ ਕੁ ਟਾਈਮ ਬਾਅਦ ਮੈਨੂੰ ਉਹਨੇ ਜੈਕਟ ਲਿਆ ਕੇ ਦਿੱਤੀ ਬਾਹਰੋਂ ਕਿਸੇ ਦੁਕਾਨ ਤੋਂ, ਮਤਲਬ ਕਿ ਨਵੀਂ ਖਰੀਦ ਕੇ। ਵੀ ਜਿਨ੍ਹਾਂ ਨੇ ਵੀ ਮੇਰੀ ਜ਼ਿੰਦਗੀ ਵੀ ਮਦਦ ਕੀਤੀ ਹੈ ਵੀ ਉਹਨਾਂ ਦੇ ਜ਼ਿਕਰ ਕਰਨਾ ਵੀ ਮੇਰਾ ਫਰਜ਼ ਬਣਦਾ ਵਾ। ਸ਼ੁਕਰ ਕਰਨਾ ਚਾਹੀਦਾ ਵੀ ਹਰ ਇੱਕ ਦਾ ਵੀ ਜਿਹੜੇ ਮੇਰੇ ਕੰਮ ਆਏ ਨੇ। ਚਲੋ ਉਹਨਾਂ ਨੇ ਕਈ ਹੋਰ ਵੀ ਇੱਦਾਂ ਹੀ ਵਿਚਾਰੇ ਸਤੋਗੁਣੀ ਬੰਦੇ ਜਿਹੜੇ ਸੇਵਾ ਭਾਵਨਾ ਵਾਲੇ, ਗੁਰੂ ਮਹਾਰਾਜ 'ਤੇ ਭਰੋਸਾ ਰੱਖਣ ਵਾਲੇ ਵੀ ਮੇਰੀ ਮਦਦ ਕਰਦੇ ਰਹੇ ਆ। ਅਤੇ ਇੱਦਾਂ ਹੀ 2011 ਦੇ ਵਿੱਚ ਫਿਰ ਰੁਮਾਲ ਵੀ ਵੇਚਦੇ ਮੈਂ ਦਰਬਾਰ ਸਾਹਿਬ। ਅਤੇ ਕਿਸੇ ਨੇ ਮੈਨੂੰ ਕਿਹਾ ਸੀਗਾ ਵੀ ਤੂੰ ਕੰਮ ਕਰਨਾ ਚਾਹੁੰਦਾ ਦੱਸ ਦੇ। ਅਤੇ ਕੰਮ ਮੈਂ ਇਹਦਾ ਕਿ ਵੀ ਕੰਮ ਤਾਂ ਮੇਰੇ ਤੋਂ ਕੋਈ ਹੁੰਦਾ ਨਹੀਂ ਗਾ ਯਾਰ, ਵੀ ਮੈਂ ਬਠਿੰਡੇ ਰਕਸ਼ਾ ਚਲਾਉਂਦਾ ਰਿਹਾ ਵਾਂ। ਉਦੋਂ ਬਾਅਦ ਮੈਂ ਇੱਥੇ ਆ ਗਿਆ ਵਾਂ, ਵੀ ਸਾਲ ਡੇਢ ਸਾਲ ਤਾਂ ਮੇਰਾ ਇੱਦਾਂ ਹੀ ਨਿਕਲ ਗਿਆ ਇੱਥੇ। ਅਤੇ ਸੇਵਾ ਸੁਵਾ ਮਾੜੀ ਮੋਟੀ ਕਰਦਾ, ਕੱਪੜੇ ਕੋਈ ਲੈ ਜਾਂਦਾ ਵਾ, ਪੈਸੇ ਕੋਈ ਮਾੜੇ ਮੋਟੇ ਦੇ ਦਿੰਦਾ ਸੀ ਮੈਨੂੰ, ਕੋਈ 200 400 500 ਰੁਪਏ ਤੱਕ ਹੈਲਪ ਮੇਰੀ ਕਰ ਦਿੰਦਾ ਸੀ ਕੋਈ। ਤੇਲ ਸਾਬਣ ਮੈਨੂੰ ਘਰੋਂ ਹੀ ਲਿਆ ਦਿੰਦਾ ਸੀ ਕੋਈ, ਨਹਾਉਣ ਧੋਣ ਵਾਸਤੇ ਸਮਾਨ, ਕੱਪੜੇ ਵੀ ਸਿਆਲ ਚੜ੍ਹ ਗਿਆ ਸੀ, ਕੰਬਲ ਵੀ ਕੋਈ ਲਿਆ ਦਿੰਦਾ ਸੀਗਾ ਇੱਦਾਂ ਕਰਕੇ। ਅਤੇ ਇਸ ਕਰਕੇ ਕੰਮ ਵੱਲ ਮੈਂ ਆਪਣੇ ਵੱਲੋਂ ਗੌਰ ਨਹੀਂ ਕੀਤੀ। ਫਿਰ ਕਿਸੇ ਨੇ ਮੈਨੂੰ ਕਿਹਾ ਵੀ ਤੂੰ ਕੋਈ ਜਲਿਆਂਵਾਲੇ ਬਾਗ ਦੇ ਵਿੱਚ ਬੈਠ ਜਾਂਦਾ ਸੀ ਮੈਂ ਉਸ ਟਾਈਮ 'ਤੇ, ਉੱਥੇ ਮੁੰਡਾ ਸੀਗਾ ਕੋਈ ਵੀ ਵਿਆਹ ਦੇ ਬਾਹਰ ਰੁਮਾਲ ਮੂਲ ਵੇਚ ਲਿਆ ਕਰ, ਕੋਈ ਮਾੜਾ ਮੋਟਾ ਵੀ ਹਲਕਾ ਫੁਲਕਾ ਕੰਮ, ਜ਼ਿਆਦਾ ਭਾਰਾ ਨਹੀਂ ਹੁੰਦਾ, ਠੀਕ ਹੁੰਦਾ ਕੰਮ। ਚਲੋ ਉਹਨੇ ਮੈਨੂੰ ਰੁਮਾਲ ਕਿਸ ਤੋਂ ਲੈ ਕੇ ਦਿੱਤੇ ਸੀਗੇ। ਉਹ ਮੈਂ ਰੁਮਾਲ ਜਦੋਂ ਵੇਚਣੇ ਅਤੇ ਮੈਨੂੰ ਜਿੰਨਾ ਪ੍ਰੋਫਿਟ ਹੁੰਦਾ ਸੀਗਾ ਉਹਦਾ ਕੱਢ ਕੇ ਅਤੇ ਮੈਨੂੰ ਉਹਦੇ ਵਿੱਚੋਂ 100 120 ਰੁਪਏ ਬੰਦਾ ਦੇ ਦਿੰਦਾ ਸੀ, ਵੀ ਜਿੰਨੇ ਵੀ ਕੁਛ ਮਤਲਬ ਕਿ ਸਭ ਦੀ ਦਿਹਾੜੀ ਤੌਰ 'ਤੇ ਵੇਚੇ ਮੈਂ ਕਿਸੇ ਦੇ ਰੁਮਾਲ, ਵੀ ਕਾਫੀ ਵੇਚ ਦਿੰਦਾ ਸੀ ਮੈਂ। 10 ਵਾਲੇ 15 ਵਾਲੇ 20 ਰੁਮਾਲ ਮੈਂ ਇੱਦਾਂ ਕਾਫੀ ਵੇਚਣੇ, ਲਿਆਉਣੇ ਉਹਨੇ ਪਿੱਛੋਂ। ਇੱਦਾਂ ਹੀ ਕਰਦੇ ਮੇਰਾ ਵੀ ਸਾਲ ਇੱਕ ਇੱਦਾਂ ਬੀਤ ਗਿਆ। ਫਿਰ 2012 ਦੀ ਗੱਲ ਹੈਗੀ ਹੈ ਸੰਨ ਦੀ, ਫਿਰ ਮੈਂ ਦਿੱਲੀ ਗਿਆ। ਦਿੱਲੀ ਗਿਆ, ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀਗਾ, ਅਤੇ ਉੱਥੇ ਕਾਫੀ ਮੈਂ 5-7 ਦਿਨ ਉੱਥੇ ਰਹਿ ਕੇ ਆਇਆ। ਉਦੋਂ ਬਾਅਦ ਦਿੱਲੀਓਂ ਵਾਪਸ ਆਉਂਦਾ ਪਿਆ ਸੀਗਾ ਮੈਂ, ਅੰਬਾਲੇ ਉਤਰ ਗਿਆ। ਅੰਬਾਲਿਓ ਮੈਂ ਟ੍ਰੇਨ ਬਦਲੀ ਅਤੇ ਦੇਹਰਾਦੂਨ ਤੋਂ ਟ੍ਰੇਨ ਪਿੱਛੋਂ ਆਉਂਦੀ ਹੈ, ਉਹ ਟ੍ਰੇਨ ਮੈਂ ਫੜੀ ਅਤੇ ਰਾਤ ਦੀ ਮਤਲਬ ਗੱਲ ਹੈਗੀ ਆ ਤਕਰੀਬਨ 1-1:30 ਵਜੇ ਦੀ ਗੱਲ, ਵੀ ਮੇਰੇ ਨਾਲ ਕੋਈ ਵਾਕਾ ਹੋ ਗਿਆ ਸੀਗਾ, ਵੀ ਐਕਸੀਡੈਂਟ ਹੋ ਗਿਆ ਸੀ ਮੇਰਾ ਟ੍ਰੇਨ ਦੇ ਵਿੱਚੋਂ। ਤਾਂ ਮੈਂ ਦੱਸਣ ਲੱਗਾ ਗੱਲ ਸਾਰੀ ਇਹ। ਅਤੇ ਉਹ ਟ੍ਰੇਨ ਫੜ ਕੇ ਮੈਂ ਆਪਣਾ ਅੰਮ੍ਰਿਤਸਰ ਵਾਲੀ ਟ੍ਰੇਨ ਸਿੱਧੀ ਸੀਗੀ ਅਤੇ ਆਪਣਾ ਆਇਆ, ਅਤੇ ਜਲੰਧਰ ਜੋ ਟ੍ਰੇਨ ਰੁਕੀ ਅਤੇ ਜਲੰਧਰ ਮੈਂ ਉਤਲੀ ਸੀਟ ਤੋਂ ਉਤਰ ਕੇ ਥੱਲੇ ਪਾਣੀ ਪੂਣੀ ਪੀਤਾ, ਥੋੜ੍ਹਾ ਜਿਹਾ ਮੂੰਹ ਹੱਥ ਧੋਤਾ, ਅਤੇ ਮੈਂ ਜਦੋਂ ਟ੍ਰੇਨ ਚੱਲ ਪਈ ਤਾਂ ਬਾਰੀ ਦੇ ਵਿੱਚ ਹੀ ਬੈਠ ਗਿਆ ਮੈਂ, ਵੀ ਮੈਂ ਫਿਰ ਸੀਟ 'ਤੇ ਬੈਠਾ ਨਹੀਂ ਗਿਆ। ਚਲੋ ਮੇਰੀ ਗੁਸਤਾਫੀ ਲਾ ਲਓ, ਗਲਤੀ ਲਾ ਲਓ ਮੇਰੀ, ਵੀ ਮੈਂ ਬਾਰੀ ਵਿੱਚ ਮੈਨੂੰ ਨਹੀਂ ਬੈਠਣਾ ਚਾਹੀਦਾ ਸੀਗਾ। ਬਾਰੀ ਵਿੱਚ ਬੈਠ ਗਿਆ ਮੈਂ, ਟ੍ਰੇਨ ਚੱਲੀ ਅਤੇ ਕਰਤਾਰਪੁਰ ਆਇਆ। ਕਰਤਾਰਪੁਰ ਸਟੋਪ ਹੋਇਆ ਟ੍ਰੇਨ ਦਾ, ਅਤੇ ਕਰਤਾਰਪੁਰੋਂ ਵੀ ਟ੍ਰੇਨ ਚੱਲ ਪਈ ਅੰਮ੍ਰਿਤਸਰ ਸਿੱਧੀ ਜਾਣ ਵਾਸਤੇ। ਜਿਵੇਂ ਕਰਤਾਰਪੁਰ ਤੋਂ ਟ੍ਰੇਨ ਚੱਲੀ, ਪਲੇਟਫਾਰਮ ਟ੍ਰੇਨ ਨੇ ਜਿਵੇਂ ਛੱਡਿਆ ਅਤੇ ਨੀਂਦਰੇ ਵਿੱਚ ਸੀਗਾ ਮੈਂ, ਵੀ ਇੱਦਾਂ ਮਤਲਬ ਝੂਲ ਹੁੰਦੀ ਪਈ ਸੀ ਮਤਲਬ ਨੀਂਦ ਦੀ ਮੈਨੂੰ। ਅਤੇ
ਕੋਈ ਹੋਕਾ ਵੀ ਕੀ ਮਤਲਬ ਕਿ ਝਟਕਾ ਵੱਜਿਆ, ਕੀ ਹੋਇਆ ਪਰਮਾਤਮਾ ਜਾਣੇ, ਰੱਬ ਜਾਣਦਾ। ਚਲੋ ਫਿਰ ਵੀ ਮੈਂ ਉਸ ਹਾਦਸੇ ਤੋਂ, ਉਸ ਮਤਲਬ ਕਿ ਐਕਸੀਡੈਂਟ ਤੋਂ ਬਚ ਗਿਆ। ਮੈਨੂੰ ਅੱਜ ਤੱਕ ਇੰਨਾ ਹੀ ਬਹੁਤ ਸ਼ੁਕਰ ਆ ਵੀ ਮਹਾਰਾਜ ਨੇ ਮੈਨੂੰ ਬਚਾ ਤਾ ਅਤੇ ਮੈਂ ਚਲਦੀ ਟ੍ਰੇਨ 'ਚ ਡਿੱਗ ਪਿਆ। ਅੱਛਾ ਜੀ। ਇਹ ਸਾਰੀ ਮੈਂ ਗੱਲ ਤਾਂ ਮਤਲਬ ਕਿ ਦੱਸੀ ਆ ਕਿ ਮੇਰਾ ਐਕਸੀਡੈਂਟ ਹੋ ਗਿਆ ਸੀ, ਵੀ ਮੈਂ ਮੰਗਲਾ ਸਾਹਿਬ ਗਿਆ, ਉੱਥੋਂ ਵਾਪਸ ਆਉਣ ਲੱਗੇ ਤਾਂ ਮੈਂ ਗੱਲ ਖੋਲ੍ਹੀ ਹੈ। ਮੇਰਾ ਐਕਸੀਡੈਂਟ ਹੋ ਗਿਆ ਅਤੇ ਮੈਂ ਚਲਦੀ ਟ੍ਰੇਨ ਦੇ ਵਿੱਚ ਹੀ ਡਿੱਗ ਪਿਆ ਅਤੇ ਮੇਰਾ ਜਿਵੇਂ ਮੈਂ ਥੱਲੇ ਡਿੱਗਿਆ ਅਤੇ 2-3 ਬਾਜ਼ੀਆਂ ਲੱਗ ਗਈਆਂ ਮੇਰੀਆਂ, ਵੀ ਮੈਂ ਸਾਈਡ 'ਤੇ ਜਾ ਕੇ ਡਿੱਗ ਪਿਆ। ਅਤੇ ਟ੍ਰੇਨ ਤਾਂ ਮਤਲਬ ਕਿ ਮੈਨੂੰ ਉਸ ਤੋਂ ਬਾਅਦ ਕੋਈ ਸੁਰਤ ਨਹੀਂ ਰਹੀ। ਮੈਨੂੰ ਬਸ ਥੋੜ੍ਹਾ ਖਿਆਲ ਰਿਹਾ ਵੀ ਕਿਸੇ ਨੇ ਕहीं ਚੈਨ ਖਿੱਚੀ ਹੈ, ਕੋਈ ਟ੍ਰੇਨ 'ਚੋਂ ਉੱਤਰ ਕੇ ਵੀ ਥੱਲੇ ਆਇਆ। ਫਿਰ ਦੁਬਾਰਾ ਮੈਨੂੰ ਫਿਰ ਪਲੇਟਫਾਰਮ 'ਤੇ ਲੈ ਗਏ ਨੇ, ਉਹ ਟ੍ਰੇਨ ਚੱਲ ਗਈ। ਦੁਬਾਰਾ ਪਿੱਛੋਂ ਜਿਹੜੀ ਟ੍ਰੇਨ ਆਈ ਹੈ, ਉਹ ਟ੍ਰੇਨ 'ਚ ਬਿਠਾ ਕੇ ਫਿਰ ਮੈਨੂੰ ਗੁਰੂ ਨਾਨਕ ਹਸਪਤਾਲ ਐਡਮਿਟ ਕਰਾਇਆ ਗਿਆ ਅੰਮ੍ਰਿਤਸਰ। ਅਤੇ ਜਿਵੇਂ ਹੁਣ ਡਿੱਗਿਆ, ਮੈਂ ਡਿੱਗਣ ਸਾਰੀ ਮੈਥੋਂ ਕੋਈ ਹੋਸ਼ ਨਹੀਂ ਸੀਗੀ। ਸਿਰ ਮੇਰਾ 2 ਜਗ੍ਹਾ ਤੋਂ ਪਾੜ ਗਿਆ ਸੀਗਾ, ਲਹੂ ਲੁਹਾਨ ਹੋ ਗਿਆ ਸੀ ਪੂਰਾ ਹੀ ਮੇਰਾ ਸਾਰਾ ਸਰੀਰ। ਚੋੜੇ ਦੀ ਹੱਡੀ ਫ੍ਰੈਕਚਰ ਹੋ ਗਈ ਸੀ ਮੇਰੀ, ਪੈਰ ਵੀ ਗਿੱਟਾ ਵੀ ਕਾਫੀ ਮੁੜ ਗਿਆ ਸੀਗਾ, ਸੋਜ ਆ ਗਈ ਸੀਗੀ। ਵੀ ਮੈਂ 2.5 ਮਹੀਨੇ ਫਿਰ ਬੈੱਡ 'ਤੇ ਕੱਟੇ, 2.5 ਮਹੀਨੇ ਵੀ ਬੈਠ ਕੇ ਵੀ ਨਹੀਂ ਦੇਖਿਆ ਮੈਂ, ਵੀ ਇੱਕ ਬੈਠਣਾ ਵੀ ਭੁੱਲ ਗਿਆ ਸੀ ਮੈਂ। ਇੱਦਾਂ ਹੀ ਮਤਲਬ ਕਿ ਜਦੋਂ ਮੈਂ ਡਿੱਗਿਆ, ਕਿਸੇ ਨੇ ਚੱਕਿਆ, ਪਬਲਿਕ ਨੇ ਚੱਕਿਆ ਅਤੇ ਚੱਕ ਕੇ ਮੈਨੂੰ ਪਲੇਟਫਾਰਮ 'ਤੇ ਲੈ ਗਿਆ ਅਤੇ ਪਿੱਛੋਂ ਜਿਹੜੀ ਟ੍ਰੇਨ ਆਈ ਹੈ ਉਹਦੇ ਵਿੱਚ ਟ੍ਰੇਨ 'ਚ ਮੈਨੂੰ ਬਿਠਾਇਆ ਗਿਆ ਵੀ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਿਆਇਆ ਗਿਆ। ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲੈ ਗਏ ਅਤੇ ਸਰਕਾਰੀ ਖਾਤੇ ਮਤਲਬ ਕਿ ਉਹਨਾਂ ਨੇ ਕਹਿ ਤਾ ਵੀ ਉੱਥੇ ਵੀ ਇਹ ਬੰਦਾ ਇੱਦਾਂ ਕਰਕੇ ਡਿੱਗ ਪਿਆ। ਅਤੇ ਮੈਨੂੰ ਥੋੜ੍ਹਾ ਬਹੁਤ ਹੋਸ਼ ਸੀ, ਪੁੱਛਿਆ ਮੈਨੂੰ ਕਿੱਥੋਂ ਰਹਿਣ ਵਾਲੇ ਹੋ ਤੁਸੀਂ, ਕਿਹੜਾ ਪਿੰਡ ਆ ਤੁਹਾਡਾ, ਕਿਹੜਾ ਸ਼ਹਿਰ ਤੁਹਾਡਾ। ਮੈਂ ਉਹਨਾਂ ਨੇ ਸਿੱਧੇ ਸਾਫ਼ ਹੀ ਕਹਿ ਦਿੱਤਾ, ਮੈਂ ਦੇਖੋ ਜੀ ਪ੍ਰੋਪਰ ਪਿੰਡ ਮੈਨੂੰ ਆਪਣਾ ਪਤਾ ਨਹੀਂ ਗਾ, ਵੀ ਇੱਦਾਂ ਕਰਕੇ ਵੀ ਮੈਨੂੰ ਬਠਿੰਡੇ ਲੈ ਗਏ ਸੀ, ਇੱਦਾਂ ਕਰਕੇ ਮੈਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ। ਪਤਾ ਨਹੀਂ ਪਰਮਾਤਮਾ ਜਾਣੇ ਉਹਨਾਂ ਨੇ ਯਕੀਨ ਕੀਤਾ ਕਿ ਨਹੀਂ ਕੀਤਾ, ਵੀ ਖਣੀ ਇੱਕ ਝੂਠ ਬੋਲਦਾ ਪਿਆ ਵਾ, ਵੀ ਇੱਦਾਂ ਕਿਵੇਂ ਹੋ ਸਕਦਾ ਵਾ, ਇਹਨੂੰ ਕਿਵੇਂ ਨਹੀਂ ਪਤਾ ਹੋ ਸਕਦਾ। ਕਈ ਨਹੀਂ ਮੰਨਦੇ ਇਸ ਗੱਲ ਨੂੰ। ਚਲੋ ਉਹਨਾਂ ਨੇ ਮੈਨੂੰ ਮਾੜਾ ਮੋਟਾ ਉੱਥੇ ਐਮਰਜੈਂਸੀ ਦੇ ਵਿੱਚ ਟਾਂਕੇ ਟੂੰਕੇ ਸਿਰ 'ਤੇ ਲਾ ਤੇ ਅਤੇ ਥੋੜ੍ਹਾ ਬਹੁਤ ਮੂੰਹ ਧਵਾ ਧੂ ਦਿੱਤਾ। ਅਤੇ ਇੱਕ ਦਿਨ ਮੈਨੂੰ ਪੂਰਾ ਉੱਥੇ ਐਮਰਜੈਂਸੀ ਵਿੱਚ ਵਾਰਡ ਦੇ ਵਿੱਚ ਰੱਖਿਆ। ਜਿਵੇਂ ਹਨੇਰਾ ਪਿਆ, ਮਤਲਬ ਕਿ ਦਿਨ ਛਿਪਣਾ ਸ਼ੁਰੂ ਹੋਇਆ ਅਤੇ ਪਤਾ ਨਹੀਂ ਉਹਨਾਂ ਨੇ ਆਪਸ ਵਿੱਚ ਮੈਂ ਕੀ ਸਲਾਹ ਕੀਤੀ ਵੀ ਇਹ ਤਾਂ ਬੰਦਾ ਲਵਾਰਸ ਹੈ, ਵੀ ਇਹਦਾ ਤਾਂ ਕੋਈ ਅੱਗਾ ਪਿੱਛਾ ਹੈ ਨਹੀਂ ਗਾ, ਵੀ ਜੇ ਕੱਲ੍ਹ ਨੂੰ ਇਹ ਕੋਈ ਮਰ ਮੁਰ ਗਿਆ ਜੇ, ਵੀ ਸਾਡੇ ਪੱਲੇ ਨਾ ਕਿਤੇ ਪੈ ਜੇ, ਵੀ ਐਂ ਕਰਦੇ ਹਾਂ ਵੀ ਚੱਕ ਕੇ ਇਹਨੂੰ ਕਿਤੇ ਬਾਹਰ ਪਾ ਦਿੰਦੇ ਹਾਂ, ਆਪਾਂ ਕਹਿ ਦਾਂਗੇ ਪਤਾ ਨਹੀਂ ਕਿੱਥੋਂ ਆਇਆ, ਕਿਉਂ ਨਾ ਆਇਆ। ਕੋਈ ਇੱਦਾਂ ਦੀ ਗੱਲਬਾਤ ਹੋਣੀ ਉਹਨਾਂ ਨੇ ਇਹ ਗੱਲ ਕੀਤੀ ਜਾਂ ਨਹੀਂ ਕੀਤੀ ਮੈਨੂੰ ਪਤਾ ਨਹੀਂ, ਵੀ ਆਪਣੇ ਆਈਡੀਆ ਦੱਸਦਾ ਵੀ ਮੈਨੂੰ ਜਿਵੇਂ ਚੱਕ ਕੇ ਉਹਨਾਂ ਨੇ ਪਾਇਆ ਗਿਆ, ਮੈਨੂੰ ਚੱਕ ਕੇ ਉਹਨਾਂ ਨੇ ਬਾਹਰ ਪਾ ਤਾ ਜਿੱਥੋਂ ਹਸਪਤਾਲ ਦੀ ਐਂਟਰੀ ਹੁੰਦੀ ਹੈ। ਸਾਰੀ ਰਾਤ ਮੈਂ ਉੱਥੇ ਹੀ ਮਤਲਬ ਕਿ ਤੜਫਦਾ ਰਿਹਾ, ਕਲਪਦਾ ਰਿਹਾ। ਚਲੋ ਸਵੇਰੇ ਇੱਕ ਬੰਦਾ ਵਿਚਾਰਾ ਉੱਥੇ ਕਰਮਚਾਰੀ ਸੀਗਾ, ਸਫਾਈ ਕਰਦਾ ਪਿਆ ਸੀਗਾ, ਅਤੇ ਉਹਨੂੰ ਮੈਂ ਥੋੜ੍ਹਾ ਦੱਸਿਆ ਵੀ ਆਵਾਜ਼ ਮਾਰ ਕੇ, ਮੈਂ ਕਿਹਾ ਭਾਜੀ ਇੱਦਾਂ ਕਰਕੇ ਮੇਰਾ ਐਕਸੀਡੈਂਟ ਹੋ ਗਿਆ ਵਾ, ਵੀ ਮੈਂ ਦਰਬਾਰ ਸਾਹਿਬ ਰਹਿੰਦਾ ਹੈ, ਮੈਂ ਬੰਗਲਾ ਸਾਹਿਬ ਦਿੱਲੀ ਗਿਆ ਸੀ, ਵਾਪਸ ਆਉਣ ਲੱਗੇ ਟ੍ਰੇਨ ਦੇ ਵਿੱਚੋਂ ਮੈਂ ਡਿੱਗ ਪਿਆ, ਅਤੇ ਆਹ ਕਰਕੇ ਵੀ ਇੱਦਾਂ ਗੱਲਬਾਤ ਹੋ ਗਈ ਹੈ, ਅਤੇ ਰਿਕੁਐਸਟ ਆ ਕੋਈ ਥੋੜ੍ਹੀ ਬਹੁਤ ਕੀ ਮਦਦ ਕਰ ਦਿਓ ਮੇਰੀ। ਪਹਿਲਾਂ ਤਾਂ ਉਹਨੇ ਵਿਚਾਰੇ ਨੇ ਚਾਹ ਵਾਲਾ ਬੁਲਾਇਆ, 2-3 ਕੱਪ ਮੈਨੂੰ ਚਾਹ ਪਿਆਏ, ਫਿਰ ਮੈਨੂੰ ਹੌਲੀ ਹੌਲੀ ਆਪਣੇ ਹੱਥਾਂ ਨਾਲ ਆਪ ਹੀ ਚੱਕ ਕੇ ਵਿਚਾਰੇ ਨੇ ਮੈਨੂੰ ਬੈਂਚ 'ਤੇ ਪਾਇਆ। ਫਿਰ ਉਹਨੇ ਮੈਨੂੰ ਕਿਹਾ ਹੌਸਲਾ ਰੱਖੋ, ਕੋਈ ਗੱਲ ਨਹੀਂ, ਮੈਂ ਕਰਦਾ ਕੁਛ। ਸਾਰੇ ਤਾਂ ਦੇਖੋ ਇੱਕੋ ਜਿਹੇ ਹੁੰਦੇ ਨਹੀਂ ਗਏ, 5 ਉਂਗਲਾਂ ਕਦੇ ਇੱਕੋ ਜਿਹੀ ਨਹੀਂ ਹੁੰਦੀਆਂ। ਜੇ ਉਹਨਾਂ ਨੇ ਮੈਨੂੰ ਇੱਦਾਂ ਕਰਤਾ ਤਾਂ ਸਾਰੇ ਥੋੜ੍ਹਾ ਇੱਕੋ ਜਿਹੇ ਹੁੰਦੇ ਆ। ਉਹ ਅੰਦਰ ਕਿਤੇ ਗਿਆ, ਕਿਸੇ ਵੱਡੇ ਡਾਕਟਰ ਨਾਲ ਗੱਲ ਕੀਤੀ ਵੀ ਇੱਦਾਂ ਕਰਕੇ ਮੁੰਡਾ ਇੱਕ ਬਾਹਰ ਪਿਆ ਜੀ, ਉਹਦਾ ਐਕਸੀਡੈਂਟ ਹੋਇਆ। ਉਹ ਕਹਿੰਦਾ ਵੀ ਮੇਰਾ ਕੋਈ ਅੱਗੇ ਪਿੱਛੇ ਹੈ ਨਹੀਂ, ਇੱਕ ਹਿਸਾਬ ਦਾ ਵੀ ਮੈਂ ਲਵਾਰਸ ਹੈ, ਮੇਰਾ ਇੱਦਾਂ ਕਰਕੇ ਟ੍ਰੇਨ 'ਚ ਐਕਸੀਡੈਂਟ ਹੋ ਗਿਆ। ਵੀ ਪਬਲਿਕ ਨੇ ਚੱਕ ਕੇ ਵੀ ਇੱਥੇ ਹਸਪਤਾਲ ਤੱਕ ਪਹੁੰਚਾਤਾ, ਐਮਰਜੈਂਸੀ ਵਾਰਡ ਦੇ ਟਾਂਕੇ ਲੱਗੇ, ਐਮਰਜੈਂਸੀ ਚੱਕ ਕੇ ਬਾਹਰ ਪਾਤਾ। ਸਾਰੀ ਰਾਤ ਬਾਅਦ ਤੜਫਦਾ ਰਿਹਾ, ਕਲਪਦਾ ਰਿਹਾ। ਉਹ 5-4 ਡਾਕਟਰ ਉੱਥੇ ਇਕੱਠੇ ਹੋ ਕੇ ਆਏ, ਉਹਨਾਂ ਨੇ ਮੈਨੂੰ ਚੱਕ ਕੇ ਡਾਕਟਰ ਰਾਧੇ ਸ਼ਾਮ ਦੀ ਵਾਰਡ ਦੇ ਵਿੱਚ ਐਡਮਿਟ ਕਰਾਤਾ। ਗੁਰੂ ਨਾਨਕ ਹਸਪਤਾਲ ਦੀ 3ਜੀ ਮੰਜ਼ਿਲ 'ਤੇ ਡਾਕਟਰ ਰਾਧੇ ਸ਼ਾਮ ਦੀ ਵਾਰਡ ਹੈ, ਹੱਡੀਆਂ ਦੀ ਸਪੈਸ਼ਲ। ਉਹਨਾਂ ਨੇ ਦੇਖਿਆ ਵੀ ਇਹ ਕੇਸ ਹੱਡੀਆਂ ਦਾ, ਵੀ ਜਿਹੜਾ ਚੂਲੇ 'ਤੇ ਸੱਟ ਲੱਗੀ ਹੈ ਨਾ, ਵੀ ਜਿਹੜਾ ਉੱਠਿਆ ਬੈਠਿਆ ਨਹੀਂ ਜਾ ਰਿਹਾ, ਵੀ ਬਾਹਰੀ ਸੱਟ ਤਾਂ ਇਕੱਲੀ ਸਿਰ 'ਤੇ ਹੈ, ਹੋਰ ਕਿਸੇ ਸਰੀਰ 'ਤੇ ਸੱਟ ਨਹੀਂ ਲੱਗੀ, ਵੀ ਗੁੱਝੀ ਸੱਟ ਹੈ, ਕੋਈ ਹੱਡੀ ਹੁੱਡੀ ਦੀ ਪ੍ਰੋਬਲਮ ਹੈ, ਵੀ ਹੱਡੀਆਂ ਡਾਕਟਰ ਦੇ ਵਾਰਡ ਦੇ ਵਿੱਚ ਐਡਮਿਟ ਕਰਾ ਦਿਓ। ਕਰਾਤਾ। 20 ਦਿਨ ਤਾਂ ਮੇਰੇ ਇੱਦਾਂ ਹੀ ਨਿਕਲ ਗਏ। ਉਸ ਡਾਕਟਰ ਨੇ ਮੇਰਾ ਬਹੁਤ ਸਾਥ ਦਿੱਤਾ, ਡਾਕਟਰ ਰਾਧੇ ਸ਼ਾਮ ਦੀ ਵਾਰਡ ਨੇ ਪੂਰਾ ਮੇਰਾ ਸਾਥ ਦਿੱਤਾ। ਡਾਕਟਰ ਰਾਧੇ ਸ਼ਾਮ ਜੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ, ਵੀ ਮੇਰਾ ਉਹਨਾਂ ਨੇ ਇਲਾਜ ਵੀ ਕੀਤਾ, ਵਧੀਆ ਕੀਤਾ। ਐਕਸਰੇ ਉਕਸਰੇ ਮੇਰੇ ਕਾਫੀ ਕਰਵਾਏ ਸਰਕਾਰੀ ਖਾਤੇ ਵਿੱਚੋਂ ਹੀ। ਇੱਕ ਐਪਲੀਕੇਸ਼ਨ ਉਹਨਾਂ ਨੇ ਲਿਖੀ ਪਿੰਗਲਵਾੜੇ ਨੂੰ, ਵੀ ਇੱਥੇ ਇੱਕ ਇੱਦਾਂ ਕਰਕੇ ਲਵਾਰਸ ਮੁੰਡਾ ਪਿਆ ਕੋਈ, ਵੀ ਇਹਦੀ ਕੇਅਰ ਕੀਤੀ ਜਾਵੇ। ਚਲੋ 20 ਦਿਨ ਤਾਂ ਇੱਦਾਂ ਹੀ ਨਿਕਲ ਗਏ, ਮੈਂ ਵੀ ਐਪਲੀਕੇਸ਼ਨ ਵੀ ਪਾਸ ਹੁੰਦੇ ਨੇ, ਉਹਨਾਂ ਕੋਲ ਪਹੁੰਚਦੇ ਨਿਕਲ ਗਏ। ਅਤੇ 20 ਦਿਨਾਂ ਬਾਅਦ ਫਿਰ ਉਹ ਆਏ, ਉਹਨਾਂ ਨੇ ਮੈਨੂੰ ਆ ਕੇ ਨਵਾਇਆ ਧਵਾਇਆ, ਕੱਪੜੇ ਕੁੱਪੜੇ ਸਾਰੇ ਉਹ ਉੱਥੋਂ ਹੀ ਲੈ ਕੇ ਆਏ, ਵਿੱਚੋਂ ਮਤਲਬ ਕਿ ਪਿੰਗਲਵਾੜੇ ਤੋਂ ਲੈ ਕੇ ਆਏ। ਫਿਰ ਰੋਟੀ ਪਾਣੀ ਮੇਰਾ ਵਧੀਆ ਮਤਲਬ ਕਿ ਸਟਾਰਟ ਹੋ ਗਿਆ।
ਸਵੇਰੇ ਨਾਸ਼ਤਾ, ਦੁਪਹਿਰੇ ਰੋਟੀ ਤੇ ਰਾਤ ਦੀ ਰੋਟੀ। ਤੇ ਉਦੋਂ ਪਹਿਲਾਂ ਪਿੰਗਲ ਵਾਲਿਆਂ ਤੋਂ ਆਉਣ ਤੋਂ ਪਹਿਲਾਂ ਜਿਹੜੇ 20 ਦਿਨ ਮੇਰੇ ਨਿਕਲੇ ਆ, ਉਹ ਤੁਹਾਨੂੰ ਮੈਂ ਦੱਸ ਦਿੰਦਾ ਡਿਟੇਲ 'ਚ ਕਿਵੇਂ ਨਿਕਲੇ ਆ। ਹੁੰਦੇ ਨੇ ਜਿਹੜੇ ਪੇਸ਼ੈਂਟ ਐਡਮਿਟ, ਉਹਨਾਂ ਨੇ ਮੈਨੂੰ ਆਪਣੇ ਕੋਲ ਰੋਟੀ ਪਾਣੀ ਖਵਾ ਦੇਣਾ, ਇੱਦਾਂ ਹੀ ਖਵਾ ਖੂ ਦੇਣਾ, ਅਤੇ ਇੱਦਾਂ ਹੀ ਮੇਰੇ ਲੰਘ ਲੂੰ ਗਏ। ਅਤੇ 20 ਦਿਨ ਉਹਨਾਂ ਇੱਦਾਂ ਨਿਕਲ ਗਏ, ਅਤੇ 20-25 ਦਿਨ ਉਹਨਾਂ ਨੇ ਮੇਰੀ ਸੇਵਾ ਸੁਭਾ ਕੀਤੀ, ਅਤੇ 1.5-2 ਮਹੀਨੇ ਮੇਰੇ ਇੱਦਾਂ ਬੀਤ ਗਏ। ਅਤੇ ਬਸ ਹੌਲੀ ਹੌਲੀ ਉੱਥੋਂ 3 ਖੁਰਾਕਾਂ ਮੇਰੀ ਚੱਲਦੀਆਂ ਸੀਗੀਆਂ, ਕੈਲਸ਼ੀਅਮ ਦੀ ਗੋਲੀ ਅਤੇ ਦਰਦ ਦੀ ਦਵਾਈ ਅਤੇ ਤਾਕਤ ਦੀ ਗੋਲੀ, ਅਤੇ ਹੋਰ ਕੁਛ ਨਹੀਂ। ਮੇਰੇ ਐਕਸਰੇ ਰੀੜ੍ਹ ਦੀ ਹੱਡੀ ਦਾ ਵੀ ਐਕਸਰਾ ਹੋਇਆ ਅਤੇ ਜੋੜੇ ਦਾ ਵੀ ਐਕਸਰਾ ਹੋਇਆ। ਉਹ ਕਹਿੰਦੇ ਵੀ ਵੇਖਦੇ ਆ ਜੀ, ਜੇ ਹੋ ਗਿਆ ਠੀਕ। ਚਲੋ ਅੱਗੇ ਪਰਿਵਾਰ ਦਾ ਅੱਗੇ ਕਿਵੇਂ ਰਾਬਤਾ, ਫਿਰ ਉਹਨਾਂ ਨਾਲ ਕੁਛ ਦੁਬਾਰੇ ਰਾਬਤਾ ਕਾਇਮ ਹੋਇਆ ਤੁਹਾਡੇ ਉਹਨਾਂ ਪਰਿਵਾਰ ਨਾਲ? ਉਹਨਾਂ ਦੇ ਨਾਲ ਮੇਰਾ ਹਲੇ ਕੋਈ ਹਲੇ ਸਮਾਜ, ਜਿਨ੍ਹਾਂ ਦੀ ਮਿੰਟੂ ਦੀ ਗੱਲ ਕਰਦੇ ਹੋ, ਹਾਂ, ਮਿੰਟੂ ਨੇ ਮੇਰਾ ਫੋਨ ਨਹੀਂ ਚੁੱਕਿਆ। ਅੱਛਾ, ਮਿੰਟੂ 1 ਸਾਲ ਹੋ ਗਿਆ ਮੈਨੂੰ WhatsApp ਮਿਲੇ। ਕੌਣ ਸੀ ਤੁਹਾਨੂੰ, ਮੱਗਰ ਮਿਲੇ ਸੀ? ਨਹੀਂ ਮੱਗਰ ਕੌਣ, ਮਤਲਬ ਜਿਹੜੇ ਜਦੋਂ ਤੁਸੀਂ ਲੁਧਿਆਣੇ ਗਏ ਸੀਗੇ ਉਹਦੀ ਭੂਆ ਦੇ ਘਰੇ ਉਹਨਾਂ ਦੇ, ਉੱਥੇ ਤੁਸੀਂ ਕਹਿੰਦੇ ਇੱਕ ਮਿਲਿਆ ਵੀ ਸੀ, ਮੱਗਰ ਮਿਲਿਆ ਸੀ? ਕੌਣ ਸੀ? ਨਹੀਂ ਉਹ ਉਹਦੇ ਲਾਗੇ ਛਾਗੇ ਨਾ ਮੱਗਰ ਦੀ ਚੱਕੀ ਪੈਂਦੀ ਹੈ। ਅੱਛਾ, ਫੇਮਸ ਆ, ਮਤਲਬ ਕਿ ਉਹ ਬਸਤੀ ਦੇ ਵਿੱਚ ਫੇਮਸ ਆ ਹਾਂ। ਪੂਰੀ। ਨਹੀਂ ਉਹ ਤਾਂ ਸਮਝ ਗਿਆ। ਮਿਲਿਆ ਕੌਣ ਸੀ ਤੁਹਾਡਾ ਭਰਾ ਜਿਹੜਾ ਤੁਸੀਂ ਕਹਿੰਦੇ ਹੋ? ਮਿੰਟੂ। ਹਾਂ, ਠੀਕ ਹੈ। ਮਿੰਟੂ। ਉਸ ਤੋਂ ਬਾਅਦ ਫਿਰ ਕੀ ਕਹਿੰਦੇ ਹੋ? ਉਹਨਾਂ ਨੇ ਉਹ ਕਹਿੰਦਾ ਮੈਨੂੰ ਪਤਾ ਨਹੀਂਗਾ ਪ੍ਰੋਪਰ ਵੀ ਮੇਰੀ ਮੰਮੀ ਨੇ ਤੈਨੂੰ ਕਿੱਥੋਂ ਗੋਲ ਲਿਆ। ਅੱਛਾ। ਮੈਂ ਕਿਹਾ ਉਸ ਟਾਈਮ ਤੇ 18-19 ਸਾਲ ਉਮਰ ਸੀਗੀ, ਵੀ ਤੂੰ ਜਵਾਨ ਸੀਗਾ, ਵੀ ਤੂੰ ਮਾਂ ਨੇ ਤੈਨੂੰ ਦੱਸਿਆ ਹੀ ਹੋਣਾ ਵੀ ਇਹ ਮੁੰਡਾ ਮੈਂ ਕਿੱਥੋਂ ਲੈ ਕੇ ਆਈ ਆ। ਉਹ ਕਹਿੰਦਾ ਵੀ ਮੈਨੂੰ ਇੰਨਾ ਪਤਾ ਵੀ ਮੰਮੀ ਜੇ ਵੀ ਤੁਹਾਨੂੰ ਲੈ ਕੇ ਆਈ ਸੀ ਪਿੱਛੋਂ, ਵੀ ਮੈਨੂੰ ਇਹ ਨਹੀਂ ਸੀ ਪਤਾ ਕਿੱਥੋਂ ਲਿਆ ਵਾ। ਕੁਛ ਇਹ ਤਾਂ ਪਤਾ ਹੋਣਾ ਕਿੰਨਾ ਦੇ ਆਉਂਦੇ ਜਾਂਦੇ ਹੋਣ, ਕੋਈ ਸਹੇਲੀ ਹੋਵੇ ਉਹਨਾਂ ਦੀ, ਕੋਈ ਜਾਣ ਪਛਾਣ ਦਾ, ਕਿਉਂਕਿ ਕਿਸੇ ਜਾਣ ਪਛਾਣ ਦੇ ਤੋਂ ਸਹੇਲੀ ਤੋਂ ਕਿਸੇ ਤੋਂ ਲਿਆ ਹੋਣਾ ਨਾ। ਮੈਂ ਉਹਨਾਂ ਨੂੰ ਕਾਫੀ ਕੋਸ਼ਿਸ਼ ਕੀਤੀ ਪੁੱਛਣ ਦੀ, ਮੈਂ ਕੋਈ ਰਿਸ਼ਤੇਦਾਰ ਨੂੰ ਪੁੱਛ ਲਓ। ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਵੀ ਜਿਹੜਾ ਤੁਹਾਡਾ ਭਰਾ ਛੋਟਾ ਸਾਧੂ, ਉਹਦੇ ਨਾਲ ਮੇਰੀ ਗੱਲ ਕਰਾਓ। ਉਹ ਕਹਿੰਦਾ ਉਹ ਤਾਂ ਮੰਡੀਰ 'ਚ ਬਹਿੰਦਾ ਵਾ, ਵੀ ਥੋੜ੍ਹਾ ਜਿਹਾ ਵੀ ਉਹ ਨਹੀਂ ਗੱਲ ਬੋਲਦਾ। ਮੈਂ ਉਹਨਾਂ ਫੋਨ ਨੰਬਰ ਮੰਗਿਆ ਮਿੰਟੂ ਤੋਂ, ਮੈਨੂੰ ਆਪਣੇ ਭਰਾ ਦਾ ਫੋਨ ਨੰਬਰ ਦੇ ਦੇ ਵੀ ਸ਼ਾਇਦ ਉਹ ਦੱਸ ਦੇ ਕੁਛ ਉਹਨੂੰ ਪਤਾ ਹੋਵੇ। ਉਹਦੇ ਨਾਲ ਮੇਰੀ ਗੱਲ ਹੀ ਨਹੀਂ ਕਰਾਈ, ਉਹਦੇ ਨਾਲ ਵੀ ਜਾਣੀ ਕਿ ਮੇਰਾ ਕੋਈ ਅਟੈਚਮੈਂਟ ਉਹਨੇ ਕਰਾਇਆ ਹੀ ਨਹੀਂ, ਨਾ ਮੈਨੂੰ ਫੋਨ ਨੰਬਰ ਦਿੱਤਾ ਤੇ ਨਾ ਮੈਨੂੰ ਐਡਰੈਸ ਦਿੱਤਾ ਵੀ ਰਹਿੰਦਾ ਕਿੱਥੇ ਆ। ਮਤਲਬ ਉਸ ਤੋਂ ਜਦ ਤੁਸੀਂ ਆਉਣ ਲੱਗੇ ਲਾਸਟ ਗੱਲ ਕੀ ਹੋਈ ਸੀ? ਕੋਈ ਭਰੋਸਾ ਦਿੱਤਾ ਉਹਨਾਂ ਨੇ ਵੀ ਪਤਾ ਕਰਾਂਗੇ ਜਾਂ ਯਾਦ ਕਰਾਂਗੇ ਜਾਂ ਗੱਲ ਕਰਾਵਾਂਗੇ ਕਿਸੇ ਨਾਲ? ਉਹਨੇ ਮੈਨੂੰ ਇੱਕ ਫਾਰਮ ਸੈਂਡ ਕੀਤਾ ਸੀਗਾ। ਅੱਛਾ ਜੀ। ਮਿੰਟੂ ਨੇ ਉਸ ਫਾਰਮ ਦੇ ਵਿੱਚ ਕਹਿੰਦਾ ਦਿਖਾ ਦਿੰਦਾ ਮੈਂ, ਜੇ ਮਤਲਬ ਕਾਹਦੇ ਬਾਰੇ ਸੀ ਦੱਸੇ ਦੋ ਤੇ? ਵੀ ਉਹ ਫਾਰਮ ਸੀਗਾ ਵੀ ਜਾਨੀ ਕਿ ਉਹਨੇ ਐਂ ਸੈਂਡ ਕੀਤਾ ਸੀ, ਪੁਰਾਣੇ ਕਾਗਜ਼ਾਂ ਪੱਤਰਾਂ 'ਚ ਲੱਭਿਆ ਸੀਗਾ ਵੀ ਮੇਰੀ ਮਾਂ ਦਾ ਉੱਤੇ ਨਾਮ ਲਿਖਿਆ ਹਰਜੀਤ ਕੌਰ। ਅੱਛਾ ਜੀ। ਵੀ ਮੈਂ ਬੱਚਾ ਕਿਉਂ ਗੋਦ ਦੇ ਰਹੀ ਹਾਂ, ਇਹ ਵਜ੍ਹਾ ਲਿਖੀ ਜੀ। ਉਹਨੇ ਪਛਾਣ ਲਿਆ ਵੀ ਇਹ ਸ਼ਾਇਦ ਮੇਰਾ ਹੀ ਹੈ, ਉਹਨੇ ਮੈਨੂੰ ਸੈਂਡ ਕਰਤਾ ਵੀ ਉਹ 'ਤੇ ਲਿਖਿਆ ਹੋਇਆ ਵੀ ਬੱਚਾ ਮੈਂ ਤਾਂ ਗੋਦ ਦੇ ਰਹੀ ਹਾਂ ਵੀ ਮੇਰੀ ਸਰੀਰੀ ਹਾਲਤ ਨਾ ਠੀਕ ਹੋਣ ਦੀ ਵਜ੍ਹਾ ਨਾਲ। ਅੱਛਾ। ਵੀ ਇਹਦੀ ਪਾਲਣ ਪੋਸ਼ਣ ਮੈਂ ਨਹੀਂ ਕਰ ਸਕਦੀ, ਇਹਦਾ ਪੜ੍ਹਾਈ ਲਿਖਾਈ ਦਾ ਖਰਚਾ, ਇਹਦੇ ਪੈਨਣਾ ਸੈਨਣਾ, ਜੋ ਵੀ ਜ਼ਿੰਦਗੀ ਦਾ ਇਹਦਾ ਭਵਿੱਖ ਦਾ ਸਾਰਾ, ਵੀ ਦੂਜੇ ਪਰਿਵਾਰ ਨੂੰ ਮੈਂ ਆਪਣੀ ਹੋਸ਼ੋ-ਹਵਾਸ ਦੇ ਵਿੱਚ ਕਿਸੇ ਨਾ ਦਬਾਅ ਥੱਲੇ ਨਹੀਂ ਆ ਰਹੀ, ਮੈਂ ਵੀ ਆਪਣੀ ਮਰਜ਼ੀ ਦੇ ਨਾਲ ਵੀ ਬੱਚਾ ਵੀ ਦੂਜੇ ਪਰਿਵਾਰ ਨੂੰ ਦੇ ਰਹੀ ਹੈ। ਉਹ ਤੇ ਉਹ ਫਾਰਮ ਦੇ ਕੋਈ ਤੁਹਾਡੇ ਪਿਤਾ ਦਾ ਨਾਮ, ਯਾਨੀ ਕਿ ਹਰਜੀਤ ਕੌਰ ਜੀ ਦੇ ਪਤੀ ਦਾ ਨਾਮ, ਜਾਂ ਫਿਰ ਕੋਈ ਐਡਰੈਸ ਕੋਈ ਇਦਾਂ ਦਾ ਲੱਭਿਆ ਨਹੀਂ ਉਹ ਤੇ? ਉਸ ਫਾਰਮ ਦੇ 2 ਪੰਨੇ ਆ, ਉਹ ਪੰਨੇ 2 ਤਾਂ ਪਤਾ ਲੱਗੇ ਆ ਵੀ ਉਹ ਫਾਰਮ 'ਤੇ ਨੰਬਰ ਲਿਖੇ ਨੇ, ਮਤਲਬ ਕਿ 4 ਨੰਬਰ 5 ਨੰਬਰ 6 ਨੰਬਰ 7 ਨੰਬਰ ਇੱਦਾਂ ਫਾਰਮ ਦੇ ਉੱਤੇ ਲਿਖੇ ਆ। ਵੀ ਜਿਹੜਾ 1 ਨੰਬਰ 2 ਨੰਬਰ 3 ਨੰਬਰ ਦੇ ਆਪਣਾ 4 ਨੰਬਰ ਇੱਦਾਂ ਦੇ ਜਿਹੜੇ ਪਹਿਲੇ ਵਾਲੇ ਨੰਬਰ ਵਾਲੇ ਫਾਰਮ ਹੈਗਾ ਜਿਹੜੇ ਹੋਰ, ਉਹ ਨਹੀਂ ਉਹਨੂੰ ਦਿੱਤਾ। ਅੱਛਾ। ਉਹਦੇ ਵਿੱਚ ਸਿੱਧਾ ਮੇਰਾ ਘਰ ਦਾ ਐਡਰੈਸ ਹੈ, ਅੱਛਾ, ਮੇਰੇ ਮੇਰੇ ਮਹੱਲੇ ਦਾ, ਮੇਰੇ ਜੋ ਵੀ ਹੈ ਸਾਰਾ, ਮੇਰਾ ਸਾਰਾ ਹੀ ਉਹੀ ਡਾਇਰੈਕਟ ਹੀ ਸਾਰਾ, ਵੀ ਮੋਬਾਈਲ ਨੰਬਰ ਵੀ ਸਾਰੇ ਜਿਹੜੇ ਮੇਰੇ ਮਾਂ ਪਿਓ ਸਭ ਉੱਤੇ ਲਿਖੇ ਹੋਏ ਨੇ। ਮੈਂ ਉਹ ਕਹਿੰਦਾ ਵੀ ਉਹ ਲੱਭਿਆ ਨਹੀਂ। ਮਿੰਟੂ ਕਹਿੰਦਾ ਜੇ ਮੈਨੂੰ ਲੱਭ ਜਾਂਦਾ ਤੇ ਮੈਂ ਉਹ ਵੀ ਸੈਂਡ ਕਰ ਦਿੰਦਾ ਸੀਗਾ। ਵੀ ਮੈਂ ਫਿਰ ਕੀ ਕਰਨਾ ਸੀਗਾ, ਜੇ ਮਤਲਬ ਮੈਂ ਆਹ ਸੈਂਡ ਕਰਦਾ ਸਕਦਾ ਤੇ ਉਹ ਮੈਂ ਕੀ ਕਰਨਾ ਸੀਗਾ। ਕਹਿੰਦਾ ਜੇ ਲੱਭ ਗਿਆ, ਉਹਨੇ ਭਰੋਸਾ ਜਤਾਇਆ ਮੈਨੂੰ ਵੀ ਮੈਂ ਸੈਂਡ ਕਰ ਦੂੰਗਾ। ਅੱਜ ਪੂਰਾ 1 ਸਾਲ ਤੋਂ ਵੀ ਉੱਤੇ ਬੀਤ ਗਿਆ, ਉਹਨੇ WhatsApp ਤੇ ਵੀ ਮੈਨੂੰ ਬਲੌਕ ਕਰਤਾ। ਅੱਛਾ। ਆ ਤੁਹਾਡੇ ਹੁਣ ਮਿਲਣ ਤੋਂ ਪਹਿਲਾਂ ਵੀ ਮੈਂ ਉਹਨੂੰ ਫੋਨ ਲਾ ਰਿਹਾ ਸੀਗਾ, ਆ ਹੁਣ 12-12:30 ਵਜੇ ਮੈਂ ਹਫ਼ਤੇ ਬਾਅਦ ਫੋਨ ਨੂੰ ਲਾਉਂਦਾ ਹੀ ਰਹਿੰਦਾ ਵਾ, ਉਹ ਮੇਰਾ ਫੋਨ ਚੱਕਦਾ ਹੀ ਨਹੀਂ। ਅੱਛਾ। ਮਤਲਬ ਕਿ ਫੋਨ ਮੇਰਾ ਕੱਟ ਦਿੰਦਾ ਵਾ, ਬਲੈਕ ਲਿਸਟ ਦੇ ਵਿੱਚ ਨੰਬਰ ਪਾ ਦਿੰਦਾ ਵਾ। ਚਲੋ ਉਹ ਕਿਉਂ ਇੱਦਾਂ ਕਰਦਾ ਵਾ, ਹੁਣ ਮੈਂ ਕੁਛ ਕਹਿ ਨਹੀਂ ਸਕਦਾ ਇਹਦੇ ਬਾਰੇ, ਕੀ ਗੱਲ ਆ ਕੀ ਵਜ੍ਹਾ, ਪਰ ਉਹਨੇ ਸਾਫ਼ ਕਹਿ ਦਿੱਤਾ ਕਿ ਜਿੱਥੋਂ ਗੋਲ ਲਿੱਤਾ ਸੀ ਮੈਨੂੰ ਪਤਾ ਨਹੀਂ। ਕਹਿੰਦਾ ਪਤਾ ਨਹੀਂ? ਅੱਛਾ, ਪਤਾ ਨਹੀਂ। ਕਹਿੰਦਾ ਜੇ ਪਤਾ ਹੁੰਦਾ ਮੈਂ ਦੱਸ ਦਿੰਦਾ। ਤੇ ਤੁਸੀਂ ਹੁਣ ਕੀ ਚਾਹੁੰਦੇ ਹੋ, ਆਡੀਅנס ਤੋਂ ਕੀ ਡਿਮਾਂਡ ਕਰਦੇ ਹੋ? ਦੇਖੋ ਮੈਂ ਆਪਣੇ ਵੱਲੋਂ ਤਾਂ ਕੁਛ ਨਹੀਂ ਕਹਿੰਦਾ, ਠੀਕ ਹੈ ਨਾ, ਤੇ ਮੈਂ ਐਂ ਵੀ ਨਹੀਂ ਕਹਿੰਦਾ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ।
ਹੁਣ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਮੈਂ ਕਿਰਾਏ 'ਤੇ ਰਹਿੰਦਾ ਰਿਹਾ ਵਾਂ, ਹੁਣ ਮੈਂ ਗੁਰੂ ਘਰ ਰਹਿੰਦਾ ਵਾਂ। ਅਤੇ ਬਸ ਆਪਣਾ ਵੀ ਮੇਰਾ ਪ੍ਰੋਪਰ ਜਿਹੜਾ ਥਾਂ ਟਿਕਾਣਾ ਵੀ ਮੇਰਾ ਕਿਤੇ ਹੈ ਨਹੀਂ ਹਲੇ ਵੀ। ਇੱਦਾਂ ਹੀ ਬਸ ਆਪਣਾ ਜ਼ਿੰਦਗੀ ਦਾ ਸਮਾਂ ਮੈਂ ਬਤੀਤ ਕਰਦਾ ਪਿਆ ਵਾਂ। ਵੀ ਹਾਂ, ਇੱਕ ਮੈਂ ਬਸ ਬੇਨਤੀ ਕਰਦਾ ਹੱਥ ਜੋੜ ਕੇ, ਕੋਈ ਦਾਨੀ ਸੱਜਣ ਵੀਰ ਹੋਵੇ, ਮਰਜ਼ੀ ਹੈ ਕਿਸੇ ਦੀ, ਦਬਾਅ ਨਹੀਂ ਮੈਂ ਆਪਣਾ ਕਿਸੇ 'ਤੇ ਪਾ ਸਕਦਾ। ਇੱਕ ਮਤਲਬ ਕਿ ਬੇਨਤੀ ਕਰ ਸਕਦਾ ਚਰਨਾਂ ਦੇ ਵਿੱਚ ਵੀ ਮੈਨੂੰ ਇੱਕ ਛੱਤ ਦਾ ਕੋਈ ਇੰਤਜ਼ਾਮ ਕਰ ਦੇ, ਘਰ ਛੋਟਾ ਮੋਟਾ ਕੋਈ ਲੈ ਦੇਵੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ, ਕੋਈ ਸਸਤਾ ਸਾਈਡ 'ਤੇ ਕਿਤੇ ਮਤਲਬ ਕਿ ਹਟਵਾਂ ਕਿਤੇ ਛੋਟਾ ਮੋਟਾ ਕਿਤੇ ਵੀ ਇੱਦਾਂ ਦਾ ਕੋਈ ਲੈ ਦੇਵੇ ਮੈਨੂੰ। ਕਿਉਂਕਿ ਪਹਿਲਾਂ ਵੀ ਮੈਂ ਦੇਖਿਆ ਵੀ ਕਿ ਮੈਂ ਇੱਕ ਤੂਫਾਨ ਸਿੰਘ ਮੁੰਡਾ ਸੀਗਾ ਜਿਹੜਾ, ਜਦੋਂ ਤੁਸੀਂ ਇੰਟਰਵਿਊ ਤੁਸੀਂ ਵੀ ਕਰ ਚੁੱਕੇ ਹੋ, ਉਹਨੇ ਵੀ ਆਪਣੇ ਇੰਟਰਵਿਊ ਦੇ ਵਿੱਚ ਆਪਣੀ ਜੋ ਵੀ ਸਟੋਰੀ ਦੱਸੀ ਵੀ ਬਚਪਨ ਦੇ ਵਿੱਚ ਕਿਵੇਂ ਮਤਲਬ ਕਿ ਉਹ ਰਹਿੰਦਾ ਸੀ ਉੱਥੇ ਇੱਦਾਂ ਕਰਕੇ। ਉਹ ਵੀ ਦਰਬਾਰ ਸਾਹਿਬ ਰਹਿੰਦਾ ਰਿਹਾ, ਉਹਨੂੰ ਕਿਤੇ ਮਿਲੇ ਹੋ ਤੁਸੀਂ ਪਹਿਲਾਂ? ਨਹੀਂ, ਪਹਿਲਾਂ ਮੇਰੀ ਉਹਦੀ ਮੁਲਾਕਾਤ ਨਹੀਂ ਉਹਨਾਂ ਹੋਈ ਵੀ ਕਦੀ ਗੱਲਬਾਤ ਕਦੀ ਨਹੀਂ ਹੋਈ। ਹਾਂ, ਉੱਦਾਂ ਮੈਂ ਦੇਖਿਆ ਜ਼ਰੂਰ ਹੈ। ਅੱਛਾ। ਦੇਖਿਆ ਪਛਾਣਿਆ ਮੈਂ ਤਾਂ, ਜਿਵੇਂ ਉਹਨੇ ਮੈਨੂੰ ਜਿਵੇਂ ਉਹਨੇ ਜਿਹੜੇ ਹਿਸਾਬ ਨਾਲ ਉਹਨੇ ਇੰਟਰਵਿਊ ਦਿੱਤਾ ਵੀ ਪਹਿਲਾਂ ਮੈਂ ਮੋਨਾ ਹੁੰਦਾ ਸੀ ਵੀ ਇੱਦਾਂ ਵੀ ਗਲੀਆਂ ਵਿੱਚ ਵੀ ਇੱਦਾਂ ਫਿਰਦਾ ਹੁੰਦਾ ਸੀਗਾ, ਅਤੇ ਉਸ ਤਰੀਕੇ ਨਾਲ ਮੈਂ ਉਹਨੂੰ ਪਛਾਣਿਆ ਵੀ ਪਹਿਲਾਂ ਵੀ ਉਹ ਮੋਨਾ ਹੁੰਦਾ ਸੀ, ਮੈਂ ਦੇਖਿਆ ਸੀ ਉਹਨੂੰ ਵੀ ਉੱਥੇ ਹੁੰਦਾ ਸੀ ਉਹ। ਅੱਛਾ। ਵੀ ਉਸ ਫਿਰ ਹੁਣ ਚਲੋ 6 ਸਾਲ ਹੋ ਗਏ ਉਹਨੂੰ ਮਤਲਬ ਕਿ ਬਾਣਾ ਧਾਰਨ ਕਰ ਲਿਆ, ਚਲੋ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ। ਅਤੇ ਉਸ ਤੋਂ ਬਾਅਦ ਫਿਰ 5 ਸਾਲ ਦਾ ਮੈਨੂੰ ਵੀ ਉੱਥੋਂ ਆਈ ਨੂੰ ਹੋ ਗਿਆ ਦਰਬਾਰ ਸਾਹਿਬੋਂ। ਮੈਂ ਇੱਧਰ ਰਹਿਣ ਲੱਗ ਪਿਆ ਨਾਨਕਸਰ ਦੇ ਕੋਲ, ਜੋ ਤੁਹਾਨੂੰ ਵੀ ਕਿਰਾਏ 'ਤੇ ਰਹਿਣ ਲੱਗ ਪਿਆ ਉੱਥੇ। ਉੱਦਾਂ ਮੈਂ ਦਰਬਾਰ ਸਾਹਿਬ ਜਾਂਦਾ ਹੀ ਰਹਿੰਦਾ ਵਾ, ਅਤੇ ਉਹਨੂੰ ਵੀ ਉੱਥੇ ਦੇਖਦਾ ਰਿਹਾ ਮੈਂ। ਤੇ ਜੇਕਰ ਤੁਹਾਡੇ ਮਾਤਾ ਪਿਤਾ ਜਾਂ ਕੋਈ ਹੋਰ ਤੁਹਾਡਾ ਭੈਣ ਭਰਾ ਦੇਖ ਰਿਹਾ ਹੋਵੇ ਵੀਡੀਓ, ਉਹਨਾਂ ਨੂੰ ਕੋਈ ਗੁਜ਼ਾਰਿਸ਼, ਕੋਈ ਸੁਨੇਹਾ? ਇਹ ਸਿਰਫ ਇੰਟਰਵਿਊ ਕਰਨ ਦਾ ਸਿਰਫ ਮੇਰੇ ਮੰਨ ਲਓ ਕਿ 2 ਮਕਸਦ ਲਾ ਲਓ ਵੀ ਇੰਨੀ ਚਲੋ ਵੀ ਲੰਮੀ, ਚਲੋ ਮੈਂ ਆਪਣੀ ਜੋ ਵੀ ਮੇਰੀ ਕਹਾਣੀ ਹੈ ਦੱਸਣੀ ਸੀਗੀ ਲੰਮੀ ਥੋੜ੍ਹੀ ਜੀ, ਵੀ ਮੇਰੇ ਮਾਂ ਪਿਓ ਤੱਕ ਇਹ ਮੈਸੇਜ ਪਹੁੰਚ ਜੇ, ਵੀ ਮੇਰੇ ਮਾਂ ਪਿਓ ਤੱਕ ਮੈਸੇਜ ਜੇ ਪਹੁੰਚ ਜਾਂਦਾ ਅਤੇ ਮੇਰੇ ਨਾਲ ਕੰਟੈਕਟ ਕਰ ਲੈਣ, ਮੇਰੇ ਨਾਲ ਸੰਪਰਕ ਕਰ ਲੈਣ। ਮੇਰਾ ਕੋਈ ਭੈਣ ਭਰਾ ਹੋਵੇ, ਹੁਣ ਪਤਾ ਨਹੀਂ ਮੇਰਾ ਮਾਂ ਬਾਪ ਪਰਮਾਤਮਾ ਜਾਣਦਾ ਵੀ ਜਿਉਂਦਾ ਹੈਗਾ ਕਿ ਨਹੀਂ ਹੈਗਾ, ਉਹਨਾਂ ਦੀ ਕਿੰਨੀ ਉਮਰ ਹੈ, ਉਹ ਕਿੱਥੇ ਰਹਿੰਦੇ ਨੇ, ਕੀ ਹੈ ਕੀ ਨਹੀਂ, ਮੈਨੂੰ ਕੁਛ ਨਹੀਂ ਪਤਾ ਇਸ ਬਾਰੇ। ਹਾਂ, ਵੀ ਆਪਣੇ ਮਾਂ ਪਿਓ ਤੱਕ ਪਹੁੰਚਣ ਵਾਸਤੇ ਵੀ ਇੱਕ ਵੀ ਉਹਨਾਂ ਨੂੰ ਪਤਾ ਲੱਗ ਜੇ ਵੀ ਸਾਡਾ ਹੀ ਬੱਚਾ, ਵੀ ਮੈਨੂੰ ਰੱਤੋਵਾਲ ਪਿੰਡ ਦੇ ਵਿੱਚ ਵੀ ਤੁਸੀਂ ਗੋਦ ਦਿੱਤਾ ਸੀਗਾ। ਮੇਰੀ ਮਾਤਾ ਜੀ ਦਾ ਨਾਮ ਹਰਜੀਤ ਕੌਰ ਹੈ, ਜਿਹੜਾ ਮੈਨੂੰ ਫਾਰਮ ਦੇ ਮਾਧਿਅਮ ਨਾਲ ਪਤਾ ਲੱਗਿਆ ਵੀ ਫਾਰਮ 'ਚ ਜਿਹੜਾ ਲਿਖਿਆ ਹਰਜੀਤ ਕੌਰ, ਉਹ ਮੇਰੇ ਨਾਲ ਕੰਟੈਕਟ ਕਰ ਲੈਣ। ਜੇ ਮੰਨ ਲਓ ਬਾਈ ਚਾਂਸ ਵੀ ਉਹ ਨਹੀਂ ਮੈਨੂੰ ਮਿਲਦੇ, ਵੀ ਕੋਈ ਦਾਨੀ ਸੱਜਣ ਵੀਰ ਹੋਵੇ, ਕੋਈ ਵੀ ਕਿਸੇ ਦੀ ਮਰਜ਼ੀ ਹੈ ਵੀ ਮੈਨੂੰ ਕੋਈ ਛੋਟਾ ਮੋਟਾ ਕੋਈ ਘਰ ਮਕਾਨ ਲੈ ਦੇ। ਕੀ ਲੱਗਦਾ ਉਹ ਮਾਤਾ ਪਿਤਾ ਜਿਨ੍ਹਾਂ ਨੇ ਅੱਜ ਤੋਂ 20 ਸਾਲ ਦੇ ਕਰੀਬ ਪਹਿਲਾਂ ਤੁਹਾਨੂੰ ਪੈਸੇ ਦੀ ਤੰਗੀ ਕਰਕੇ ਕਿਸੇ ਨੂੰ ਗੋਦ ਦੇ ਦਿੱਤਾ ਸੀਗਾ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸੰਪਰਕ ਸਾਧਣਗੇ, ਜਾਂ ਫਿਰ ਤੁਸੀਂ ਇਹੀ ਚਾਹੁੰਦੇ ਹੋ ਕਿ ਸਿਰਫ ਆਪਣੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਦੇ ਹੋ, ਉਹਨਾਂ ਤੋਂ ਕੋਈ ਹੋਰ ਤੁਹਾਨੂੰ ਇੱਛਾ ਨਹੀਂ ਹੈਗੀ, ਕੋਈ ਹਿੱਸੇ ਦੀ, ਕੋਈ ਧਨ ਦੌਲਤ ਦੀ, ਕੋਈ ਉਹਨਾਂ ਤੋਂ ਕਿਸੇ ਹਿੱਸਾ ਲੈਣ ਦੀ ਤੁਹਾਡੀ ਕੋਈ ਚਾਹਨਾ ਨਹੀਂ ਹੈ, ਸਿਰਫ ਤੁਸੀਂ ਮਿਲਣਾ ਹੀ ਚਾਹੁੰਦੇ ਹੋ, ਮਾਂ ਪਿਓ ਦੇਖਣਾ ਚਾਹੁੰਦੇ ਹੋ ਜਿਨ੍ਹਾਂ ਨੇ ਜਨਮ ਦਿੱਤਾ? ਮੈਂ ਸਿਰਫ ਸਾਰਾ ਲਾਈਵ ਚੱਲਦਾ ਪਿਆ ਵਾ, ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਨਾ, ਬਾਰ-ਬਾਰ ਇਹੀ ਬੇਨਤੀ ਕਰਦਾ, ਮੈਂ ਉਹਨਾਂ ਤੋਂ 1 ਰੁਪਇਆ ਨਹੀਂ ਲੈਣਾ। ਮੈਂ ਸਿਰਫ ਉਹਨਾਂ ਨੂੰ ਦੇਖਣਾ ਹੀ ਚਾਹੁੰਦਾ ਵਾਂ ਵੀ ਜਿਨ੍ਹਾਂ ਨੇ ਮੈਨੂੰ ਜੰਮਿਆ। ਇੱਕ ਮਾਂ ਆਪਣੇ ਬੱਚੇ ਨੂੰ ਕਿਵੇਂ ਗੋਦ ਦੇ ਸਕਦੀ ਹੈ? ਮੇਰੇ ਦੇਖੋ ਇੱਕ ਰੋਣਾ ਚਲੋ ਨਹੀਂ ਨਿਕਲਦਾ ਪਿਆ ਵੀ ਮੈਂ ਆਪਣੇ ਆਪ ਨੂੰ ਕਿਵੇਂ ਰੋਕਦਾ ਵਾਂ, ਕਿਵੇਂ ਮੈਂ ਕੰਟਰੋਲ ਕਰਦਾ, ਆਪਣੀ ਜ਼ਿੰਦਗੀ ਨੂੰ ਕਿਵੇਂ ਮੈਨੇਜ ਕਰਦਾ, ਕਿਵੇਂ ਮੈਂ ਹੱਸਦਾ ਵਾਂ, ਉਹ ਮੈਂ ਹੀ ਜਾਣਦਾ। ਸਿਰਫ ਮੈਂ ਉਹਦੀ ਅੱਖਾਂ ਦੇ ਉਹਦਾ ਚਿਹਰਾ ਦੇਖਣਾ ਚਾਹੁੰਦਾ ਵੀ ਜਿਹਨੇ ਮੈਨੂੰ ਜਨਮ ਦਿੱਤਾ ਵਾ, ਉਸ ਪਿਓ ਨੂੰ ਮੈਂ ਦੇਖਣਾ ਚਾਹੁੰਦਾ ਜਿਹਨੇ ਮੈਨੂੰ ਜੰਮਿਆ ਵਾ। ਚਲੋ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਪ੍ਰਮਾਤਮਾ ਹੈ ਤਾਂ ਸਾਰਾ ਮਾਲਕ ਦਾ, ਸ੍ਰਿਸ਼ਟੀ ਰਚਨਾ ਕਰਦਾ, ਉਸ ਦੀ ਪਿਓ ਤਾਂ ਉਹੀ ਹੈ, ਪਰ ਇੱਕ ਕੋਈ ਸਾਧਨ ਤਾਂ ਬਣਾਈ ਹੈ ਨਾ ਕਿਸੇ ਦਾ ਜ਼ਿੰਦਗੀ ਦੇ ਵਿੱਚ ਆਉਣ ਦਾ। ਵੀ ਅਕਸਰ ਮੈਂ ਕਿਸੇ ਢਿੱਡੋਂ ਹੀ ਬਾਹਰ ਆਇਆ ਵਾਂ, ਕੋਈ ਉੱਤੋਂ ਤਾਂ ਨਹੀਂ ਡਿੱਗ ਪਿਆ ਆਕਾਸ਼ ਤੋਂ। ਅੱਜ ਮੈਂ ਉੱਤੋਂ ਆਕਾਸ਼ 'ਚ ਸਿੱਧਾ ਡਾਇਰੈਕਟ ਡਿੱਗ ਪੈਂਦਾ ਫਿਰ ਤਾਂ ਚਲੋ ਮੈਂ ਨਹੀਂ ਗੱਲ ਕਰਨੀ ਸੀ। ਅਕਸਰ ਕਿਸੇ ਦੇ ਪੇਟ ਦੇ ਵਿੱਚੋਂ ਬਾਹਰ ਤਾਂ ਮੈਂ ਆਈ ਹਾਂ, ਵੀ ਮੇਰਾ ਕੋਈ ਨਾ ਕੋਈ ਲੱਗਦਾ ਹੀ ਆ, ਅਕਸਰ ਉਹਦਾ ਖੂਨ ਤਾਂ ਮੈਂ ਹੈਗਾ ਹੀ ਆ। ਮੈਂ ਜਿੰਨੇ ਮਰਜ਼ੀ ਸਾਲ ਬੀਤ ਜਾਣ, ਜੋ ਮਰਜ਼ੀ ਹੋ ਜੇ, ਚਲੋ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤੀ ਕੀਤੀ ਆ, ਉਹਨਾਂ ਨੇ ਵੀ ਕੋਈ ਸੋਚ ਸਮਝ ਕੇ ਫੈਸਲਾ ਲਿੱਤਾ ਹੋਣਾ, ਉਹਨਾਂ ਤੋਂ ਨਹੀਂ ਪਰਵਿਸ਼ ਹੁੰਦੀ ਹੋਣੀ, ਤਾਂ ਉਹਨਾਂ ਨੂੰ ਕੀ ਪਤਾ ਸੀ ਵੀ ਇੱਦਾਂ ਕਰਕੇ ਵੀ ਗਾਂ ਦੀ ਗਾਂ ਇੱਦਾਂ ਟੱਪ ਜਾਣਾ ਇਹਨੇ, ਵੀ ਉਹਨਾਂ ਨੇ ਵੀ ਨਹੀਂ ਕੇਅਰ ਕਰਨੀ ਜਿਹੜੇ ਪਰਿਵਾਰ ਨੂੰ ਦੇ ਰਹੀਆਂ। ਜੇ ਉਹ ਇਹ ਵੀ ਹੋ ਸਕਦਾ ਉਹਨਾਂ ਨੇ ਤਾਂ ਚੰਗੇ ਵਾਸਤੇ ਸੋਚਿਆ ਹੋਵੇ ਵੀ ਅਸੀਂ ਰੋਟੀ ਨਹੀਂ ਖਵਾ ਸਕਦੇ, ਚੰਗੀ ਨਹੀਂ ਪਰਵਰਿਸ਼ ਕਰ ਸਕਦੇ, ਵੀ ਕੋਈ ਇਦਾਂ ਦਾ ਪਰਿਵਾਰ ਮਿਲ ਜਾਵੇ ਵੀ ਇਹਨਾਂ ਨੂੰ ਕੋਈ ਦੁੱਖ ਹੋਰ ਨਾ ਦੇਖਣਾ ਪਵੇ, ਪਰ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਨਹੀਂ ਹੋਵੇਗਾ ਇਸ ਗੱਲ ਦਾ। ਤੁਸੀਂ ਇਹਨਾਂ 20 ਸਾਲ ਦਾ ਸਮਾਂ ਇਕੱਲਿਆਂ ਗੁਜ਼ਾਰਿਆ, ਦੁੱਖ ਵੀ ਇਕੱਲਿਆਂ ਹੰਢਾਇਆ, ਬਿਮਾਰੀਆਂ ਵੀ ਇਕੱਲਿਆਂ ਦੇਖੀਆਂ ਨੇ, ਰੁੱਤਾਂ ਵੀ ਆਉਂਦੀਆਂ ਜਾਂਦੀਆਂ ਇਕੱਲਿਆਂ ਨੇ ਦੇਖੀਆਂ ਨੇ, ਸਮਾਂ ਵੀ ਗੁਜ਼ਰਦਾ ਇਕੱਲਿਆਂ ਨੇ ਦੇਖਿਆ। ਕੀ ਲੱਗਦਾ ਕਿਹਦੇ ਤੇ ਦੋਸ਼ ਸਮਝਦੇ ਹੋ? ਜ਼ਿੰਦਗੀ ਦੇ ਜਿਹੜੇ ਹਾਲਾਤ ਨੇ, ਉਸ ਪਰਮਾਤਮਾ ਨੂੰ ਦੋਸ਼ੀ ਸਮਝਦੇ ਹੋ, ਆਪਣੇ ਮਾਤਾ ਪਿਤਾ ਨੂੰ ਦੋਸ਼ੀ ਸਮਝਦੇ ਹੋ, ਜਾਂ ਫਿਰ ਜਿਨ੍ਹਾਂ ਨੇ ਗੋਦ ਲਿਆ ਸੀ ਉਹਨਾਂ ਨੂੰ ਦੋਸ਼ੀ ਸਮਝਦੇ ਹੋ? ਕਿਹਦੀ ਗਲਤੀ ਲੱਗਦੀ ਆ ਵੀ ਜਿਹੜੇ ਤੁਹਾਡੇ ਹਾਲਾਤ ਹੋਏ ਨੇ? ਦੇਖੋ, ਦੋਸ਼ ਤਾਂ ਮੈਂ ਕਿਸੇ ਨੂੰ ਨਹੀਂ ਦਿੰਦਾ, ਕਿਸੇ ਨੂੰ ਨਹੀਂ ਦਿੰਦਾ।
ਮੈਨੂੰ ਸਭ ਤੋਂ ਵੱਡੀ ਤਾਂ ਖੁਸ਼ੀ ਜਿਹੜਾ ਗਿਫਟ ਦੇ ਪਰਮਾਤਮਾ ਨੇ ਦਿੱਤਾ, ਜਿਹੜਾ ਮੈਂ ਗੁਰੂ ਰਾਮਦਾਸ ਦੇ ਘਰ ਚਲੇ ਗਿਆ, ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਉੱਤੇ 7-8 ਸਾਲ ਬਿਤਾਏ, ਤੇ ਅਖੀਰੀ ਜਿਹੜੀ ਜ਼ਿੰਦਗੀ ਆ ਉਹ ਵੀ ਮੈਂ ਉੱਥੇ ਹੀ ਬਿਤਾਉਣਾ ਚਾਹੁੰਦਾ। ਮੈਂ ਅਖੀਰੀ ਫਿਰ ਉੱਥੇ ਹੀ ਜਾਣਾ। ਮੈਨੂੰ ਪਤਾ ਉਸ ਤੋਂ ਇਲਾਵਾ ਮੇਰਾ ਕੋਈ ਨਹੀਂ ਹੈ, ਮੈਨੂੰ ਉਸ ਤੋਂ ਇਲਾਵਾ ਕਿਸੇ ਨੇ ਝੱਲਣਾ ਵੀ ਨਹੀਂ ਹੈ, ਮੈਨੂੰ ਕਿਸੇ ਨੇ ਨਹੀਂ, ਹੋਰ ਕਿਸੇ ਨੇ ਝੱਲਣਾ, ਸਿਰਫ ਮੈਨੂੰ ਗੁਰੂ ਰਾਮਦਾਸ ਨੇ ਝੱਲਣਾ। ਹਾਂ, ਜਿਹੜੀ ਮੇਰੀ ਜ਼ਿੰਦਗੀ ਇੱਦਾਂ ਜਿਵੇਂ ਮੋੜ ਗਿਆ ਮੇਰੇ, ਇੱਦਾਂ ਜਿਵੇਂ ਵੀ ਜੋ ਮੇਰੇ ਨਾਲ ਹੋ ਗਿਆ, ਮੈਂ ਸਮਝਦਾ ਇਹ ਮੇਰੇ ਕਰਮ ਆ ਵੀ ਜਿਹੜੇ ਮੈਂ ਆਪਣੇ ਪਿਛਲੇ ਜਨਮ 'ਚ ਕੋਈ ਮਾੜਾ ਕਰਮ ਕੀਤਾ ਹੋਣਾ, ਜਿਵੇਂ ਸਾਧੂ ਸੰਤ ਮਹਾਂਪੁਰਖਾਂ ਜਿਵੇਂ ਕਹਿੰਦੇ ਨੇ, ਤੇ ਵੀ ਬੰਦੇ ਨੂੰ ਆਪਣਾ ਕੀਤਾ ਆਪ ਹੀ ਬੰਦਾ ਪਾਉਂਦਾ ਵਾ, ਵੀ ਜੋ ਵੀ ਬੀਜਦੇ ਆਪਾਂ ਉਹੀ ਪਾਉਂਦੇ ਆ। ਗੁਰਬਾਣੀ ਵੀ ਕਹਿੰਦੀ ਹੈ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੀ ਵਰਜਣਾ। ਵੀ ਮੈਂ ਸੋਚਦਾ ਵੀ ਜੋ ਮੈਂ ਕੀਤਾ ਉਹੀ ਪਾ ਲਿਆ। ਬਸ ਮੈਨੂੰ ਇਹੀ ਬਸ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ, ਸਿਰਫ ਮੈਨੂੰ ਆਪਣੀ ਮਾਂ ਦੇ ਨਾਲ ਥੋੜ੍ਹਾ ਬਹੁਤ ਚਲੋ ਹੈਗਾ ਇਸ ਕਰਕੇ ਆ ਵੀ ਉਹਨਾਂ ਨੂੰ ਥੋੜ੍ਹੀ ਬਹੁਤ ਮੇਰੀ ਕੇਅਰ ਕਰਨੀ ਚਾਹੀਦੀ ਸੀ। ਜਿੱਥੇ ਮੈਨੂੰ ਗੋਦ ਦਿੱਤਾ ਸੀ ਉਸ ਪਿੰਡ ਦੇ ਵਿੱਚ ਜਾ ਕੇ ਮੈਨੂੰ ਸਾਲ 6 ਮਹੀਨਿਆਂ ਬਾਅਦ ਮੇਰਾ ਅਤਾ ਪਤਾ ਕੁਛ ਪੁੱਛਣਾ ਚਾਹੀਦਾ ਸੀਗਾ, 2 ਸਾਲ ਬਾਅਦ ਜਾਂ 4 ਸਾਲ ਬਾਅਦ, 7 ਸਾਲ ਬਾਅਦ। ਹੁਣ ਵੀ ਜਦੋਂ ਮੈਂ ਰੁੱਤੋਵਾਲ ਗਿਆ ਵਾਂ, ਆਂਢੀਆਂ ਗੁਆਂਢੀਆਂ ਨੂੰ ਪੁੱਛਿਆ, ਮੈਂ ਕਿਹਾ ਪਿੱਛੋਂ ਨਹੀਂ ਹਜੇ ਤੱਕ ਕੋਈ ਮੇਰਾ ਉਦੋਂ ਬਾਅਦ ਪਤਾ ਲੈਣਾ ਵੀ ਮੇਰਾ ਅਸਲੀ ਮਾਂ ਪਿਓ ਨਹੀਂ ਇੱਥੇ ਕੋਈ ਆਇਆ, ਮਤਲਬ ਕਿ ਦੇਖਣ। ਉਹ ਕਹਿੰਦੇ ਨਹੀਂ, ਇੱਥੇ ਤਾਂ ਕੋਈ ਵੀ ਨਹੀਂ ਆਇਆ। ਬਸ ਇਹ ਥੋੜ੍ਹਾ ਜਿਹਾ ਹੈਗਾ ਵੀ ਉਹਨਾਂ ਥੋੜ੍ਹਾ ਜਿਹਾ ਵੀ ਚਲੋ ਆਪਣੇ ਵੱਲੋਂ ਤਾਂ ਡਿਸੀਜਨ ਵਧੀਆ ਲਿੱਤਾ ਸੀ। ਚਲੋ ਗਾਂ ਮੇਰੀ ਕਿਸਮਤ ਸੀ ਕਿ ਮੇਰੇ ਨਾਲ ਕੀ ਵਾਪਰ ਗਿਆ ਕੀ ਨਹੀਂ ਵਾਪਰ ਗਿਆ, ਥੋੜ੍ਹਾ ਬਹੁਤ ਉਹਨਾਂ ਨੂੰ ਕੇਅਰ ਕਰਨੀ ਚਾਹੀਦੀ ਸੀ। ਹਾਂ, ਇੱਕ ਛੋਟੀ ਜਿਹੀ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ, ਅੱਗੇ ਤੋਂ ਵੀ ਕੋਈ ਵੀ ਪਰਿਵਾਰ ਆਪਣਾ ਬੱਚਾ ਕਿਸੇ ਦੂਜੇ ਪਰਿਵਾਰ ਨੂੰ ਗੋਦ ਦੇਣ ਦਾ ਫੈਸਲਾ ਕਰਦਾ ਹੈ, ਵੀ ਆਪਾਂ ਆਪਣਾ ਬੱਚਾ ਉਹਨੂੰ ਦੇ ਦਈਏ ਗੋਦ, ਵੀ ਉਹਦੀ ਵੀ ਸਾਡੇ ਨਾਲ ਵਧੀਆ ਪਰਵਰਿਸ਼ ਉਹ ਕਰ ਦੂ ਇਹਦੀ। ਚਲੋ ਤੁਸੀਂ ਆਪਣੇ ਬੱਚੇ ਨੂੰ ਭਲੇ ਖਾਤਰ ਹੀ ਦੂਜੇ ਦੇ ਹੱਥਾਂ ਵਿੱਚ ਦਿੰਦੇ ਹੋ, ਇੱਦਾਂ ਤਾਂ ਕੋਈ ਮਾਂ ਬੱਚਾ ਆਪਣੇ ਦਿੰਦੀ ਵੀ ਨਹੀਂ। ਉਹਦਾ ਭਲੇ ਖਾਤਰ ਵੀ ਸੋਚ ਕੇ ਉਹ ਬੰਦੇ ਨੂੰ ਪੂਰਾ ਦੇਖ ਕੇ ਸੁਣ ਕੇ ਉਹਦੀ ਪੈਰਵਾਈ ਪੂਰੀ ਕਰਕੇ ਵੀ ਜੇ ਤੁਸੀਂ ਗੋਦ ਦੇ ਦਿੱਤਾ, ਉਹਨਾਂ ਨੇ ਗੋਦ ਲੈ ਲਿਆ, ਫਿਰ ਸਾਲ ਬਾਅਦ 2 ਸਾਲ ਬਾਅਦ ਉਹ ਜਾ ਕੇ ਦੇਖੋ ਵੀ ਉੱਥੇ ਵੀ ਬੱਚਾ ਸਾਡਾ ਉੱਥੇ ਹੈਗਾ ਵੀ ਹੈ ਕਿ ਨਹੀਂ, ਵੀ ਇਹਦੇ ਗਾਂ ਤਾਂ ਨਹੀਂ ਕਿਤੇ ਟਪਾ ਤਾ, ਵੀ ਉਹਦੀ ਪਰਵਰਿਸ਼ ਚੰਗੀ ਹੁੰਦੀ ਵੀ ਹੈ, ਪੜ੍ਹਾਈ ਲਿਖਾਈ ਖਾਣਾ ਪੀਣਾ ਰੋਟੀ ਪਾਣੀ ਹੋ ਰਿਹਾ ਵੀ ਕਿ ਨਹੀਂ ਹੋ ਰਿਹਾ। ਵੀ ਇਹ ਜ਼ਰੂਰ ਮਤਲਬ ਕਿ ਦੇਖਣਾ ਚਾਹੀਦਾ ਹਰ ਇੱਕ ਮਾਂ ਪਿਓ ਨੂੰ, ਜਿਹੜੇ ਗੋਦ ਦਿੰਦੇ ਨੇ ਉਹਨਾਂ ਨੂੰ। ਜਿਹੜੇ ਗੋਦ ਨਹੀਂ ਦਿੰਦੇ ਉਹ ਤਾਂ ਚਾਹੇ ਗਰੀਬੀ 'ਚ ਟਾਈਮ ਕੱਟ ਲੈਣ, ਚਾਹੇ ਅਮੀਰੀ 'ਚ ਕੱਟ ਲੈਣ, ਵੀ ਜਿਹੜੇ ਇਹਨੂੰ ਆਪਣਾ ਬੱਚਾ ਪਿਆਰ ਦਿੰਦਾ। ਦੇਖੋ ਬੱਚੇ ਦੀ ਕੋਈ ਕੀਮਤ ਵੀ ਨਹੀਂ ਹੁੰਦੀ, ਮਾਂ ਦੇ ਪੁੱਤ ਦੀ ਕੋਈ ਕੀਮਤ ਉਹਨਾਂ ਹੋਈ ਹੁੰਦੀ ਹੈ, ਸਿਰਫ ਉਹਦੇ ਬੱਚੇ ਦੇ ਭਵਿੱਖ ਵਾਸਤੇ ਮਾਂ ਕੋਈ ਇੱਦਾਂ ਦਾ ਡਿਸੀਜਨ ਲੈਂਦੀ ਹੈ ਵੱਡਾ, ਜਿਵੇਂ ਮੇਰੀ ਮਾਂ ਨੇ ਲਿਆ। ਬਾਕੀ ਮਾਂ ਪਿਓ ਨੂੰ ਮਤਲਬ ਕਿ ਜੇ ਕੋਈ ਗੋਦ ਦਿੰਦਾ ਵੀ ਉਹਨਾਂ ਨੂੰ ਆਪਣੀ ਪੂਰੀ ਨਿਗਾਹ ਰੱਖਣੀ ਚਾਹੀਦੀ ਹੈ। ਸੋ ਦੋਸਤੋ, ਇਹ ਸੀ ਵੀਰ ਜਿਨ੍ਹਾਂ ਦੀ ਤੁਸੀਂ ਸਾਰੀ ਕਹਾਣੀ ਸੁਣੀ ਹੈ। ਵੀਡੀਓ ਦੇ ਵਿੱਚ ਇਹਨਾਂ ਦਾ ਨੰਬਰ ਵੀ ਦੇ ਦੇਵਾਂਗੇ। ਜੇਕਰ ਕੋਈ ਵੀਰ ਇਹਨਾਂ ਦੇ ਪਿੰਡ ਤੋਂ ਜਾਂ ਇਹਨਾਂ ਨੇ ਜੋ ਵੀ ਜਗ੍ਹਾ ਦਾ ਜ਼ਿਕਰ ਕੀਤਾ ਹੈ ਆਪਣੀ ਸਾਰੀ ਕਹਾਣੀ ਦੇ ਵਿੱਚ, ਉੱਥੇ ਕੋਈ ਜਾਣਦਾ ਹੋਵੇ ਇਹਨਾਂ ਦੇ ਮਾਤਾ ਨੂੰ, ਇਹਨਾਂ ਦੇ ਪਿਤਾ ਨੂੰ, ਜਾਂ ਫਿਰ ਉਹਨਾਂ ਦੇ ਕੋਈ ਨਜ਼ਦੀਕੀ ਨੂੰ ਕੋਈ ਜਾਣਦਾ ਹੋਵੇ ਤਾਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰਿਓ, ਕਿਉਂਕਿ ਇਹਨਾਂ ਦਾ ਇੱਕ ਹੀ ਮਕਸਦ ਹੈ ਕਿ ਸਿਰਫ ਇੱਕ ਵਾਰ ਆਪਣੇ ਮਾਤਾ ਪਿਤਾ ਨੂੰ ਦੇਖਣਾ ਚਾਹੁੰਦੇ ਨੇ, ਜਾਣਨਾ ਚਾਹੁੰਦੇ ਨੇ, ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਸੋ ਦੋਸਤੋ, ਇਸ ਦੇ ਨਾਲ ਹੀ ਹੁਣ ਇੱਥੇ ਮੈਨੂੰ ਯਾਨੀ ਕਿ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ। ਜਿਹੜੇ ਦੋਸਤ ਨਵੇਂ ਨੇ, ਹਰ ਇੱਕ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਵੀਡੀਓ ਦੇ ਥੱਲੇ ਦਿਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ ਆਲ ਵਾਲੀ ਆਪਸ਼ਨ ਜ਼ਰੂਰ ਸਿਲੈਕਟ ਕਰ ਲੈਣੀ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤੋ, ਹੁਣ ਮੈਨੂੰ ਇੱਥੇ ਦਿਓ ਇਜਾਜ਼ਤ। ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।